मेरा होना मेरी मैं दे खिलारे तो परां भी है। गुरु गोबिंद सिंह वर्गा एक एडा वड्डा बंदा जिहड़ा मतलब एक समय चंडी दी वार वर्गी एक प्रचंड रचना की रचना कर रहे हैं और दूजे पासे वो मित्र प्यारे नूं हाल मुरीदां दा कहना वर्गा उदास गीत। बहुत वारी इस ते सवाल भी असीं पैदा करते हैं, जिवें सुरजीत पात्र होरां बारे भी सवाल किया जाता है। मैं सुनिया तुहानूं कोई काला जादू हुंदा। याद एक बारी मैं छप्पड़ च डुੱਬ चलिया सी, तो फिर साडे लेखकां नूं अपणीआं किरतां वर्गा होना पेगा तां लोकां दा भरोसा ਸਾਹਿਤ ਵਿੱਚ बने। सत श्री अकाल, आदाब, नमस्कार दोस्तों, मैं दलजीत कुशल ਅੱਜ जिस अदबी शख्सियत ਨੂੰ ਤੁਹਾਡੀ ਨਜ਼ਰ ਕਰਨ ਜਾ ਰਿਹਾ ਉਹ ਸੂਖਮ, ਸੰਵੇਦਨਸ਼ੀਲ, ਸਮਰੱਥ ਅਤੇ ਸਥਾਪਿਤ ਸ਼ਾਇਰ ਹੀ ਨਹੀਂ ਸਗੋਂ ਸਮਕਾਲੀ ਪੰਜਾਬੀ ਗਜ਼ਲ ਦੀ ਬਿਹਤਰੀਨ ਉਦਾਹਰਨ ਵੀ ਨੇ, ਸਰਮਾਇਆ ਵੀ ਨੇ। ਉਹ ਆਖਦਾ ਹੈ ਕਿ ਤਪਾਇਆ ਦਿਲ ਤੇ ਲਫ਼ਜ਼ਾਂ ਨੂੰ ਲਾਲ ਕਰ ਦਿੱਤਾ, ਅਸੀਂ ਵੀ ਆਪਣਾ ਬਣਦਾ ਕਮਾਲ ਕਰ ਦਿੱਤਾ। ਸ਼ਾਇਰ ਦੇ ਤਪੇ ਹੋਏ ਦਿਲ ਦਾ ਆਲਮ ਥਲਾਂ ਵਿੱਚ ਮੌਨਸੂਨ ਆਉਣ ਵਰਗੀ ਪੁਸਤਕ ਪਾਣੀ ਦਾ ਹਾਸ਼ੀਆ ਵਿੱਚ ਦੇਖਿਆ ਜਾ ਸਕਦਾ ਹੈ। बेशक शायर का बयान ढंग मैं मूलक है, पर यह मैं सिर्फ शायर की निजी मैं ना होके समूह तक का सफ़र करती है। वैसे भी आख्या जाता है कि बंदे अंदर दो तरह के सुभाव कार्यशील होंगे हैं। पहला जो सोशल इंस्टीट्यूशनस वालों कंस्ट्रक्ट किया जाता है, दूसरा ह्यूमन नेचर होंदा है। ये मैं उन्होंने दोनों के विचकार संवाद का काम भी करती है, तनाव का काम भी करती है। मेरी मुराद पंजाबी के जाहीन शायर जनाब गुरतेज कोहार वाला साहब। ਤੁਹਾਡਾ ਵੀ ਬਹੁਤ ਸਵਾਗਤ ਕਿ ਤੁਸੀਂ ਇਹ ਖੇਚਲ ਕੀਤੀ ਕਿ ਅੱਜ ਮੇਰੇ ਨਾਲ ਤੁਸੀਂ ਗੱਲਬਾਤ ਕਰਨ ਲਈ ਪਹੁੰਚੇ ਹੋ ਔਰ ਤੁਹਾਡੇ ਚੈਨਲ ਲਈ ਮੇਰੀਆਂ ਬਹੁਤ ਸਾਰੀਆਂ ਦੁਆਵਾਂ ਤੇ ਉਮੀਦ ਹੈ ਕਿ ਤੁਸੀਂ ਪੰਜਾਬੀ ਸਾਹਿਤ ਔਰ ਅਦਬ ਲਈ ਬੜੇ ਲੰਮੇ ਸੰਵਾਦ ਦਾ ਇੱਕ ਸਿਲਸਿਲਾ ਜਾਰੀ ਰੱਖ ਸਕੋਗੇ। ਤੁਹਾਡਾ ਵੀ ਬਹੁਤ ਬਹੁਤ बहुत बहुत शुक्रिया। कोहार वाला साहब, ਇੱਕ ਪੜਾਅ ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ, ਚਾਹੇ ਉਹ ਚੰਗਾ ਹੋਵੇ ਚਾਹੇ ਮਾੜਾ ਹੋਵੇ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਆਇਆ, ਮੇਰੀ ਜ਼ਿੰਦਗੀ ਦੇ ਵਿੱਚ ਵੀ ਆਇਆ, ਆਪਣੇ ਫਾਦਰਸ ਦੀ ਜ਼ਿੰਦਗੀ ਦੇ ਵਿੱਚ ਵੀ ਆਉਂਦਾ ਵਾ। ਉਹ ਹੈ ਬਚਪਨ। ਆਪਣੇ ਬਚਪਨ ਬਾਰੇ ਸਾਨੂੰ ਕੁਝ ਤੇ ਬਚਪਨ ਦੀਆਂ ਯਾਦਾਂ ਬਾਰੇ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ। ਮੇਰਾ ਬਚਪਨ ਵੀ ਲਗਭਗ ਆਮ ਪੇਂਡੂ ਬੱਚਿਆਂ ਵਾਲਾ ਹੀ ਬਚਪਨ ਰਿਹਾ। ਉਹਦੇ ਵਿੱਚ ਬਹੁਤ ਕੋਈ ਐਸੀਆਂ ਖਾਸੀਅਤਾਂ ਨਹੀਂ ਰਹੀਆਂ ਜਿਸ ਤਰ੍ਹਾਂ ਦੇ ਵੀ ਆਮ ਸਾਡੇ ਪਿੰਡਾਂ ਦੇ ਬਚਪਨ ਹੁੰਦੇ ਸੀ ਔਰ ਖ਼ਾਸ ਤੌਰ 'ਤੇ ਸਾਡੀ ਵਾਲੀ ਪੀੜ੍ਹੀ ਜਿਹੜੀ ਖ਼ਾਸ ਕਿਸਮ ਦੀ ਪੇਂਡੂ ਰਹਿਤਲ ਔਰ ਸਾਰੀ ਇੱਕ ਰਹਿਤ ਮਰਿਆਦਾ ਦੇ ਵਿੱਚ ਮੈਂ ਕਹੂੰਗਾ ਰਹਿਣ ਵਾਲੀ ਸੀ। ਉਸ ਤਰ੍ਹਾਂ ਦਾ ਮੇਰਾ ਬਚਪਨ ਰਿਹਾ। ਅਤੇ ਸੁਭਾਅ ਦੇ ਪੱਖੋਂ ਮੈਂ ਬਹੁਤ ਜ਼ਿਆਦਾ ਕੋਈ ਸ਼ਰਾਰਤੀ ਨਹੀਂ ਸੀ। ਪਹਿਲਾਂ ਤੋਂ ਹੀ ਮੇਰਾ ਥੋੜ੍ਹਾ ਜਿਹਾ ਚੁੱਪ ਰਹਿਣਾ ਜਾਂ ਇੱਕ ਤਰ੍ਹਾਂ ਮੈਂ ਬੱਚਾ ਅਤੇ ਉਸੇ ਤਰ੍ਹਾਂ ਦਾ ਮੇਰਾ ਸੁਭਾਅ ਤਕਰੀਬਨ ਹੁਣ ਤੱਕ ਵੀ ਰਿਹਾ। ਅਤੇ ਛੋਟੀਆਂ ਮੋਟੀਆਂ ਹੋਰ ਜਿਹੜੀਆਂ ਸ਼ਰਾਰਤਾਂ ਜਾਂ ਇਸ ਤਰ੍ਹਾਂ ਦੀਆਂ ਅਣਗਹਿਲੀਆਂ ਬਚਪਨਾਂ 'ਚ ਹੁੰਦੀਆਂ ਉਹ ਵੀ ਮੇਰੇ ਜੀਵਨ ਵਿੱਚ ਆਉਂਦੀਆਂ ਰਹੀਆਂ। ਇੱਕ ਦੋ ਘਟਨਾਵਾਂ ਐਸੀਆਂ ਯਾਦ, ਇੱਕ ਵਾਰੀ ਮੈਂ ਛੱਪੜ 'ਚ ਡੁੱਬ ਚੱਲਿਆ ਸੀ, ਪਸ਼ੂਆਂ ਨੂੰ ਨਹਾਉਣ ਗਏ ਅਤੇ ਮੇਰੀਆਂ ਚੱਪਲਾਂ ਉਹਦੇ ਵਿੱਚ ਰੁੜ ਚੱਲੀਆਂ ਸੀ ਅਤੇ ਮੈਨੂੰ ਫਿਰ ਡਰ ਸੀ ਕਿ ਘਰੋਂ ਮਾਰ ਪੈਣੀ ਕਿ ਚੱਪਲਾਂ ਗੁਆ ਲਈਆਂ। ਮੈਂ ਚੱਪਲਾਂ ਨੂੰ ਫੜਦਾ ਕਾਫੀ ਉਹਦੇ ਵਿੱਚ ਚਲਾ ਗਿਆ ਸੀ। ਇਹ ਮੇਰੀ ਯਾਦ ਹੈ। ਇੱਕ ਹੋਰ ਮੈਨੂੰ ਬਚਪਨ ਦੀ ਯਾਦ ਹੈ ਕਿ ਸਾਡੇ ਪਿੰਡ ਕੋਈ ਬਾਰਾਤ ਆਈ ਹੋਈ ਸੀ ਅਤੇ ਉਸ ਜ਼ਮਾਨੇ 'ਚ ਹੁਣ ਵਾਂਗੂ ਜਿਹੜੇ ਫਲ ਫਰੂਟ ਜਾਂ ਠੰਡਾ ਤੱਤਾ ਇਸ ਤਰ੍ਹਾਂ ਨਹੀਂ ਮਿਲਦਾ ਸੀ ਅਤੇ ਉਹ ਧਰਮਸ਼ਾਲਾ ਜਿੱਥੇ ਉਹ ਬਰਾਤ ਉਤਰੀ ਹੋਈ ਸੀ, ਅਸੀਂ ਫਿਰ ਉਹ ਸਕੂਲ ਦੇ ਨਾਲ ਸੀ ਅਤੇ ਉੱਥੋਂ 3-4 ਅਸੀਂ ਮੁੰਡੇ ਮਿਲ ਕੇ ਉਹ ਜਿਹੜੀਆਂ ਸੋਡੇ ਦੀਆਂ ਬੋਤਲਾਂ ਸੀ ਉਹ ਮੋਰੀ ਵਿੱਚ ਦੀ ਅਸੀਂ ਕੱਢ ਕੇ ਲੈ ਗਏ ਅਤੇ ਬਾਹਰ ਜਾ ਕੇ ਪਿੰਡ ਦੀਆਂ ਰੌਣਾਂ 'ਚ ਉਹ ਤੱਤੇ ਹੀ ਅਸੀਂ ਠੰਡੇ ਪੀ ਗਏ। ਮਤਲਬ ਉਹ ਗਰਮੀ ਪੈ ਸੀ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਤਕਰੀਬਨ ਹਰ ਬਹੁਤ ਸਾਰੀ ਜਿਹੜੀ ਸਾਡੀ ਮੇਰੀ ਜਨਰੇਸ਼ਨ ਵੀ ਹੈ। ਤੁਸੀਂ ਵਿਆਹ ਅਟੈਂਡ ਕੀਤੇ ਹੋਣਗੇ ਕਿ ਪਿੰਡ ਦੇ ਵਿੱਚ ਬਿਨਾਂ ਬੁਲਾਏ ਮਹਿਮਾਨ ਕਿਸੇ ਵਿਆਹ ਦੇ ਬਣੇ? ਹਾਂ, ਨਹੀਂ ਇਹ ਨਹੀਂ ਬਸ ਆ ਮੇਰੀ ਆਹ ਸਮਝੋ ਮੇਰੀ ਵਿਆਹ ਦੇ ਵਿੱਚ ਸ਼ਮੂਲੀ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਆਪਣੇ ਤਰੀਕੇ ਦੀ। ਅਤੇ ਉਹ ਖੈਰ ਕਿਉਂਕਿ ਜਿਵੇਂ ਮੇਰੇ ਪਿਤਾ ਜੀ, ਉਹਨਾਂ ਦਾ ਜ਼ਿਕਰ ਆਪਾਂ ਅੱਗੋਂ ਵੀ ਗੱਲਾਂ ਦੇ ਵਿੱਚ ਕਰਾਂਗੇ। ਉਹ ਮਤਲਬ ਇੱਕ ਤਰ੍ਹਾਂ ਸਖਤ ਸੁਭਾਅ ਜਿਵੇਂ ਸਾਰੇ ਪਿਤਾ ਹੁੰਦੇ ਸੀ। ਮਤਲਬ ਹੁਣ ਸ਼ਾਇਦ ਮੇਰੇ ਬਾਰੇ ਵੀ ਮੇਰਾ ਬੇਟਾ ਐਵੇਂ ਸੋਚਦਾ ਹੋਵੇ ਕਿ ਮੈਂ ਵੀ ਉਸ ਤਰ੍ਹਾਂ ਦਾ ਹੀ
ਇੱਕ ਸਖਤ ਸੁਭਾਅ ਆਦਮੀ ਹੈ। ਹਾਲਾਂਕਿ ਹੁਣ ਅਸੀਂ ਕਾਫੀ ਸਾਰੀਆਂ ਚੀਜ਼ਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਮੇਰੀ ਜਿਹੜੀ ਇੱਕ ਸਾਰੀ ਤਰਬੀਅਤ ਜਾਂ ਇਸ ਤਰ੍ਹਾਂ ਸੀ, ਤੇ ਪਿਤਾ ਜੀ ਖੁਦ ਅਧਿਆਪਕ ਸੀ। ਉਹ ਸਾਰੇ ਦੇ ਵਿੱਚ ਫਿਰ ਮੈਂ ਤਕਰੀਬਨ ਇੱਕ ਬਹੁਤ ਅਨੁਸ਼ਾਸਨ ਦੇ ਵਿੱਚ ਹੀ ਜਿਹੜਾ ਮੇਰਾ ਬਚਪਨ ਵੀ। ਪਿਤਾ ਜੀ ਨਾਲ ਕੋਈ ਦੋਸਤਾਨਾ ਸੰਬੰਧ, ਜਿਵੇਂ ਆਮ ਇੱਕ ਕਿਸੇ ਖਾਸ ਮਿੱਤਰ ਨਾਲ ਆਪਣਾ ਹੁੰਦਾ ਵਾ? ਹਾਂ, ਨਹੀਂ, ਪਿਤਾ ਜੀ ਨਾਲ ਮੇਰੇ ਸੰਬੰਧ ਦੋਸਤਾਨਾ ਨਹੀਂ ਹੋ ਸਕੇ, ਕਿਉਂਕਿ ਆਮ ਤੌਰ ਤੇ ਜਿਹੜੀ ਸਾਡੀ ਜਨਰੇਸ਼ਨ ਹੈ ਉਸ ਸਮੇਂ ਜਿਹੜੇ ਪਿਤਾ ਹੁੰਦੇ ਸੀ ਉਹਨਾਂ ਦਾ ਇੱਕ ਖਾਸ ਕਿਸਮ ਦਾ ਅਕਸ ਹੁੰਦਾ ਸੀ, ਬਣਿਆ ਹੁੰਦਾ ਸੀ, ਜਿਹੜਾ ਤੁਸੀਂ ਪਿੱਛੋਂ ਵੀ ਵਿਰਾਸਤ 'ਚੋਂ ਵੀ ਕੈਰੀ ਕਰਦੇ ਹੋ। ਫਿਰ ਤੁਸੀਂ ਜਦੋਂ ਤੁਹਾਡੇ ਪਿਤਾ ਨਾਲ ਸੰਵਾਦ ਹੁੰਦਾ ਜਾਂ ਉਹਨਾਂ ਦੇ ਨਾਲ ਤੁਸੀਂ ਵਿਚਰਦੇ ਹੋ ਉਸ ਤਰ੍ਹਾਂ। ਤੇ ਮੇਰਾ ਆਪਣੇ ਪਿਤਾ ਜੀ ਨਾਲ ਮਤਲਬ ਉਸ ਤਰ੍ਹਾਂ ਦੋਸਤਾਨਾ ਨਹੀਂ ਸੁਭਾਅ ਬਣਿਆ। ਹਾਂ, ਮਤਲਬ ਇੱਕ ਮੈਨੂੰ ਭੈ ਵਾਲਾ ਉਹਨਾਂ ਦਾ ਹਮੇਸ਼ਾ ਰਿਹਾ, ਜਿਹੜਾ ਹੁਣ ਤੱਕ ਵੀ ਸ਼ਾਇਦ, ਹਾਲਾਂਕਿ ਹੁਣ ਘਟ ਗਿਆ ਉਹਨਾਂ, ਪਰ ਇੱਕ ਰਿਸ਼ਤਾ ਉਸ ਤਰ੍ਹਾਂ ਦਾ ਹੀ ਮੇਰਾ ਆਪਣਾ ਪਿਤਾ ਡਰ ਜੀ ਤਾਂ ਨਾਲ। ਹੁਣ ਵੀ ਲੱਗਦਾ ਉਹ ਕਹਾਰ ਵਾਲਾ ਸਭ? ਹਾਂ, ਹੁਣ ਵੀ ਉਹਨਾਂ ਦਾ ਸੁਭਾਅ ਮੈਂ ਵੇਖਿਆ ਕਿ ਹਾਂ, ਉਹ ਡਰ, ਥੋੜ੍ਹਾ ਜਿਹਾ ਹਾਂ ਹੁਣ ਚਲੋ ਡਰ ਹੁਣ ਉਸ ਕਿਸਮ ਦੇ ਨਹੀਂ, ਭੈ ਭੀਤ ਕਰਨ ਵਾਲੇ ਨਹੀਂ ਹੈ, ਪਰ ਹੁਣ ਮਤਲਬ ਹੋਰ ਤਰ੍ਹਾਂ ਦੇ ਬਿਲਕੁਲ ਡਰ ਜਿਹੜੇ ਕਹਿ ਲਓ। ਕਿਤੇ ਹਰਮੰਦਰ ਕੁਹਾਰ ਵਾਲਾ ਸਾਹਿਬ ਤੁਹਾਨੂੰ ਤੁਹਾਡੇ ਬਚਪਨ ਵਿੱਚ ਆਪਣੀ ਗਜ਼ਲ ਸੁਣਾਉਂਦੇ ਹੋਣ ਜਾਂ ਆਪਣੀ ਸ਼ਾਇਰੀ ਦੇ ਨਾਲ ਮੁਖਾਤਿਬ ਕਰਾਉਂਦੇ ਹੋਣ? ਇਹ ਦਿਲਜੀਤ ਬਹੁਤ ਦਿਲਚਸਪ ਹੈ ਸਵਾਲ। ਅਮੂਮਨ ਬਹੁਤ ਵਾਰੀ ਮਤਲਬ ਮੈਨੂੰ ਕਈ ਥਾਵਾਂ 'ਤੇ ਉਹ ਪੁੱਛਿਆ ਜਾਂਦਾ ਕਿ ਜਿਹੜੀ ਕਵਿਤਾ ਦੀ ਵਿਰਾਸਤ ਹੈ ਉਹ ਤੁਹਾਨੂੰ ਘਰ ਵਿੱਚੋਂ ਮਿਲੀ ਹੈ ਨਾ। ਇਹ ਮਤਲਬ ਕਾਫੀ ਹੱਦ ਤੱਕ ਇਹ ਠੀਕ ਹੈ ਗੱਲ, ਕਿਉਂਕਿ ਜਿਹੜੀਆਂ ਕਿਤਾਬਾਂ ਜਾਂ ਸਾਹਿਤ ਪੜ੍ਹਨ ਵੱਲ ਜਾਂ ਜਿਸ ਕਿਸਮ ਦੀ ਇੱਕ ਵਿਚਾਰਧਾਰਕ ਪਰਵਰਿਸ਼ ਹੁੰਦੀ ਉਹ ਮੈਨੂੰ ਜ਼ਰੂਰ ਘਰ 'ਚੋਂ ਮਿਲੀ। ਸਾਡਿਓਂ ਪਿਤਾ ਜੀ ਮੇਰੇ ਮਤਲਬ ਲੋਕ ਪੱਖੀ ਟ੍ਰੇਡ ਯੂਨੀਅਨਿਸਟ ਰਹੇ ਔਰ ਉਹ ਕੰਮ ਕਰਦੇ ਰਹੇ ਸਾਰਾ। ਉਹ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਸਸਪੈਂਸ਼ਨ ਵੀ ਝੱਲਣੀ ਪਈ ਐਮਰਜੈਂਸੀ ਵੇਲੇ, ਜੇਲ੍ਹ ਵਿੱਚ ਵੀ ਜਾਣਾ ਪਿਆ। ਉਹ ਸਾਰੀਆਂ ਚੀਜ਼ਾਂ ਫਿਰ ਤੁਹਾਨੂੰ ਇੱਕ ਖਾਸ ਕਿਸਮ ਦਾ ਬੰਦਾ ਤਾਂ ਬਣਾਉਂਦੀਆਂ। ਪਰ ਜਿੱਥੇ ਤੱਕ ਸ਼ਾਇਰੀ ਦਾ ਤਾਲੁਕ ਹੈ, ਮੈਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਵੀ ਸ਼ਾਇਰੀ ਕਰਦੇ ਆ। ਹਾਂ, ਕਿਉਂਕਿ ਇਹਨਾਂ ਨੇ ਬਹੁਤ ਆਪਣੀ ਚੀਜ਼ਾਂ ਪ੍ਰਕਾਸ਼ਿਤ ਨਹੀਂ ਉਸ ਸਮੇਂ ਕੀਤੀਆਂ। ਥੋੜ੍ਹੀਆਂ ਬਹੁਤੀਆਂ ਜਿਹੜੀਆਂ ਚੀਜ਼ਾਂ ਲਿਖਦੇ ਸੀ ਫਿਰ ਆਪਣੇ ਤੱਕ ਇਹਨਾਂ ਦੇ ਸੀਮਤ ਸੀ। ਮੈਨੂੰ ਸ਼ਾਇਦ ਕੋਈ ਇੱਕ ਅੱਧੀ ਕੋਈ ਨਜ਼ਮ ਇਹਨਾਂ ਦੀ ਬਚਪਨ ਜਾਂ ਮਤਲਬ ਚੜ੍ਹਦੀ ਜਵਾਨੀ ਵੇਲੇ ਯਾਦ ਹੋਵੇ। ਇਹਨਾਂ ਦੀ ਜ਼ਿਆਦਾ ਸਰਗਰਮੀ ਹੈ ਉਹ ਫਿਰ ਰਿਟਾਇਰਮੈਂਟ ਤੋਂ ਬਾਅਦ ਹੁੰਦੀ ਹੈ। ਮਤਲਬ ਵੀ ਇੱਕ ਤਰੀਕੇ ਨਾਲ ਅਸੀਂ ਫਿਰ ਉਹ ਸਮਕਾਲੀਆਂ ਵਾਂਗੂ ਵੀ ਲਿਖਦੇ ਰਹੇ। ਮਤਲਬ ਹਾਲਾਂਕਿ ਪਾਪਾ ਜੀ ਦਾ ਜਿਹੜਾ ਮੁਹਾਵਰਾ ਹੈ ਉਹਨਾਂ ਦਾ ਆਪਣਾ ਇੱਕ ਤਰੀਕਾ, ਅਤੇ ਇਸ ਕਰਕੇ ਮੈਨੂੰ ਉਹ ਬਚਪਨ 'ਚ ਉਸ ਤਰ੍ਹਾਂ ਦੀ ਨਹੀਂ ਕੋਈ ਬਈ ਤਰਬੀਅਤ ਮੈਨੂੰ ਉਹਨਾਂ 'ਚੋਂ ਸ਼ਾਇਰੀ ਕੋਈ ਸੁਣਨ ਦਾ ਮੌਕਾ ਮਿਲਿਆ ਹੋਵੇ ਜਾਂ ਹੋਵੇ। ਜਾਣੀ ਕਿ ਮੈਂ ਸੋਚਦਾ ਕਿ ਤੁਹਾਨੂੰ ਸ਼ਾਇਰੀ ਜਬਰੀ ਠੋਸੀ ਨਹੀਂ ਗਈ, ਜਾਣੀ ਕਿ ਨੈਚੁਰਲ ਤਰੀਕੇ ਨਾਲ ਤੁਹਾਡੇ ਵਿੱਚ ਪ੍ਰੋਡਿਊਸ ਹੋਈ ਆ। ਬਸ ਹਾਂ, ਕਿਉਂਕਿ ਮੈਨੂੰ 10ਵੀਂ ਤੱਕ ਵੀ ਅੰਦਾਜ਼ਾ ਨਹੀਂ ਸੀ ਕਿ ਮੈਂ ਮਤਲਬ ਸ਼ਾਇਰ ਬਣਨਾ। ਮੇਰਾ ਦੂਸਰਾ ਕੁਐਸਚਨ ਇਹੀ ਸੀ ਕਿ ਤੁਸੀਂ ਜਿਹੜਾ ਸ਼ਾਇਰੀ ਨੇ ਤੁਹਾਡੇ ਵੱਲ ਜਾਂ ਤੁਸੀਂ ਸ਼ਾਇਰੀ ਵੱਲ ਕਦਮ, ਉਹ ਕਿਹੜੇ ਪਲ ਸੀ ਜਦੋਂ ਤੁਹਾਨੂੰ ਲੱਗਿਆ ਕਿ ਮੈਂ ਸ਼ਾਇਰੀ ਵੱਲ ਵੱਧ ਰਿਹਾ, ਸ਼ਾਇਰੀ ਮੇਰੇ ਵੱਲ ਵੱਧ ਰਹੀ ਹੈ? ਦੋਨਾਂ 'ਚ ਇਹ ਬਸ ਇਹ ਦਲਜੀਤ ਲਗਭਗ ਉਹੀ ਜਿਹੜੀ ਮੈਂ ਹੁਣੇ ਗੱਲ ਕੀਤੀ ਕਿ 10ਵੀਂ ਤੱਕ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਮੈਂ ਸ਼ਾਇਰੀ ਵੱਲ ਵੀ ਜਾ ਸਕਦਾ। ਪਰ ਜਦੋਂ ਫਿਰ ਮੈਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਲਈ ਰੋਡੇ ਲੰਡੇ ਗੁਰੂ ਤੇਗ ਬਹਾਦਰ ਕਾਲਜ ਵਿੱਚ ਦਾਖਲ ਹੋਇਆ, ਤਾਂ ਉੱਥੇ ਫਿਰ ਸਮਝੋ ਵੀ ਕਵਿਤਾ ਦਾ ਮੇਰੇ ਨਾਲ ਜਿਹੜਾ ਮੇਲ ਦਾ ਇੱਕ ਮਾਹੌਲ ਬਣਿਆ। ਕਾਰਨ ਇਹ ਸੀ ਕਿ ਜਿਹੜੀ ਇੰਜੀਨੀਅਰਿੰਗ ਦੀ ਪੜ੍ਹਾਈ ਸੀ ਉਹ ਬਹੁਤ ਮੈਨੂੰ ਔਖੀ ਲੱਗਦੀ ਸੀ। ਮੇਰੇ ਸੁਭਾਅ ਨਾਲ ਬਿਲਕੁਲ ਉਹਦਾ ਕੋਈ ਤਾਲਮੇਲ ਨਹੀਂ ਬਣਦਾ ਸੀ, ਅਤੇ ਕਾਫੀ ਸਾਰੇ ਸਬਜੈਕਟ ਵਿੱਚੋਂ ਮੈਂ ਲਗਾਤਾਰ ਫੇਲ ਹੁੰਦਾ ਰਿਹਾ। ਤਾਂ ਇੱਕ ਖਾਸ ਕਿਸਮ ਦੀ ਕਹਿ ਲਓ ਉਦਾਸੀ ਜਾਂ ਜਿਹੜੀ ਅਸਫਲਤਾ ਹੁੰਦੀ ਹੈ ਉਹ ਤੁਹਾਡੇ ਅੰਦਰ ਘਰ ਕਰਕੇ ਫਿਰ ਇੱਕ ਜ਼ਮੀਨ ਤਿਆਰ ਕਰਦੀ ਹੈ ਕਿ ਤੁਸੀਂ ਕਿਸੇ ਐਸੀ ਕਲਾ ਵੱਲ ਆਓ। ਦੂਜਾ ਇਹਦਾ ਪਹਿਲੂ ਇਹ ਸੀ ਕਿ ਜਿਹੜੀ ਪੰਜਾਬ ਦੀ ਨਕਸਲਵਾੜੀ ਲਹਿਰ ਸੀ ਉਹ ਹਾਲਾਂਕਿ ਉਤਰ ਚੁੱਕੀ ਸੀ ਉਸ ਜ਼ਮਾਨੇ ਵਿੱਚ, ਪਰ ਉਹਦੇ ਜਿਹੜੇ ਸਮਾਜਿਕ ਤੌਰ 'ਤੇ ਸਰਗਰਮੀ ਦੇ ਕੁਝ ਕੇਂਦਰ ਸੀ ਜਾਂ ਉਹਦੀਆਂ ਕੁਝ ਗਤੀਵਿਧੀਆਂ ਸੀ ਉਹ ਸਾਡੇ ਆਲੇ ਦੁਆਲੇ ਚੱਲ ਰਹੀਆਂ ਸੀ, ਜਿਸ ਤਰ੍ਹਾਂ ਦੇ ਉਸ ਸਮੇਂ ਕਾਲਜਾਂ ਵਿੱਚ ਹੁੰਦੀਆਂ ਸੀ। ਤਾਂ ਉੱਥੇ ਫਿਰ ਗੁਰੂ ਤੇਗ ਬਹਾਦਰ ਕਾਲਜ ਰੋਡੇ ਲੰਡੇ ਦੇ ਵਿੱਚ ਜਿਹੜੇ ਆਪਣੇ ਸ਼ਾਇਰ ਨੇ ਜਸਵਿੰਦਰ, ਇਹ ਮੇਰੇ ਤੋਂ 2 ਸਾਲ ਅੱਗੇ ਪੜ੍ਹਦੇ ਸੀ। ਉੱਥੇ ਫਿਰ ਵਿਕਰ ਐਸ਼ੀ ਜਿਹੜੇ ਧਰਮ ਕੰਮੈਣਾ ਉਹਨਾਂ ਦੇ ਵੱਡੇ ਬ੍ਰਦਰ ਨੇ, ਇਹ ਆਉਂਦੇ ਸੀ। ਹੋਰ ਇਸ ਤਰ੍ਹਾਂ ਮਤਲਬ ਜਿਹੜੇ ਸ਼ਾਇਰਨੁਮਾ ਲੀਡਰ ਸੀ ਉਹਨਾਂ ਦਾ ਆਉਣਾ ਜਾਣਾ ਸੀ। ਉਹਨਾਂ ਨੂੰ ਦੇਖ ਕੇ ਫਿਰ ਮੈਨੂੰ ਲੱਗਿਆ ਕਿ ਮਾਹੌਲ ਹਵੇਂ ਅਸੀਂ ਇਹਨਾਂ ਨੂੰ ਦੂਰੋਂ ਦੇਖਦੇ ਸੀ, ਅਸੀਂ ਕਿਉਂਕਿ ਪਹਿਲੇ ਸਾਲਾਂ 'ਚ ਸੀਗੇ, ਅਤੇ ਉਹ ਸਾਰੇ 3 ਸਾਲ ਦੇ ਵਕਫੇ ਦੌਰਾਨ ਫਿਰ ਇਹਨਾਂ ਨੂੰ ਦੇਖਦਿਆਂ ਹੋਇਆ ਮਨ 'ਚ ਲੱਗਿਆ ਵੀ ਇਹ ਖਾਸ ਬੰਦੇ ਆ, ਇਹਨਾਂ ਵਰਗੇ ਬਣਨਾ ਚਾਹੀਦਾ। ਅਕਸਰ ਸੋਚਿਆ ਜਾਂਦਾ ਮਤਲਬ ਉਹਨਾਂ ਵਰਗੇ ਬਣਨ ਦੀ ਅਰਜ਼ ਵਿੱਚੋਂ
ਤੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਸ਼ਾਇਦ ਕੋਈ ਉਹ ਚੀਜ਼ਾਂ ਤੁਹਾਡੇ ਅੰਦਰ ਬਣਨੀਆਂ ਸ਼ੁਰੂ ਹੋ ਗਈਆਂ ਸੀ 1-2 ਸਾਲਾਂ ਦੇ ਵਕਫੇ 'ਚ, ਤੇ ਉਸ ਦੌਰਾਨ ਫਿਰ ਮੈਂ ਉਸ ਕਵਿਤਾ ਵੱਲ ਆਇਆ। ਤੇ ਉਹ ਜਿਹੜੀਆਂ ਮੈਨੂੰ ਪਹਿਲੀ ਕੋਈ ਹੁਣ ਮੈਨੂੰ ਬਹੁਤੀ ਯਾਦ ਤਾਂ ਨਹੀਂ ਹੈ, ਪਰ ਇੱਕ ਅੱਧੀ ਕੋਈ ਮੈਂ ਸ਼ਾਇਦ ਰਚਨਾ ਇਸ ਤਰ੍ਹਾਂ ਲਿਖੀ ਕਿ ਸ਼ਹੀਦ ਦਾ ਮਾਂ ਦੇ ਨਾਂ ਆਖਰੀ ਸੁਨੇਹਾ, ਕਿਉਂਕਿ ਉੱਥੇ ਐਵੇਂ ਕੋਈ ਕਿਸਾਨ ਆਗੂ ਦੀ ਥਾਣੇ ਵਿੱਚ ਲਿਆ ਕੇ ਹੱਤਿਆ ਕਰ ਦਿੱਤੀ ਗਈ। ਫਿਰ ਉਹ ਅੰਦੋਲਨ ਵਿੱਚ ਅਸੀਂ ਸਾਰੇ ਵਿਦਿਆਰਥੀ ਵੀ ਉੱਥੇ ਜਾ ਕੇ ਬਾਘਾ ਪੁਰਾਣਾ ਦੇ ਥਾਣੇ ਵਿੱਚ ਜਾ ਕੇ ਸ਼ਾਮਲ ਹੋਏ। ਤਾਂ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਇੱਕ ਮਤਲਬ ਉਸ ਨਕਸਲਵਾੜੀ ਲਹਿਰ ਦਾ ਉਤਾਰ ਚੱਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ, ਉਸ ਸਮੇਂ ਦੌਰਾਨ ਇੱਕ ਤਰੀਕੇ ਨਾਲ ਮੈਂ ਕਵਿਤਾ ਦੇ ਵੱਲ ਆਇਆ। ਤੇ ਕਵਿਤਾ ਦਾ ਬਹੁਤ ਸਾਰੇ ਹੋਰ ਵੀ ਰੂਪ ਸੀਗੇ। ਖੁੱਲ੍ਹੀ ਕਵਿਤਾ ਦਾ ਦੌਰ ਚੱਲ ਰਿਹਾ ਸੀਗਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਪਾਸ਼ ਵਰਗੇ ਨਕਸਲਵਾੜੀ ਲਹਿਰ ਨਾਲ ਜੁੜੇ ਹੋਏ ਸੀਗੇ। ਉਸ ਤੋਂ ਬਾਅਦ ਹੋਰ ਵੀ ਰੂਪ ਆ ਗਜ਼ਲ ਦੇ ਸਾਹਿਤ ਦੇ, ਜਿਵੇਂ ਕਿ ਨਾਟਕ ਹੋ ਗਿਆ, ਨਾਵਲ ਹੋ ਗਿਆ, ਨਿੱਕੀ ਛੋਟੀ ਕਹਾਣੀ ਹੋ ਗਈ। ਇਹਦੇ ਵਿੱਚੋਂ ਤੁਸੀਂ ਗਜ਼ਲ ਦੀ ਚੋਣ ਕਰਨ ਦਾ ਕੋਈ ਉਚੇਚ ਕੀਤਾ? ਇਹਦੇ ਪਿੱਛੇ ਕੋਈ ਵੱਡਾ ਕਾਰਨ? ਮੇਰਾ ਖਿਆਲ ਜਦੋਂ ਵੀ ਤੁਸੀਂ ਮਤਲਬ ਇੱਕ ਚੜ੍ਹਦੀ ਉਮਰ 'ਚ ਲਿਖਣਾ ਜਾਂ ਕੁਛ ਕ੍ਰੀਏਟ ਕਰਨਾ ਸ਼ੁਰੂ ਕਰਦੇ ਹੋ ਤਾਂ ਇਸ ਤਰ੍ਹਾਂ ਦੇ ਜਿਹੜੇ ਰੂਪ ਨੇ ਜਾਂ ਉਹਨਾਂ ਬਾਰੇ ਤੁਹਾਨੂੰ ਬਹੁਤ ਜ਼ਿਆਦਾ ਸੁਚੇਤ ਸਮਝ ਨਹੀਂ ਉਹਨਾਂ ਬਾਰੇ ਹੁੰਦੀ। ਤੇ ਮੇਰੀ ਜਿਹੜੀ ਮਤਲਬ ਗੱਲ ਹੁਣੇ ਆਪਾਂ ਕਰ ਰਹੇ ਸੀ ਨਕਸਲਵਾੜੀ ਲਹਿਰ ਦੀ ਜਾਂ ਕਵਿਤਾ ਦੀ, ਉਹਦੇ ਹਾਲਾਂਕਿ ਵੱਡੇ ਕਵੀ ਪਾਸ਼ ਵਰਗੇ ਕਵੀ ਹੋਏ, ਪਰ ਮੈਨੂੰ ਪਾਸ਼ ਦਾ ਨਹੀਂ ਉਸ ਸਮੇਂ ਤੱਕ ਪਤਾ ਸੀ। ਪਾਸ਼ ਨੂੰ ਮੈਂ ਬਹੁਤ ਬਾਅਦ ਵਿੱਚ ਜਾ ਕੇ ਪੜ੍ਹਿਆ। ਤੇ ਇੱਕ ਸਾਡੀ ਜਿਹੜੀ ਜਨਰੇਸ਼ਨ ਸੀ ਉਸ ਸਮੇਂ ਸ਼ਿਵ ਕੁਮਾਰ ਵੀ ਬਹੁਤ ਪ੍ਰਭਾਵਿਤ ਕਰਦੇ ਸੀ। ਸ਼ਿਵ ਕੁਮਾਰ ਨੂੰ ਮੈਂ ਬਹੁਤ ਬਾਅਦ ਵਿੱਚ ਜਾ ਕੇ ਜਾਣਿਆ। ਤੇ ਜਿਹੜੇ ਪਹਿਲੇ ਕਵੀ ਮੈਨੂੰ ਚੰਗੇ ਲੱਗੇ ਉਸ ਸਮੇਂ ਜਦੋਂ ਮੈਂ ਆਪਣਾ ਰੋਡੇ ਲੰਡੇ ਦੇ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ, ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ। ਇਹਨਾਂ ਦੀ ਕਵਿਤਾ ਮੈਨੂੰ ਪਸੰਦ ਆਈ ਤੇ ਸ਼ਾਇਦ ਇਹ ਦੋਵੇਂ ਕਵੀ ਗਜ਼ਲ ਲਿਖ ਰਹੇ ਸੀ ਤੇ ਇਉਂ ਅਚੇਤ ਤੌਰ ਤੇ ਫਿਰ ਮੇਰੇ ਕੋਲੋਂ ਗਜ਼ਲ ਦੇ ਰੂਪ ਦੀ ਚੋਣ ਹੋਈ। ਇਹਦੇ 'ਚ ਮੇਰੀ ਕੋਈ ਸੁਚੇਤ ਚੋਣ ਨਹੀਂ ਹੈ ਕਿ ਮੈਂ ਮਤਲਬ ਗਜ਼ਲ ਵਾਲੇ ਪਾਸੇ ਆਉਣਾ ਜਾਂ ਇਸ ਤਰ੍ਹਾਂ। ਫਿਰ ਫਾਦਰ ਸਾਹਿਬ ਤੋਂ ਦੀ ਰੂਪਕ ਪੱਖ ਨਾਲ ਤਵਾਰਫ ਹੋਇਆ ਤੁਹਾਡਾ ਕਿ ਤੁਸੀਂ ਅਚੇਤ ਰੂਪ ਵਿੱਚ ਹੀ ਉਹ ਰੂਪਕ ਪੱਖ ਨੂੰ ਆਪਦੇ ਅੰਦਰ ਸਮਾ ਲਿਆ? ਇੱਕ ਰਵਾਨੀ ਨਹੀਂ, ਮੈਂ ਜਿਵੇਂ ਸ਼ੁਰੂ 'ਚ ਦੱਸ ਚੁੱਕਾ ਕਿ ਪਿਤਾ ਜੀ ਨਾਲ ਮੇਰਾ ਕੋਈ ਇਸ ਤਰ੍ਹਾਂ ਦਾ ਜਿਹੜੀ ਰਚਨਾਤਮਕ ਸਾਡੀ ਸਰਗਰਮੀ ਆ ਉਹਦਾ ਕੋਈ ਸੰਵਾਦ ਨਹੀਂ ਰਿਹਾ। ਕੋਈ ਮਤਲਬ ਮੈਨੂੰ ਨਹੀਂ ਯਾਦ ਕਿ ਅਸੀਂ ਕੋਈ ਬੈਠ ਕੇ ਕੋਈ ਇਸ ਵਿਸ਼ੇ 'ਤੇ ਕਦੇ ਗੱਲਬਾਤ ਕੀਤੀ ਜਾਂ ਇਸ ਤਰ੍ਹਾਂ। ਤਾਂ ਉਹ ਫਿਰ ਤੁਸੀਂ ਆਪਣੇ ਤੌਰ 'ਤੇ ਜਿਹੜਾ ਪ੍ਰਭਾਵ, ਜਿਵੇਂ ਮੈਂ ਦੱਸਿਆ ਕਿ ਮੈਂ 2 ਸ਼ਾਇਰਾਂ ਤੋਂ ਇਹ ਪ੍ਰਭਾਵ ਲਏ ਮੁੱਢਲੇ, ਤਾਂ ਇਸ ਤਰ੍ਹਾਂ ਜਿੰਨੀ ਕੁ ਰੂਪ ਦੀ ਸਮਝ ਬਣਦੀ ਸੀ ਮੈਨੂੰ ਹੁਣ ਤੱਕ ਵੀ ਮਤਲਬ ਰੂਪ ਬਾਰੇ ਕੋਈ ਦਾਅਵਾ ਨਹੀਂ ਹੈ ਕਿ ਮੈਂ ਗਜ਼ਲ ਬਾਰੇ ਕੋਈ ਬਹੁਤੀਆਂ ਚੀਜ਼ਾਂ ਜਾਣਦਾ। ਮੈਨੂੰ ਬੁਨਿਆਦੀ ਉਹਦਾ ਸੰਗੀਤ ਪਤਾ ਤੇ ਉਹਨੇ ਕੁ ਨਾਲ ਮੇਰਾ ਕੰਮ ਚੱਲੀ ਜਾਂਦਾ। ਮੇਰਾ ਉਸ ਕਿਸਮ ਦਾ ਰੁਝਾਨ ਵੀ ਨਹੀਂ ਕਿ ਮੈਂ ਬਹੁਤ ਕੋਈ ਉਹਦੇ ਰੂਪ ਉੱਤੇ ਦਾਅਵਾ ਕਰਾਂ ਜਾਂ ਕੁਛ ਉਸ ਨੂੰ ਦੱਸਾਂ। ਕੁਹਾਰਾਲਾ ਸਾਹਿਬ, ਇੱਕ ਬੜਾ ਭਾਵੁਕ ਜਿਹਾ ਕੁਐਸਚਨ ਪੁੱਛ ਰਿਹਾ ਮੈਂ ਕਿ ਬਹੁਤ ਵਾਰੀ ਤੁਸੀਂ ਸਟੇਜ 'ਤੇ ਚੜ੍ਹ ਰਹੇ ਹੁੰਦੇ ਆ ਕਵਿਤਾ ਪੜ੍ਹਨ ਲਈ, ਮੈਂ ਅੱਖੀ ਦੇਖਿਆ ਇਹ ਹਾਲ ਆ ਕਿ ਥੱਲੇ ਵੱਡੇ ਕੁਹਾਰਾਲਾ ਸਾਹਿਬ ਬੈਠੇ ਹੁੰਦੇ, ਹਰਮੰਦਰ ਕੁਹਾਰਾਲਾ ਜੀ। ਤੁਸੀਂ ਕਵਿਤਾ ਪੜ੍ਹ ਰਹੇ ਹੁੰਦੇ ਆ ਤੇ ਜਦੋਂ ਤੁਹਾਨੂੰ ਤੁਹਾਡੇ ਪਿਤਾ ਜੀ ਵੱਲੋਂ ਦਾਤ ਮਿਲਦੀ ਹੈ, ਕਿੱਦਾਂ ਦਾ ਮਹਿਸੂਸ ਹੁੰਦਾ? ਉਹ ਇੱਕ ਤਰ੍ਹਾਂ ਦਾ ਵੈਸੇ ਤਾਂ ਬਹੁਤ ਘੱਟ ਮੌਕੇ ਹੋਏ, ਮੈਨੂੰ ਲੱਗਦਾ ਸ਼ਾਇਦ ਕੋਈ ਪੂਰੀ ਮੇਰੇ ਲਿਖਣ ਦੇ ਸਫ਼ਰ 'ਚ ਕੋਈ 3-4 ਮੌਕੇ ਹੋਣੇ ਆ ਕਿ ਅਸੀਂ ਮਤਲਬ ਇੱਕ ਥਾਂ 'ਤੇ ਮੈਂ ਤੇ ਮੇਰੇ ਪਿਤਾ ਜੀ ਇਕੱਠੇ ਹੋਈਏ, ਉਹ ਬੈਠੇ ਸੁਣ ਰਹੇ ਹੋਣ ਤੇ ਉਹ ਫਿਰ ਜਦੋਂ ਪੜ੍ਹਦਿਆਂ ਹੋਏ ਉਹਨਾਂ ਨੂੰ ਕੋਈ ਚੀਜ਼ ਚੰਗੀ ਲੱਗਦੀ, ਉਹਨਾਂ ਦੇ ਜਿਹੜਾ ਚਿਹਰੇ 'ਤੇ ਭਾਵ ਆਉਂਦਾ ਉਹ ਦੇਖਦਿਆਂ ਅੱਛਾ ਵੀ ਲੱਗਦਾ। ਪਰ ਮੈਂ ਜਿਵੇਂ ਦੱਸਿਆ ਕਿ ਜਿਹੜਾ ਇੱਕ ਤਰ੍ਹਾਂ ਦਾ ਸਾਡਾ ਸੰਬੰਧ ਉਹ ਇੱਕ ਝਿਜਕ ਵਾਲਾ ਰਿਹਾ, ਉਹ ਵੀ ਫਿਰ ਉਸ 'ਤੇ ਭਾਰੂ ਹੁੰਦਾ ਮੈਨੂੰ। ਉਹ ਫਿਰ ਮੈਂ ਬਹੁਤ ਸਹਿਜ ਨਹੀਂ ਉਦੋਂ ਮਹਿਸੂਸ ਕਰਦਾ। ਤੇ ਅੱਜ ਕੱਲ੍ਹ ਤਾਂ ਫੇਸਬੁੱਕ, ਵਟਸਐਪ ਜਾਂ ਯੂਟਿਊਬ ਦਾ ਜ਼ਮਾਨਾ ਚੱਲ ਰਿਹਾ ਵਾ। ਹਾਂ, ਉੱਥੇ ਉਹ ਦੇਖ ਰਹੇ ਹੋਣਗੇ ਜਾਂ ਤੁਹਾਡੇ ਹਾਂ ਜ਼ਰੂਰ ਬੇਟਾ ਉਹ ਕਰਦੇ ਹੋਣਗੇ, ਪਰ ਸਾਡੀ ਇਸ ਤਰ੍ਹਾਂ ਦੀ ਉਹ ਬਹੁਤ ਅਜੇ ਕੋਈ ਇਵੇਂ ਸ਼ੇਅਰਿੰਗ ਹੋਈ ਨਹੀਂ। ਮਤਲਬ ਇਹਨੂੰ ਬਹੁਤ ਹੀ ਜੇ ਸਪਸ਼ਟ ਸ਼ਬਦਾਂ 'ਚ ਕਹਿਣਾ ਹੋਵੇ, ਕਿਉਂਕਿ ਉਹ ਤੁਸੀਂ ਅਸਲ 'ਚ ਜਿਸ ਕਿਸਮ ਦੇ ਸੁਭਾਵਾਂ 'ਚ ਢਲ ਜਾਂਦੇ ਹੋ ਨਾ, ਉਹਨਾਂ ਨੂੰ ਫਿਰ ਤੋੜਨਾ ਖਾਸ ਤੌਰ 'ਤੇ ਪਰਿਵਾਰਕ ਰਿਸ਼ਤਿਆਂ ਵਿੱਚ ਮੇਰੇ ਖਿਆਲ ਕਾਫੀ ਮੁਸ਼ਕਿਲ ਹੁੰਦਾ। ਤੁਸੀਂ ਪਰਿਵਾਰ ਤੋਂ ਥੋੜ੍ਹਾ ਬਾਹਰ ਜਾ ਕੇ ਤਾਂ ਚੀਜ਼ਾਂ ਨੂੰ ਬਹੁਤ ਬਦਲ ਲੈਂਦੇ ਹੋ, ਤਬਦੀਲ ਕਰ ਲੈਂਦੇ ਹੋ। ਬਹੁਤ ਸਾਰੀ ਸ਼ਾਇਰੀ ਤੁਹਾਡੀ ਉਦਾਸੀ ਮੈਂ ਵੇਖਦਾ ਵਾਂ, ਜਿਨ੍ਹਾਂ ਵਿੱਚ ਮੈਂ ਸ਼ੇਅਰ ਜੇ ਕੋਟ ਕਰਾਂ, ਘਰਾਂ ਨੇ ਕੀਲਿਆਂ ਏਦਾਂ ਮੁਸਾਫਿਰ ਹੋਣ ਨਾ ਦਿੱਤਾ, ਰਹੇ ਛੋਟੇ ਜਿਹੇ ਜੇ ਤੂੰ ਸਿਕੰਦਰ ਹੋਣ ਨਾ ਦਿੱਤਾ। ਇਸ ਨਾਲ ਹੋਰ ਵੀ ਬਹੁਤ ਸਾਰੀ ਮੈਂ ਸ਼ਾਇਰੀ ਨੂੰ ਕੋਟ ਕਰ ਸਕਦਾ ਵਾਂ। ਕੀ ਸੋਸ਼ਲ ਇੰਸਟੀਟਿਊਸ਼ਨਸ ਤੋਂ ਭੱਜ ਰਹੇ ਹੋ ਤੁਸੀਂ
ਘਰ ਦੇ ਨਾਲ ਜੁੜੇ ਹੋਏ ਹੋਰ ਇਕਾਈਆਂ, ਪਰਿਵਾਰ? ਇਹ ਨਾ ਮੈਂ ਤੁਹਾਨੂੰ ਇੱਕ ਬੜੀ ਦਿਲਚਸਪ ਗੱਲ ਦੱਸਦਾ ਕਿ ਮੈਂ ਉਰਦੂ ਵਿੱਚ ਕਦੀ ਕਦਾਈ ਕੋਈ ਲਿਖਦਾ, ਕੋਈ 2-4 ਚੀਜ਼ਾਂ ਅਚਾਨਕ ਆਉਂਦੀਆਂ। ਉਹਦੇ ਵਿੱਚ ਇੱਕ ਮੈਂ ਗਜ਼ਲ ਲਿਖੀ ਸੀ ਕਿ बुलंदियों से जुड़े डर निकाल सकता है, ये आसमान मेरे पर निकाल सकता है, और मैं शहर छोड़कर जंगल का होने आया था, मुझे यहाँ से मेरा घर निकाल सकता है। ਹੁਣ ਤੁਸੀਂ ਦੇਖੋਗੇ ਕਿ ਪੰਜਾਬੀ ਦੀ ਗਜ਼ਲ ਵਿੱਚ ਮੈਂ ਲਿਖ ਰਿਹਾ ਕਿ ਘਰਾਂ ਨੇ ਕੀਲਿਆ ਇੱਦਾਂ ਮੁਸਾਫਰ ਹੋਣ ਨਾ ਦਿੱਤਾ, ਰਹੇ ਨਿੱਕੇ ਜਿਹੇ ਜੇ ਤੂੰ ਸਿਕੰਦਰ ਹੋਣ ਨਾ ਦਿੱਤਾ। ਉਰਦੂ ਗਜ਼ਲ ਵਿੱਚ ਮੈਂ ਬਿਲਕੁਲ ਇੱਕ ਅਲੱਗ ਪੋਜੀਸ਼ਨ ਲੈ ਰਿਹਾ ਘਰ ਦੇ ਬਾਰੇ 'ਚ। ਅਸਲ ਵਿੱਚ ਸਾਰੇ ਇੱਕ ਕਾਵਿਕ ਹੁੰਗਾਰੇ ਹੁੰਦੇ ਜਿਹਨੂੰ ਅਸੀਂ ਪੋਇਟਿਕ ਰਿਸਪੌਂਸ ਕਹਿੰਦੇ ਹਾਂ। ਕੋਈ ਬਹੁਤ ਬਣੀਆਂ ਬਣਾਈਆਂ ਧਾਰਨਾਵਾਂ ਨਹੀਂ ਚੀਜ਼ਾਂ ਬਾਰੇ ਸਾਡੀਆਂ ਹੁੰਦੀਆਂ, ਕਿਉਂਕਿ ਕਵੀ ਨੇ ਜਾਂ ਮੈਂ ਈਵਨ ਆਮ ਬੰਦੇ ਨੇ ਵੀ ਕਹਿਣਾ ਕਿ ਉਹ ਛੇੜਾਂ ਵਿੱਚ ਜ਼ਿੰਦਗੀ ਜਿਉਂਦਾ ਹੁੰਦਾ। ਬਿਲਕੁਲ। ਉਹ ਪੂਰੇ ਦਾ ਪੂਰਾ ਇਸ ਤਰ੍ਹਾਂ ਨਹੀਂ ਹੁੰਦਾ ਕਿ ਪੂਰੇ ਦਾ ਪੂਰਾ ਦਿਨ ਵੀ ਬੰਦਾ ਉਹੋ ਜਿਹਾ ਹੋਵੇ, ਸਾਲ ਸਦੀਆਂ ਤਾਂ ਬਾਅਦ ਦੀ ਗੱਲ ਹੈ। ਤੁਸੀਂ ਪਲ ਪਲ ਅੰਦਰੋਂ ਤਬਦੀਲ ਹੋ ਰਹੇ ਹੁੰਦੇ ਆ, ਤੁਹਾਡਾ ਉਹ ਚੀਜ਼ਾਂ ਪ੍ਰਤੀ, ਰਿਸ਼ਤਿਆਂ ਪ੍ਰਤੀ, ਆਪਣੇ ਪ੍ਰਤੀ ਹੁੰਗਾਰਾ ਇਸ ਤਰ੍ਹਾਂ ਹੁੰਦਾ। ਤਾਂ ਇਹ ਜਿਹੜੇ ਇੱਕ ਮਤਲਬ ਕਹਿ ਲਓ ਪ੍ਰਤੀਕਾਤਮਕ ਹੁੰਗਾਰੇ ਹੁੰਦੇ ਆ ਹੈ ਨਾ ਕਵੀ ਦੇ। ਗੁਰੂ ਗੋਬਿੰਦ ਸਿੰਘ ਵਰਗਾ ਇੱਕ ਐਡਾ ਵੱਡਾ ਬੰਦਾ ਜਿਹੜਾ ਮਤਲਬ ਇੱਕ ਸਮੇਂ ਚੰਡੀ ਦੀ ਵਾਰ ਵਰਗੀ ਇੱਕ ਪ੍ਰਚੰਡ ਰਚਨਾ ਦੀ ਰਚਨਾ ਕਰ ਰਹੇ ਨੇ, ਔਰ ਦੂਜੇ ਪਾਸੇ ਉਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਵਰਗਾ ਉਦਾਸ ਗੀਤ ਲਿਖ ਰਹੇ। ਇੱਕੋ ਹੀ ਵਿਅਕਤੀ ਦੋ ਅਲੱਗ-ਅਲੱਗ ਮੂਡਸ ਵਿੱਚ ਹੁੰਦਾ। ਕਿਤੇ ਇਹ ਤਾਂ ਨਹੀਂ ਕਿ ਕਿਤੇ ਆਪਾਂ ਬਹੁਤ ਸਾਰਾ ਇੱਕ ਸੈਂਟੈਂਸ ਯੂਜ਼ ਕੀਤਾ ਜਾਂਦਾ ਡੇਲੀ ਰੂਟੀਨ ਦੇ ਵਿੱਚ ਕਿ ਲੋਕ ਕੀ ਕਹਿਣਗੇ। ਜਿਹੜਾ ਲੋਕ ਕੀ ਕਹਿਣਗੇ ਸੋਸ਼ਲ ਕੰਸਟਰਕਸ਼ਨ ਬੰਦੇ ਦੀ ਕੀਤੀ ਹੋਈ ਹੈ, ਪਰ ਅੰਦਰੋਂ ਬੰਦਾ ਕੁਝ ਹੋਰ ਹੋਣਾ ਚਾਹੁੰਦਾ ਵਾ। ਕਿਤੇ ਕੁਹਾਰ ਵਾਲਾ ਸਾਹਿਬ ਕਿਤੇ ਸੋਸ਼ਲ ਕੰਸਟਰਕਸ਼ਨ ਤੋਂ ਨਿਗਾਹ ਦੇ ਵਿੱਚ ਰੱਖਦੇ ਹੋਏ ਆਪਦੇ ਅੰਦਰਲੇ ਪਾਸੇ ਤੋਂ ਭੱਜ ਤਾਂ ਨਹੀਂ ਰਹੇ। ਇਹ ਅਸਲ ਬਹੁਤ ਇੱਕ ਤਰ੍ਹਾਂ ਦਾ ਗੁੰਝਲਦਾਰ ਕਿਸਮ ਦੀ ਚੀਜ਼ ਹੈ ਜਿਹਨੂੰ ਆਪਾਂ ਕਹੀਏ ਕਿ ਨਫ਼ਸ। ਜਿਵੇਂ ਤੁਸੀਂ ਆਪਣੇ ਇੱਕ ਸ਼ੇਅਰ 'ਚ ਵੀ ਲਿਖਦੇ ਹੋ ਕਈ ਅੱਖਰ ਬਦਲ ਬੈਠਾ, ਹਾਂ ਮੈਂ ਆਪਣਾ ਤਰਜਮਾ ਕਰਦਾ, ਮੈਂ ਕੀ ਹੋਣ ਵਾਲਾ ਸੀ ਤੇ ਕੀ ਹੋਣ ਲੱਗਾ। ਹਾਂ ਇਹ ਬਿਲਕੁਲ ਇਹਨੂੰ ਅਸੀਂ ਬਹੁਤ ਵਾਰੀ ਸ਼ੇਅਰਾਂ ਵਿੱਚ ਲਿਖੀ ਹੋਈ ਗੱਲ ਵਜੋਂ ਹੀ ਸਮਝਦੇ ਹਾਂ। ਬਹੁਤ ਵਾਰੀ ਇਸ 'ਤੇ ਸਵਾਲ ਵੀ ਅਸੀਂ ਪੈਦਾ ਕਰਦੇ ਹਾਂ। ਜਿਵੇਂ ਸੁਰਜੀਤ ਪਾਤਰ ਹੋਰਾਂ ਬਾਰੇ ਵੀ ਇੱਕ ਸਵਾਲ ਕੀਤਾ ਜਾਂਦਾ ਕਿ ਤੁਸੀਂ ਇਹ ਜਿਹੜਾ ਲਿਖਿਆ ਕਿ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ, ਇਹ ਤਾਂ ਦੁਬਿਧਾ ਦੁਚਿੱਤੀ ਹੈ। ਇਹ ਹੁਣ ਜਿਹੜੀ ਦੁਬਿਧਾ ਦੁਚਿੱਤੀ ਜਾਂ ਦੂਰੇ ਹੁੰਗਾਰੇ ਇਹ ਹਰ ਬੰਦੇ ਦੇ ਅੰਦਰ ਵੀ ਚੱਲਦੇ, ਇਹ ਕਵੀ ਦੇ ਅੰਦਰ ਵੀ ਚੱਲਦੇ ਆ। ਇਸ ਕਰਕੇ ਇਹਨਾਂ ਸਾਰੇ ਮਤਲਬ ਹੁੰਗਾਰਿਆਂ ਦਾ ਇੱਕ ਜਿਹੜਾ ਲਘੂਤਮ ਬਣਦਾ, ਮਿਲ ਕੇ ਬਣਦਾ, ਉਹ ਬੰਦਾ ਜਾਂ ਸ਼ਾਇਰ ਬਣਦਾ। ਉਹਦੀ ਸ਼ਾਇਰੀ ਦੀਆਂ ਸਾਰੀਆਂ ਰਮਜ਼ਾਂ, ਸਿਆਰੀਆਂ ਆਵਾਜ਼ਾਂ ਉਹਦੇ ਮਤਲਬ ਸਤਰਾਂ ਵਿੱਚ ਉਹਦੀਆਂ ਚੀਜ਼ਾਂ ਦੇ ਵਿੱਚ ਆਉਂਦੀਆਂ ਰਹਿੰਦੀਆਂ। ਅਤੇ ਮਤਲਬ ਇਹਦੇ ਵਿੱਚ ਜਿਹੜੀ ਦੂਸਰੀ ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਬਹੁਤ ਵਾਰ ਅਸੀਂ ਜਿਹੜੀ ਇੱਕ ਕਾਵ ਮੈਂ ਹੁੰਦੀ ਹੈ, ਇੱਕ ਕਵਿਤਾ ਦੇ ਦੁਆਰਾ ਪ੍ਰਗਟ ਹੁੰਦੀ ਹੈ, ਉਹ ਅਸੀਂ ਬਹੁਤ ਵਾਰੀ ਸਮਝ ਲੈਂਦੇ ਸ਼ਾਇਦ ਕਵੀ ਦੀ ਇੱਕ ਨਿੱਜੀ ਜ਼ਿੰਦਗੀ ਦਾ ਕੋਈ ਅਨੁਭਵ ਹੈ। ਅਸਲ ਵਿੱਚ ਇਹ ਜਿਹੜੇ ਸਾਰੇ ਸ਼ਾਇਰੀ ਵਿੱਚ ਆਉਣ ਵਾਲੇ ਅਨੁਭਵ ਹੁੰਦੇ, ਇਹ ਸ਼ਾਇਰ ਦੇ ਆਪਣੇ ਨਹੀਂ ਹੁੰਦੇ ਇਕੱਲੇ, ਉਹਨੇ ਸਾਰੇ ਸਮਾਜ ਵਿੱਚੋਂ ਲਏ ਹੁੰਦੇ। ਆਪਣੇ ਹੋ ਵੀ ਸਕਦੇ, ਆਪਣੇ ਵੀ ਹੋ ਸਕਦੇ, ਬਿਲਕੁਲ ਉਹਦੇ ਆਪਣੇ ਵੀ ਹੁੰਦੇ ਆ, ਬਾਹਰੋਂ ਵੀ ਲਏ ਹੁੰਦੇ, ਪਰ ਉਹਨੂੰ ਤੁਸੀਂ ਬਹੁਤ ਉਵੇਂ ਨਿਸ਼ਚਿਤ ਨਹੀਂ ਕਰ ਸਕਦੇ ਕਿ। ਪਰ ਕੁਹਾਰਾ ਸਾਹਿਬ ਜਦੋਂ ਅਸੀਂ ਕਿਸੇ ਚੀਜ਼ ਨੂੰ ਬਿਲਕੁਲ ਨੇੜੇ ਜਾ ਕੇ ਸਿਰਜਦੇ ਹਾਂ ਜੀ, ਤਾਂ ਉਹਦੇ ਲਈ ਆਪਣਾ ਅਨੁਭਵ ਜ਼ਿਆਦਾ ਮੈਟਰ ਕਰਦਾ ਕਿ ਕਿਸੇ ਦਾ ਅਨੁਭਵ ਜ਼ਿਆਦਾ ਮੈਟਰ ਕਰਦਾ? ਕਿਉਂਕਿ ਆਪਣਾ ਅਨੁਭਵ ਜਿਹੜਾ ਹੱਡੀ ਹੰਡਾਇਆ ਵਾ ਉਹ ਸਿਰਜਣਾ ਨੂੰ ਵਿਅਕਤੀ ਦੇ ਜਾਂ ਇੱਕ ਰੂਹ ਦੇ ਨੇੜੇ ਲੈ ਕੇ ਜਾ ਸਕਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਮੇਰਾ ਜਿਹੜਾ ਮਸਲਾ ਇਹਦੇ ਵਿੱਚ ਹੈ ਕਿ ਆਤਮਸਾਤ ਕਰਨ ਦੀ ਗੱਲ ਹੁੰਦੀ ਹੈ ਕਿ ਕੋਈ ਬਹੁਤ ਵੱਡਾ ਅਨੁਭਵ ਤੁਹਾਡਾ ਆਪਣਾ ਜਿਹੜਾ ਤੁਸੀਂ ਉਹਨੂੰ ਗੋਲਿਆ ਹੀ ਨਹੀਂ, ਉਹ ਤੁਹਾਡਾ ਆਪਣਾ ਹੁੰਦਾ ਹੋਇਆ ਵੀ ਕਿਤੇ ਲਿਖਤ ਨਹੀਂ ਆਉਂਦਾ। ਕੋਈ ਅਨੁਭਵ ਐਸਾ ਹੈ ਕਿ ਜਿਹੜਾ ਤੁਸੀਂ ਬਾਹਰੋਂ ਕਿਤੋਂ ਲਿਆ ਹੋਇਆ, ਉਹ ਤੁਹਾਡੇ 'ਤੇ ਇੰਨਾ ਤਾਰੀ ਹੋ ਗਿਆ, ਉਹਨੂੰ ਤੁਸੀਂ ਆਪਣੇ ਵਿੱਚ ਸ਼ਾਮਲ ਕਰ ਲਿਆ, ਆਤਮਸਾਤ ਕਰ ਲਿਆ, ਉਹ ਫਿਰ ਤੁਹਾਡੀ ਸ਼ਾਇਰੀ ਵਿੱਚ ਜ਼ਿਆਦਾ ਪ੍ਰਮਾਣਿਕ ਰੂਪ ਵਿੱਚ ਹੋ ਕੇ ਸਾਹਮਣੇ ਆਉਂਦਾ। ਬਾਕੀ ਮਤਲਬ ਜਿਸ ਤਰ੍ਹਾਂ ਤੁਸੀਂ ਇਹਦੀ ਗੱਲ ਦੀ ਇੱਕ ਤਹਿ ਤੱਕ ਜਾਣਾ ਚਾਹੁੰਦੇ ਹੋ, ਉਹ ਇਸ ਤਰ੍ਹਾਂ ਹੀ ਹੈ ਕਿ ਮਤਲਬ ਬੰਦੇ ਦੇ ਅੰਦਰ ਇੱਕ ਮਨੋਵਿਗਿਆਨਕ ਤੌਰ 'ਤੇ ਬਹੁਤ ਸਾਰੀਆਂ ਲਹਿਰਾਂ, ਬਹੁਤ ਸਾਰੇ ਪਲ, ਬਹੁਤ ਸਾਰੇ ਉਤਰਾਅ ਚੜ੍ਹਾਅ ਹੁੰਗਾਰੇ ਆਉਂਦੇ ਰਹਿੰਦੇ ਆ। ਅਤੇ ਜਿੱਥੋਂ ਤੱਕ ਹੈ ਜਿਹੜੀ ਤੁਸੀਂ ਉਦਾਸੀ ਵਾਲੀ ਗੱਲ ਕਰ ਰਹੇ ਸੀ, ਇਹ ਬਹੁਤ ਤੁਹਾਡੀਆਂ ਨਿੱਜੀ ਉਦਾਸੀਆਂ ਵੀ ਹੁੰਦੀਆਂ ਨਾ। ਜਿਵੇਂ ਮਤਲਬ ਇੱਕ ਇਹਨੂੰ ਫਿਲਾਸਫੀ ਦੇ ਵਿੱਚ ਮਹਾ ਉਦਾਸੀ ਵੀ ਕਹਿੰਦੇ ਕਿ ਜਿਹੜੀ ਸਾਰੇ ਬ੍ਰਹਿਮੰਡ ਦੀ ਉਦਾਸੀ ਹੈ, ਉਹ ਵੀ ਤਾਂ ਫਿਰ ਕਿਸੇ ਬੰਦੇ ਨੇ ਲੈਣੀ ਹੁੰਦੀ ਨਾ, ਉਹਨੂੰ ਕਿਸੇ ਦਰਖਤਾਂ ਨੇ ਤਾਂ ਲੈਣਾ ਨਹੀਂ, ਉਹ ਵੀ ਕਿਸੇ ਬੰਦੇ ਦੇ ਰਸਤਿਓਂ ਜਿਹੜੇ ਸਾਰੇ ਵੱਡੇ ਬ੍ਰਹਿਮੰਡ ਦੇ ਦੁੱਖ ਨੇ, ਸਮਾਜ ਦੇ ਦੁੱਖ ਨੇ, ਉਹ ਵੀ ਫਿਰ ਕਿਸੇ ਬੰਦੇ ਦੇ
ਕਿਸੇ ਕਵੀ ਦੇ ਕਿਸੇ ਕਲਮ ਦੇ ਰਾਹੀਂ ਪ੍ਰਗਟ ਹੋਣੇ ਹੁੰਦੇ ਆ। ਉਦਾਸੀ ਚਿੰਤਨ ਨਾਲ ਵੀ ਜੋੜਦੀ, ਹਾਂ ਉਹ ਸਾਰਾ ਕੁਝ ਹੀ ਸਵੈ ਚਿੰਤਨ ਹੋਵੇ, ਚਾਹੇ ਬਿਲਕੁਲ ਐਕਸਟਰਨਲ ਜਿਹੜਾ ਅਵੇਅਰਨੈਸ ਹੋਵੇ। ਹੁਣ ਅਸੀਂ ਵੈਰਾਗ ਨੂੰ ਮਤਲਬ ਛੋਟੇ ਅਰਥਾਂ 'ਚ ਜਦੋਂ ਅਸੀਂ ਸ਼ੁਰੂ 'ਚ ਲਿਖਣਾ ਸਮਝਦੇ ਹਾਂ, ਉਹਨੂੰ ਵੈਸੇ ਅਸੀਂ ਮੁਹੱਬਤ ਦਾ ਹਿਜਰ ਹੀ ਸਮਝਦੇ ਹਾਂ, ਪਰ ਅਸਲ 'ਚ ਫਿਰ ਵੈਰਾਗ ਜਿਹੜੀ ਖਾਸ ਕਿਸਮ ਦੀ ਏਲੀਨੇਸ਼ਨ, ਜਾਂ ਜਦੋਂ ਤੁਸੀਂ ਸਾਰੀ ਇੱਕ ਮਨੁੱਖੀ ਜ਼ਿੰਦਗੀ ਨੂੰ ਦੇਖਦੇ ਹਾਂ ਕਿ ਇਹਦਾ ਕੀ ਮਹੱਤਵ ਹੈ, ਉਹਦੇ ਵਿੱਚੋਂ ਪਰ ਬਹੁਤ ਸਾਰੀਆਂ ਰਮਜ਼ਾਂ ਬਦਲਦੀਆਂ ਵੀ ਨੇ। ਤੁਸੀਂ ਜਦੋਂ ਮਤਲਬ ਇਸ਼ਕ ਬਾਰੇ ਚੜ੍ਹਦੀ ਉਮਰ ਵਿੱਚ ਲਿਖਦੇ ਹੋ, ਤੁਹਾਡਾ ਹੁੰਗਾਰਾ ਹੋਰ ਤਰ੍ਹਾਂ ਦਾ ਹੁੰਦਾ। ਜਦੋਂ ਤੁਸੀਂ ਵੱਡੀ ਉਮਰ 'ਚ ਉਸ ਅਨੁਭਵ ਨੂੰ ਲਿਖਦੇ ਹੋ ਤਾਂ ਉਹ ਫਿਰ ਤੁਹਾਡਾ ਜਿਹੜਾ ਹੁੰਗਾਰਾ ਉਹ ਹੋਰ ਤਰ੍ਹਾਂ ਦਾ ਹੁੰਦਾ। ਉਹ ਉਸ ਕਿਸਮ ਦਾ ਰੋਮਾਂਟਿਕ ਨਹੀਂ ਹੁੰਦਾ, ਉਹਦੇ ਵਿੱਚ ਕੋਈ ਦਾਰਸ਼ਨਿਕ ਚੀਜ਼ਾਂ ਵੀ ਆ ਸਕਦੀਆਂ ਹੁੰਦੀਆਂ। ਤੁਸੀਂ ਕਵੀ ਦੀ ਕੀਤੀ ਗੱਲ, ਕਿਰਤ ਦੀ ਕੀਤੀ ਗੱਲ, ਹੁਣ ਬਹੁਤ ਸਾਰੀ ਇੱਕ ਡਿਸਕਸ਼ਨ ਚੱਲਦੀ ਹੈ ਕਿ ਅਕੈਡਮਿਕ ਹਲਕਿਆਂ ਦੇ ਵਿੱਚ ਜਾਂ ਯੂਨੀਵਰਸਿਟੀਜ਼ ਦੇ ਵਿੱਚ ਚੱਲਦੀ ਹੈ ਕਿ ਜਿਹੜਾ ਕਵੀ ਆ ਉਹ ਇੱਕ ਸੈਪਰੇਟ ਹੋਂਦ ਰੱਖਦਾ ਵਾ, ਇੱਕ ਕਵਿਤਾ ਵਾ ਉਹ ਸੈਪਰੇਟ ਹੋਂਦ ਰੱਖਦੀ ਆ। ਇਹਨਾਂ ਦੋਨਾਂ ਨੂੰ ਜੋੜ ਕੇ ਨਹੀਂ ਦੇਖਣਾ ਚਾਹੀਦਾ। ਇੱਕ ਡਿਸਕਸ਼ਨ ਇਹਦੇ ਪੈਰਲਲ ਚੱਲਦੀ ਆ ਕਿ ਕਵੀ ਕਵਿਤਾ ਵਿੱਚ ਹੁੰਦਾ ਵਾ, ਇਸ ਕਰਕੇ ਇਹਨਾਂ ਨੂੰ ਸੈਪਰੇਟ ਨਹੀਂ ਦੇਖਣਾ ਚਾਹੀਦਾ, ਦੋਨਾਂ ਨੂੰ ਜੋੜ ਕੇ ਦੇਖਣਾ ਚਾਹੀਦਾ। ਤੁਹਾਡਾ ਇਸ ਪ੍ਰਤੀ ਕੀ ਰਵੱਈਆ ਵਾ? ਅਸਲ ਵਿੱਚ ਇਹ ਸਾਰੇ ਜਿਹੜੇ ਮਸਲੇ ਨੇ ਨਾ, ਇਹ ਸਾਹਿਤ ਦੀ ਆਲੋਚਨਾ ਦੇ, ਉਹਦੇ ਅਵਲੋਕਨ ਦੇ ਮਸਲੇ ਆ। ਮੈਂ ਤਾਂ ਕਹਿ ਰਿਹਾ, ਤੁਸੀਂ ਸ਼ਾਇਰ ਹੋ, ਤੁਸੀਂ ਇਸ ਚੀਜ਼ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ। ਇਹਦੇ ਬਾਰੇ ਮੇਰੀ ਇੱਕ ਆਪਣੀ ਸਮਝ ਹੈ, ਇਹਦੇ ਬਾਰੇ ਮੇਰਾ ਆਪਣਾ ਹੁੰਗਾਰਾ ਜਿਹੜਾ ਆਪਾਂ ਹੁਣੇ ਸਾਂਝਾ ਕਰਦੇ ਹਾਂ ਕਿ ਮੇਰੇ ਨਜ਼ਦੀਕ ਜਿਹੜੀ ਚੀਜ਼ ਦੀ ਰਚਨਾਤਮਿਕਤਾ ਹੈ, ਕਵਿਤਾ ਦੀ ਲਿਖਤ ਹੈ, ਉਹ ਬਹੁਤ ਬੁਨਿਆਦੀ ਤੇ ਮੌਲਿਕ ਹੈ। ਉਹਦੇ ਵਿੱਚ ਕਵੀ ਜਾਂ ਸ਼ਾਇਰ ਜਿਹੜੀ ਚੀਜ਼ ਪੇਸ਼ ਕਰਦਾ ਉਹ ਸਭ ਤੋਂ ਵੱਧ ਪ੍ਰਮਾਣਿਕ ਹੁੰਦੀ ਹੈ। ਉਹਦੀਆਂ ਫਿਰ ਜਿਹੜੀਆਂ ਵਿਆਖਿਆਵਾਂ ਨੇ, ਉਹਦੇ ਪਾਠ ਨੇ ਅੱਗੋਂ, ਉਹ ਹੋਰ ਕਈ ਤਰ੍ਹਾਂ ਦੇ ਹੋ ਸਕਦੇ ਆ ਕਿ ਇਹਦੇ ਵਿੱਚ ਰੂਪ ਕਿੱਥੇ ਹੈ, ਇਹਦੇ ਵਿੱਚ ਕਵੀ ਕਿੱਥੇ ਹੈ, ਇਹਦੇ ਵਿੱਚ ਕਿਰਤ ਅਲੱਗ ਹੈ ਕਿ ਨਹੀਂ ਹੈ। ਪਰ ਮੇਰੀ ਜਾਚੇ ਤਾਂ ਜਿਹੜਾ ਲਿਖਣ ਵਾਲਾ ਜਾਂ ਕਰਤਾ ਹੈ ਉਹ ਆਪਣੀ ਕਿਰਤ ਦਾ ਹਿੱਸਾ ਹੁੰਦਾ ਹਮੇਸ਼ਾ। ਉਸ ਤੋਂ ਬਿਨਾਂ ਤਾਂ ਫਿਰ ਤੁਸੀਂ ਉਸ ਕਿਰਤ ਦਾ ਪੂਰਾ ਅਰਥ ਨਹੀਂ ਜਾਣ ਸਕਦੇ। ਤੇ ਮੋਰ ਓਵਰ ਜੇ ਅਸੀਂ ਮਤਲਬ ਸੋਸਾਇਟੀ ਵਿੱਚ ਵੀ ਕੋਈ ਲਿਖਤ ਦਾ ਜਾਂ ਸਾਹਿਤ ਦਾ ਪ੍ਰਭਾਵ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਸਾਡੇ ਲੇਖਕਾਂ ਨੂੰ ਆਪਣੀਆਂ ਕਿਰਤਾਂ ਵਰਗਾ ਹੋਣਾ ਪਏਗਾ, ਤਾਂ ਲੋਕਾਂ ਦਾ ਭਰੋਸਾ ਸਾਹਿਤ ਵਿੱਚ ਬਣੇਗਾ। ਤੇ ਨਹੀਂ ਤਾਂ ਫਿਰ ਇਹ ਸਭ ਚੀਜ਼ਾਂ ਇੱਕ ਹਵਾਈ ਚੀਜ਼ਾਂ ਰਹਿ ਜਾਣਗੀਆਂ। ਇੱਕ ਬੜੀ ਇੰਟਰਸਟਿੰਗ ਗੱਲ ਮੈਨੂੰ ਲੱਗੀ ਕਿ ਤੁਸੀਂ ਕਿਹਾ ਕਿ ਕਵੀ ਨੂੰ ਜਾਂ ਸਾਹਿਤਕਾਰ ਨੂੰ ਆਪਣੀਆਂ ਕਿਰਤਾਂ ਵਰਗਾ ਹੋਣਾ ਪਵੇਗਾ। ਕੀ ਸਮਝਦੇ ਹੋ ਕਿ ਸਾਹਿਤਕਾਰ ਆਪਣੀਆਂ ਕਿਰਤਾਂ ਵਰਗਾ ਹੈ ਸਮਕਾਲੀ ਸਮੇਂ ਨੂੰ ਹੀ ਜੇਕਰ ਆਪਾਂ ਮੱਦੇ ਨਜ਼ਰ ਰੱਖੀਏ? ਇਹਦੇ ਵਿੱਚ ਚਲੋ ਮੈਂ ਇਹ ਸਮਝਦਾ ਕਿ ਕੁਛ ਅਪਵਾਦ ਵੀ ਹੋ ਸਕਦੇ ਆ। ਬਹੁਤ ਸਾਰੇ ਲੋਕ ਆ ਜਿਹੜੇ ਬਿਲਕੁਲ ਆਪਣੀਆਂ ਲਿਖਤਾਂ ਵਰਗੇ ਵੀ ਨੇ, ਕੁਛ ਉਹਨਾਂ ਦੇ ਨਾਮ ਲਏ ਜਾ ਸਕਦੇ। ਲਿਖਤਾਂ ਵਰਗੇ ਨਹੀਂ ਮੈਂ ਇਸ ਤਰ੍ਹਾਂ ਨਾਮ ਨਹੀਂ ਉਹਦੇ ਵਿੱਚ ਪੈਂਦਾ, ਸ਼ਾਇਦ ਮੈਂ ਕੋਈ ਇਹਨੂੰ ਇਵੇਂ ਬਹੁਤ ਨੈਰੋ ਧਿਆਨ ਵਿੱਚ ਵੀ ਨਹੀਂ ਮੇਰੇ ਵੀ ਮੈਂ ਇਸ ਤਰ੍ਹਾਂ ਨੂੰ ਦੱਸ ਸਕਾਂ। ਪਰ ਇਹਦੀ ਸੰਭਾਵਨਾ ਹਮੇਸ਼ਾ ਹੀ ਪਈ ਹੁੰਦੀ ਹੈ ਕਿ ਕੁਛ ਲੋਕ ਆਪਣੀਆਂ ਲਿਖਤਾਂ ਵਰਗੇ ਹੁੰਦੇ ਆ, ਕੁਛ ਲੋਕ ਆਪਣੇ ਵਿਹਾਰ ਵਿੱਚ ਜਾਂ ਆਮ ਜ਼ਿੰਦਗੀ ਵਿੱਚ ਆਪਣੀਆਂ ਲਿਖਤਾਂ ਤੋਂ ਦੂਰ ਵੀ ਜਾਂਦੇ ਦਿਖਦੇ ਆ। ਪਰ ਉਹਦੀ ਪ੍ਰਮਾਣਿਕਤਾ ਜਿਹੜੀ ਹੈ, ਜਾਂ ਇਹ ਸਾਰੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਇਹਦਾ ਅਸਲੀ ਜਿਹੜਾ ਸਿੱਟਾ ਇਹੀ ਬਣਦਾ ਕਿ ਲੇਖਕ ਨੂੰ ਆਪਣੀ ਲਿਖਤ ਦੇ ਬਹੁਤ ਨੇੜੇ ਹੋਣਾ ਚਾਹੀਦਾ। ਕੋਹਰਾਲਾ ਸਾਹਿਬ, ਤੁਸੀਂ ਆਪਣੀ ਕੋਈ ਗਜ਼ਲ ਸਾਡੇ ਨਾਲ ਸਾਂਝੀ ਕਰਨਾ ਚਾਹੋ ਜੋ ਤੁਹਾਡੇ ਬਿਲਕੁਲ ਨਜ਼ਦੀਕ ਹੋਵੇ? ਮੈਂ ਗਜ਼ਲ ਤੁਹਾਡੀਆਂ ਬਹੁਤ ਵਾਇਰਲ ਵੀ ਹੋ ਰਹੀਆਂ ਅੱਜ ਕੱਲ੍ਹ, ਤੁਸੀਂ ਚੰਗਾ ਉਚੇਚੇ ਤੌਰ 'ਤੇ ਹੁਣ ਫਿਲਮ ਸਿਨੇਮੈਟਿਕ ਪੋਇਟਰੀ ਬਣਾ ਰਹੇ ਹੋ, ਬਹੁਤ ਉਹ ਵਾਇਰਲ ਹੋ ਰਹੀ ਹੈ। ਅਜਿਹੀ ਗਜ਼ਲ ਜਿਹੜੀ ਤੁਸੀਂ ਉੱਠਦੇ ਹੋ, ਬੈਠਦੇ ਹੋ, ਜ਼ਿੰਦਗੀ ਦਾ ਹਰ ਜੋ ਕੰਮ ਰੂਟੀਨ ਦੇ ਵਿੱਚ ਕਰਨਾ ਹੁੰਦਾ, ਉਹ ਕਰਦੇ ਕਰਦੇ ਤੁਹਾਡੇ ਦਿਮਾਗ ਦੇ ਵਿੱਚ ਉਹ ਗਜ਼ਲ, ਚਾਹੇ ਤੁਹਾਡੀ ਹੋਵੇ ਜਾਂ ਕਿਸੇ ਹੋਰ ਸ਼ਾਇਰ ਦੀ ਹੋਵੇ, ਚੱਲਦੀ ਹੋਵੇ, ਜੋ ਤੁਹਾਨੂੰ ਤਣਾਅ ਵਿੱਚ ਲੈ ਕੇ ਜਾਂਦੀ ਹੋਵੇ, ਸਕੂਨ ਦਿੰਦੀ ਹੋਵੇ, ਸੰਵਾਦ ਵਿੱਚ ਲੈ ਕੇ ਜਾਂਦੀ ਹੋਵੇ, ਕੋਈ ਐਸਾ ਗਜ਼ਲ ਦਾ ਰੰਗ? ਇਹ ਦਲਜੀਤ ਇਸ ਤਰ੍ਹਾਂ ਹੀ ਹੈ ਕਿ ਜਿਹੜਾ ਵੀ ਤੁਸੀਂ ਕੁਛ ਕਈ ਵਾਰ ਨਵਾਂ ਲਿਖ ਰਹੇ ਹੁੰਦੇ ਜਾਂ ਜਿਸ ਕਿਸਮ ਦੇ ਤੁਸੀਂ ਮਾਨਸਿਕ ਉਸ ਦੌਰ 'ਚੋਂ ਲੰਘ ਰਹੇ ਆ, ਉਹ ਕੁਛ ਦਿਨ ਫਿਰ ਲਿਖ ਤੋਂ ਮੇਰੇ ਮਨ ਦੇ ਨਜ਼ਦੀਕ ਰਹਿੰਦੀ ਹੈ। ਜਿਵੇਂ ਮੈਂ ਤੁਹਾਨੂੰ ਬਹੁਤ ਦਿਲਚਸਪ ਗੱਲ ਦੱਸਾਂ ਕਿ ਮੇਰੀ ਇੱਕ ਜਿਹੜੀ ਬਹੁਤ ਪੁਰਾਣੀ ਗਜ਼ਲ ਸੀ, ਕੋਈ ਲਗਭਗ 30 ਸਾਲ ਪਹਿਲਾਂ ਲਿਖੀ ਹੋਈ, ਔੜ ਇੱਦਾਂ ਹੀ ਜੇ ਕਰੇ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ, ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਇਹ ਮੈਨੂੰ ਕੋਈ ਮਤਲਬ 2-3 ਸਾਲ ਪਸੰਦ ਰਹੀ।
ਪਰ ਲੋਕ ਇਹਨੂੰ ਅਜੇ ਵੀ ਪਸੰਦ ਕਰਦੇ ਵੀ ਤੁਸੀਂ ਉਹ ਸੁਣਾਓ ਜੀ। ਯੂਥ ਫੈਸਟੀਵਲਸ ਵਿੱਚ ਵੀ ਬੱਚੇ ਨੂੰ ਪੜ੍ਹਦੇ ਆ, ਹੋਰ ਕਈ ਥਾਵਾਂ ਤੇ ਵੀ ਇਸ ਤਰ੍ਹਾਂ। ਮਤਲਬ ਮੇਰੇ ਮਨ ਦੇ ਨੇੜੇ ਜਿਹੜੀ ਲਿਖਤ ਉਹ ਹੁੰਦੀ ਹੈ ਕਿ ਜਿਵੇਂ ਤੁਸੀਂ ਕੋਈ ਨਵੀਆਂ ਚੀਜ਼ਾਂ ਲਿਖ ਰਹੇ ਹੋ, ਨਵੀਂ ਮਨੋਦਸ਼ਾ 'ਚ ਚੱਲ ਰਹੇ ਹੋ, ਉਹ ਫਿਰ ਚੀਜ਼ਾਂ ਤੁਹਾਡੇ ਮਨ ਦੇ ਨੇੜੇ ਹੁੰਦੀਆਂ। ਜਿਵੇਂ ਮੈਂ ਫਰਜ਼ ਕਰੋ ਇੱਕ ਮੇਰੀ ਗਜ਼ਲ ਹੈ, ਉਹ ਮੇਰੀ ਥੋੜ੍ਹੀ ਅੱਜ ਕੱਲ੍ਹ ਮਨ ਦੇ ਨੇੜੇ ਆ। ਜੇ ਤੁਹਾਡੇ ਸਵਾਲ ਦਾ ਬਿਲਕੁਲ ਤੁਹਾਨੂੰ ਖੁਸ਼ ਕਰਨ ਲਈ ਉੱਤਰ ਦੇਣਾ ਹੋਵੇ ਤਾਂ ਫਿਰ ਉਹ ਪੜ੍ਹੀ ਜਾ ਸਕਦੀ ਹੈ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਸਫ਼ਰ ਕਿੰਨਾ ਦਿਸ਼ਾਵਾਂ ਦੇ ਇਸ਼ਾਰੇ ਤੋਂ ਪਰਾਂ ਵੀ ਹੈ। ਔਰ ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਬੜਾ ਕੁਝ ਬੋਲ ਤੋਂ ਪਹਿਲਾਂ ਬੁਲਾਰੇ ਤੋਂ ਪਰਾਂ ਵੀ ਹੈ। ਔਰ ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਨਦੀ ਦਾ ਦੇਸ ਤਾਂ ਉਸ ਦੇ ਕਿਨਾਰੇ ਤੋਂ ਪਰਾਂ ਵੀ ਹੈ। ਔਰ ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਇਸ ਤਰ੍ਹਾਂ ਮਤਲਬ ਜਿਸ ਕਿਸਮ ਦੇ ਤੁਸੀਂ ਮਨੋ ਅਵਸਥਾ 'ਚ ਜਾ ਰਹੇ ਹੁੰਦੇ ਆ, ਜਾਂ ਜਿਸ ਕਿਸਮ ਦੀ ਉਮਰ ਵਿੱਚ ਜਾ ਰਹੇ ਹੁੰਦੇ ਆ, ਜਿਹੜੀਆਂ ਚੀਜ਼ਾਂ ਮੈਂ ਸ਼ਾਇਦ 20 ਸਾਲ ਦੀ ਉਮਰ 'ਚ ਲਿਖੀਆਂ, ਹੁਣ ਜਦੋਂ ਮੈਂ 50 ਤੋਂ ਲੰਘ ਗਿਆ, ਹੁਣ ਮੈਂ ਸ਼ਾਇਦ ਚੀਜ਼ਾਂ ਨੂੰ ਹੋਰ ਤਰੀਕੇ ਨਾਲ। ਕੁਆਰਲ ਸਾਹਿਬ, ਤੁਹਾਡੀ ਗਜ਼ਲ ਅਸੀਂ ਮਾਣੀ ਆ, ਉਹਦੇ ਵਿੱਚ ਬਹੁਤ ਸਾਰੀ ਰਵਾਨੀ ਆ ਜੀ। ਅੱਜ ਰੂਪ ਤੇ ਸਰੂਪ ਨੂੰ ਲੈ ਕੇ ਇੱਕ ਵੀ ਡਿਸਕਸ਼ਨ ਗਜ਼ਲ ਗੋਆਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਜਾਂ ਜਿਹੜੇ ਨਵੇਂ ਲਿਖ ਰਹੇ ਹੁੰਦੇ ਉਹਨਾਂ ਲਈ ਇੱਕ ਅਹਿਮ ਜਿਹੜਾ ਨੁਕਤਾ ਹੁੰਦਾ ਵਾ ਕਿ ਨਕਾਰ ਦਿੱਤਾ ਜਾਂਦਾ ਕਿ ਇਹ ਰੂਪਕ ਪੱਖ ਦੇ ਉੱਤੇ ਪੂਰੀ ਨਹੀਂ ਉਤਰਦੀ ਪਈ, ਗਜ਼ਲ ਦੇ ਪੈਰਾਮੀਟਰ ਦੇ ਉੱਤੇ ਪੂਰੀ ਨਹੀਂ। ਤੁਹਾਡੇ ਲਈ ਗਜ਼ਲ ਦੇ ਵਿੱਚ ਰੂਪ ਇੰਪੋਰਟੈਂਟ ਆ ਕਿ ਸਰੂਪ? ਇਹਦੇ ਬਾਰੇ ਦਲਜੀਤ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਲੰਬੀ ਬਹਿਸ ਰਹੀ ਹੈ ਸਾਡੇ ਅਕਾਦਮਿਕ ਹਲਕਿਆਂ ਦੇ ਵਿੱਚ ਕਿ ਰੂਪ ਹੈ ਕਿ ਵਸਤੂ ਹੈ। ਪ੍ਰਗਤੀਵਾਦੀ ਜਦੋਂ ਸਾਡਾ ਦੌਰ ਸੀ ਸਾਹਿਤ ਦਾ, ਉਹਦੇ ਵਿੱਚ ਇਹ ਡਿਬੇਟ ਸੀ, ਬਹੁਤ ਤਿੱਖੀ ਹੋਈ। ਪਰ ਅੰਤਮ ਤੌਰ 'ਤੇ ਜਿਹੜੀ ਸਾਰੀ ਗੱਲ ਹੈ ਕਿ ਜੋ ਮਤਲਬ ਮੈਂ ਜਿਹੜੀ ਚੀਜ਼ ਬਾਰੇ ਇੱਕ ਮੇਰੀ ਧਾਰਨਾ ਹੈ ਕਿ ਜਿਹੜਾ ਰੂਪ ਹੈ ਨਾ, ਇਹ ਇੱਕ ਮੁੱਢਲੇ ਦੌਰ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਕਿ ਜਦੋਂ ਤੁਸੀਂ ਕੋਈ ਯੋਨਰ ਸਥਾਪਿਤ ਕਰ ਰਹੇ ਹੋ। ਜੇ ਤੁਸੀਂ ਉਸੇ ਤਰੀਕੇ ਨਾਲ ਲਿਖਦੇ ਜਾਓ, ਜਿਵੇਂ ਬਚਪਨ 'ਚ ਅਸੀਂ ਫੱਟੀ 'ਤੇ ਸਾਡੇ ਜ਼ਮਾਨੇ 'ਚ ਲਿਖਦੇ ਸੀ, ਪੂਰਨੇ ਪਾ ਕੇ, ਕੋਈ ਪਹਿਲਾਂ ਵੱਡਾ ਉਹਦੇ 'ਤੇ ਥੋੜ੍ਹਾ ਤੁਹਾਨੂੰ ਡਿਜ਼ਾਈਨ ਦੇ ਦਿੰਦਾ ਸੀ ਅੱਖਰਾਂ ਦਾ, ਫਿਰ ਤੁਸੀਂ ਉੱਤੇ ਲਿਖਦੇ ਸੀ। ਪਰ ਹੌਲੀ ਹੌਲੀ ਫਿਰ ਤੁਸੀਂ ਆਪਣੀ ਇੱਕ ਲਿਖਤ ਦਾ ਅੰਦਾਜ਼ ਬਣਾਉਣਾ ਹੁੰਦਾ। ਇਵੇਂ ਯੋਨਰ ਦੇ ਅੰਦਰ, ਚਾਹੇ ਉਹ ਗਜ਼ਲ ਹੈ ਚਾਹੇ ਕੋਈ ਹੋਰ ਹੈ, ਉਹਦੇ ਅੰਦਰ ਇੱਕ ਤੁਸੀਂ ਖਾਸ ਕਿਸਮ ਦਾ ਆਪਣਾ ਵਿਸਥਾਰ, ਆਪਣਾ ਫੈਲਾਓ ਪੈਦਾ ਕਰਨਾ ਹੁੰਦਾ। ਜਿਵੇਂ ਤੁਸੀਂ ਦੇਖਿਆ ਕਿ ਨਾਵਲ ਦੇ ਯੋਨਰ ਦੇ ਅੰਦਰ ਵੀ ਬਹੁਤ ਸਾਰੇ ਤਜਰਬੇ ਸਾਡੇ ਕੋਲ ਹੋ ਗਏ। ਇਸੇ ਤਰ੍ਹਾਂ ਗਜ਼ਲ ਬੇਸ਼ੱਕ ਇੱਕ ਬਹੁਤ ਬੰਦੇਜ ਵਾਲਾ ਰੂਪ ਹੈ, ਜਿਹਦੇ ਵਿੱਚ ਅਸੀਂ ਆਮ ਮੰਨਦੇ ਹਾਂ ਕਿ ਰੂਪ ਸਭ ਤੋਂ ਪਹਿਲਾਂ ਤੁਹਾਡੇ ਧਿਆਨ ਵਿੱਚ ਆਉਂਦਾ। ਪਰ ਜਿਵੇਂ ਹੁਣ ਮੈਨੂੰ ਇੰਨੀ ਦੇਰ ਹੋਈ ਗਜ਼ਲ ਲਿਖਦਿਆਂ, ਹੁਣ ਮੇਰੇ ਲਈ ਇਸ ਤਰ੍ਹਾਂ ਹੀ ਹੈ ਕਿ ਰੂਪ ਔਰ ਜਿਹੜੀ ਵਸਤੂ ਉਹ ਦੋਨੋਂ ਇਕੱਠੀਆਂ ਹੀ ਮੇਰੇ ਅੰਦਰ ਆਉਂਦੀਆਂ ਬਣ ਕੇ। ਮੇਰੀ ਜਿਹੜੀ ਸਾਰੀ ਸੰਵੇਦਨਾ ਹੈ ਉਹਨੇ ਇੱਕ ਖਾਸ ਰੂਪ ਲਿਆ ਹੁੰਦਾ, ਅਤੇ ਮੈਨੂੰ ਬਹੁਤ ਸੁਚੇਤ ਨਹੀਂ ਉਹਦੇ ਬਾਰੇ ਧਿਆਨ ਧਰਨਾ ਪੈਂਦਾ ਕਿ ਮੈਂ ਰੂਪ ਬਾਰੇ ਗਜ਼ਲ ਵਿੱਚ ਜ਼ਿਆਦਾ ਦੇਣਾ। ਹਾਲਾਂਕਿ ਮੈਂ ਜਿਹੜੀ ਮੇਰੀ ਅਹਿਮੀਅਤ ਹੈ ਉਹ ਰੂਪ ਵਿੱਚ, ਗਜ਼ਲ ਦੇ ਰੂਪ ਵਿੱਚ ਕਹੀ ਹੋਈ ਗੱਲ ਨੂੰ ਹੈ। ਮੇਰੀ ਆਪਣੀ ਜਿਹੜੀ ਜ਼ਾਤੀ ਧਾਰਨਾ ਇਹ ਹੈ ਕਿ ਮੈਂ ਉਹਦੇ ਅੰਦਰ ਕਿਹਾ ਹੋ ਜਿਹੜਾ ਕਥਨ ਹੈ, ਕਥਨ ਦੇ ਅੰਦਾਜ਼ ਨੂੰ ਜ਼ਿਆਦਾ ਮਹੱਤਵ ਦੇਣਾ, ਕਿਉਂਕਿ ਰੂਪ ਦੇ ਵਿੱਚ ਜਿਹੜਾ ਅੰਦਾਜ਼ ਵੀ ਹੈ ਨਾ, ਉਹ ਵੀ ਬਹੁਤ ਅਹਿਮ ਹੈ। ਅਤੇ ਇਸ ਕਰਕੇ ਮਤਲਬ ਇਹ ਮੇਰੀ ਨਿੱਜੀ ਧਾਰਨਾ। ਲੱਗਦਾ ਕਿ ਰੂਪ ਦੇ ਉੱਤੇ ਬਹੁਤ ਸਾਰੀ ਬਹਿਸ ਹੋ ਚੁੱਕੀ ਆ, ਪਰ ਸਰੂਪ ਦੇ ਉੱਤੇ ਹਜੇ ਡਿਸਕਸ਼ਨ ਬਿਲਕੁਲ ਹਜੇ ਬਿਲਕੁਲ ਓਪਨਿੰਗ ਵੀ ਨਹੀਂ ਹੋਈ। ਓਪਨਿੰਗ ਨਹੀਂ ਹੋਈ।
ਮਤਲਬ ਜਿਹੜਾ ਤੁਹਾਡਾ ਸਵਾਲ ਸੀ ਉਹਦੀ ਜਿਹੜੀ ਸਭ ਤੋਂ ਬਿਹਤਰ ਗੱਲ ਉਹੀ ਹੈ ਕਿ ਅਸੀਂ ਮਤਲਬ ਉਹ ਰੂਪ ਦੀ ਜਿਹੜੀ ਫਾਰਮ ਦੀ ਗੱਲ ਸੀ, ਉਹਦੇ ਅਸਲ ਜਿਹੜਾ ਇੱਕ ਉਹਦਾ ਪੂਰੇ ਦਾ ਪੂਰਾ ਸਟਰਕਚਰ ਹੈ, ਉਹਦਾ ਪੈਟਰਨ ਉਹਦੇ ਅੰਦਰ ਪਈਆਂ ਹੋਈਆਂ ਰਮਜ਼ਾਂ ਪਈਆਂ ਹੋਈਆਂ, ਜਿਹਨੂੰ ਸਰੂਪ ਤੁਸੀਂ ਕਹਿ ਰਹੇ ਹੋ, ਉਸ ਉੱਤੇ ਤਵੱਜੋ ਦੇਣ ਦੀ ਜ਼ਰੂਰਤ ਹੈ। ਉਹੀ ਸਭ ਵਿੱਚ ਅਸਲੀ ਚੀਜ਼ ਹੁੰਦੀ ਹੈ ਉਹਦੇ ਵਿੱਚ। ਜਿਵੇਂ ਇੱਕ ਵਿਸਫੋਟ ਹੁੰਦਾ, ਤੁਹਾਡੀ ਕਵਿਤਾ ਸੁਣਨ ਤੋਂ ਬਾਅਦ ਵਿੱਚ, ਤੁਹਾਡੇ ਸ਼ੇਅਰ ਸੁਣਨ ਤੋਂ ਬਾਅਦ ਵਿੱਚ ਇੱਕ ਸਰੋਤੇ ਦੇ ਮਨ ਦੇ ਅੰਦਰ ਇੱਕ ਵਿਸਫੋਟ ਹੁੰਦਾ ਵਾ। ਤੁਸੀਂ ਕੀ ਸਮਝਦੇ ਹੋ ਵਿਸਫੋਟ ਦੀ ਜਿਹੜੀ ਸ਼ਕਤੀ ਹੈ, ਜਾਂ ਵਿਸਫੋਟ ਕਰਨ ਦੀ ਸ਼ਕਤੀ ਆ, ਰੂਪ ਅੰਦਰ ਆ ਕਿ ਸਰੂਪ ਅੰਦਰ ਆ? ਉਹ ਦੋਨੋਂ ਚੀਜ਼ਾਂ ਨੇ। ਅਦਰ ਜਿਵੇਂ ਗਜ਼ਲ ਵਿੱਚ ਖਾਸ ਤੌਰ 'ਤੇ ਅਸੀਂ ਇੱਕ ਸ਼ਬਦ ਵਰਤਦੇ ਹਾਂ ਵਿਰੋਧਾਭਾਸ, ਜਿਹਨੂੰ ਪੈਰਾਡੌਕਸ ਕਹਿੰਦੇ, ਉਹ ਮੇਰੀਆਂ ਗਜ਼ਲਾਂ ਵਿੱਚ ਵੀ ਕਾਫੀ ਹੈ। ਮੈਂ ਉਹਨੂੰ ਸੁਚੇਤ ਤੌਰ 'ਤੇ ਵੀ ਲੈਂਦਾ, ਪਰ ਉਹਦੇ ਵਿੱਚ ਵੀ ਜਿਹੜਾ ਵਿਸਫੋਟ ਜਿੱਥੇ ਕਿਤੇ ਵੀ ਉਹ ਵਾਪਰਦਾ, ਪੈਦਾ ਹੁੰਦਾ, ਉਹ ਮੈਨੂੰ ਲੱਗਦਾ ਹੁੰਦਾ ਕਿ ਉਹਦੇ ਰੂਪ ਤਾਂ ਹੈ ਹੀ ਹੈ ਕਿ ਤੁਸੀਂ ਵਿਰੋਧਾਭਾਸ, ਪਰ ਨਿਰੇ ਪਿਰੇ ਵਿਰੋਧਾਭਾਸ ਜਿਹੜਾ ਇੱਕ ਸਾਹਮਣੀ ਚੀਜ਼ਾਂ ਦੇ ਮਤਲਬ ਜਿਹੜਾ ਬਹੁਤ ਸਤਹੀ ਕਿਸਮ ਦਾ ਵਿਰੋਧਾਭਾਸ ਹੈ, ਉਹ ਤਾਂ ਫਿਰ ਰੂਪ ਹੋ ਗਿਆ। ਤੇ ਮੈਂ ਆਪਣੀ ਗਜ਼ਲ ਵਿੱਚ ਇਹ ਕੋਸ਼ਿਸ਼ ਕਰਦਾ ਕਿ ਜਿਹੜਾ ਉਹਦੇ ਵਿੱਚ ਕੋਈ ਵਿਸਫੋਟ ਪੈਦਾ ਹੋਵੇ, ਕੋਈ ਮੈਜਿਕ ਪੈਦਾ ਹੋ ਸਕੇ, ਜਾਦੂ ਪੈਦਾ ਹੋ ਸਕੇ, ਕੋਈ ਲਫ਼ਜ਼ ਦੇ ਵਿੱਚ ਸਿਖਰ ਪੈਦਾ ਹੋ ਸਕੇ, ਉਹ ਉਹਦੇ ਸਰੂਪ ਵਿੱਚ ਹੋਵੇ। ਉਹਦਾ ਵਿਰੋਧਾਭਾਸ ਜਿਵੇਂ ਸਾਡੇ ਕੋਲ ਬਾਈਨਰੀ ਆਪੋਜੀਸ਼ਨਸ ਹੁੰਦੀਆਂ, ਉਸ ਤਰ੍ਹਾਂ ਨਾ ਹੋਵੇ ਕਿ ਉਹ ਪੱਥਰ ਨਾਲ ਸ਼ੀਸ਼ਾ ਆ ਗਿਆ, ਪਾਣੀ ਨਾਲ ਰੇਤ ਆ ਗਈ, ਜਾਂ ਇਸ ਟ੍ਰੈਡੀਸ਼ਨਲ ਜਿਹੜਾ ਕੰਟਰਾਸਟ ਵੀ ਉਹਦੇ ਤੋਂ। ਕਿਉਂਕਿ ਮੈਨੂੰ ਇਹ ਫਿਰ ਲੱਗਦਾ ਕਿ ਅਸੀਂ ਹੁਣ ਜਿਹੜੀ ਸਾਰੀ ਪਰੰਪਰਾ 'ਚੋਂ ਗਜ਼ਲ ਵਾਲੀ 'ਚੋਂ ਆ ਰਹੇ ਹਾਂ, ਜਿਹੜੀ ਕਿ ਰਵਾਇਤੀ ਗਜ਼ਲ ਵੀ ਸਾਡੇ ਕੋਲ ਰਹੀ, ਸਾਧੂ ਸਿੰਘ ਹਮਦਰਦ, ਦੀਪਕ ਜੈਤੋਈ, ਫਿਰ ਪ੍ਰਿੰਸੀਪਲ ਤਖਤ ਸਿੰਘ ਆਉਂਦੇ ਆ, ਫਿਰ ਜਗਤਾਰ, ਫਿਰ ਸੁਰਜੀਤ ਪਾਤਰ ਆਉਂਦੇ ਆ। ਇਹ ਸਾਰੀ ਪਰੰਪਰਾ ਜੇ ਫਿਰ ਸਾਡੇ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਉਹਦੇ 'ਚ ਕੁਛ ਨਵਾਂ ਜੇ ਸ਼ਾਮਲ ਕਰ ਸਕੀਏ, ਨਵੀਂ ਉਹਦੇ ਵਿੱਚ ਕੋਈ ਚੀਜ਼ ਪੈਦਾ ਕਰ ਸਕੀਏ, ਨਵੀਂ ਕੋਈ ਧੁਨ ਉਹਦੇ ਵਿੱਚ ਦੇ ਸਕੀਏ। ਕਿਉਂਕਿ ਨਹੀਂ ਤਾਂ ਫਿਰ ਗਜ਼ਲ ਦਾ ਇੱਕ ਜਿਹੜਾ ਰੂਪ ਹੈ, ਬਹੁਤ ਬੰਦੇਜ ਵਾਲਾ ਰੂਪ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਜੇ ਅਸੀਂ ਹਾਲਾਂਕਿ ਬਹੁਤ ਰੂਪਗਤ ਪਹਿਲ ਵਾਲੀ ਵੀ ਗਜ਼ਲ ਪੰਜਾਬੀ 'ਚ ਲਿਖੀ ਜਾ ਰਹੀ ਹੈ, ਉਹਦਾ ਆਪਣਾ ਵੀ ਇੱਕ ਯੋਗਦਾਨ ਹੈ। ਉਹ ਅਭਿਆਸੀ ਲੋਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਸ ਨੂੰ। ਪਰ ਇੱਕ ਫਿਰ ਅਭਿਆਸ ਤੋਂ ਬਾਅਦ ਜਦੋਂ ਤੁਸੀਂ ਕੁਝ ਖਾਸ, ਜਿਹੜੀ ਤੁਸੀਂ ਸਰੂਪ ਦੀ ਗੱਲ ਕਰ ਰਹੇ ਹੋ, ਇਸ ਕਿਸਮ ਦੇ ਇੱਕ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ, ਤਾਂ ਉੱਥੇ ਫਿਰ ਜ਼ਰੂਰ ਤੁਹਾਨੂੰ ਉਹਦੇ ਵਿੱਚ ਇੱਕ ਨਵਾਂਪਨ, ਉਸ ਬੰਦਿਸ਼ ਵਾਲੇ, ਉਸ ਪੁਰਾਣੇ ਰੂਪ ਦੇ ਅੰਦਰ ਹੀ ਉਹਨੂੰ ਨਵਿਆਉਣਾ ਪਏਗਾ, ਉਹਨੂੰ ਨਵਾਂ ਕਰਨਾ ਪਏਗਾ। ਬਹੁਤ ਸਾਰੀ ਗਜ਼ਲ ਲਿਖੀ ਜਾ ਰਹੀ ਆ, ਪਰ ਉਹ ਸਾਹਮਣੇ ਨਹੀਂ ਆ ਰਹੀ। ਇਹਨੂੰ ਕਵਿਤਾ ਦੇ ਨਾਲ ਵੀ ਸੰਬੰਧ ਕੀਤਾ ਜਾ ਸਕਦਾ, ਇਹਨਾਂ ਨਾਲ ਨਾਵਲ, ਲਿਟਰੇਚਰ। ਮੈਂ ਪੜ੍ਹ ਰਿਹਾ ਸੀ ਕਿ 3000 ਕਿਤਾਬ ਜਿਹੜੀ ਹਰ ਸਾਲ ਛਪਦੀ ਆ, ਹੋ ਸਕਦਾ 3000 ਤੋਂ ਪਲੱਸ ਵੀ ਹੋਵੇ, ਪਰ ਉਹ 3000 ਕਿਤਾਬ ਛਪ ਗਈ, ਚਾਹੇ ਉਹ ਕਵਿਤਾ ਦੀ ਹੈ, ਚਾਹੇ ਉਹ ਨਾਵਲ ਦੀ ਆ, ਨਾਟਕ ਦੀ ਆ, ਉਹ ਸਾਡੇ ਤੱਕ ਪਹੁੰਚਣ ਦਾ ਨਾ ਕਾਰਨ ਉਹਨਾਂ ਦੀ ਸ਼ਾਇਰੀ ਦੇ ਵਿੱਚ, ਉਹਨਾਂ ਦੇ ਨਾਵਲ ਦੇ ਵਿੱਚ ਕਿਤੇ ਕਮੀਆਂ, ਕਿ ਸਾਡੇ ਸਾਧਨਾਂ ਦੇ ਵਿੱਚ ਕਮੀ ਹੈ। ਇਹ ਥੋੜ੍ਹੀਆਂ ਬਹੁਤੀਆਂ ਕਮੀਆਂ ਤਾਂ ਜ਼ਰੂਰ ਸਾਡੇ ਸਾਧਨਾਂ ਵਿੱਚ, ਅਸੀਂ ਜਿਹੜੀ ਚੰਗੀ ਚੀਜ਼ ਦੀ ਲੱਭਣ ਦੀ ਵੀ ਜ਼ਿੰਮੇਵਾਰੀ ਹੈ ਪਾਠਕ ਦੀ, ਚਾਹੇ ਆਲੋਚਕ ਦੀ, ਉਹਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਹੈਗੀਆਂ ਨੇ ਬਿਲਕੁਲ। ਪਰ ਅੱਜ ਦੇ ਦੌਰ ਵਿੱਚ ਖਾਸ ਤੌਰ 'ਤੇ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੋ ਗਿਆ, ਇਸ ਨੇ ਬਹੁਤ ਇੱਕ ਰੁਝਾਨ ਪੈਦਾ ਕੀਤਾ ਕਿ ਹਰ ਬੰਦਾ ਮਤਲਬ ਆਪਣੇ ਆਪ ਨੂੰ ਲਿਖਤ ਦੁਆਰਾ, ਸ਼ਾਇਰੀ ਦੁਆਰਾ, ਕਿਸੇ ਹੋਰ ਚੀਜ਼ ਦੁਆਰਾ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਉਹਨੂੰ ਇੱਕ ਬਹੁਤ ਖੁੱਲ੍ਹੀ ਪ੍ਰਵਾਨਗੀ ਮਿਲਦੀ ਹੈ, ਜਿਹੜੀ ਬਹੁਤ ਇੱਕ ਜਿਹਨੂੰ ਇੱਕ ਕੋਈ ਸਕਰੂਟਨੀ ਨਹੀਂ ਕਿਤੇ ਹੁੰਦੀ ਕਿ ਤੁਸੀਂ ਕੋਈ ਬਿਲਕੁਲ ਠੀਕ ਚੀਜ਼ ਪ੍ਰਕਾਸ਼ਿਤ ਹੋਣੀ ਹੈ, ਸਾਰਾ ਕੁਝ ਹੋਣਾ। ਤੇ ਇਸ ਤਰ੍ਹਾਂ ਬਹੁਤ ਕਿਤਾਬਾਂ ਆ ਰਹੀਆਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ। ਸਾਰਥਿਕ, ਤੁਸੀਂ ਸਾਧਨਾਂ ਦੀ ਗੱਲ ਕੀਤੀ, ਸਾਰਥਿਕ ਮੰਨਦੇ ਹੋ ਅੱਜ ਕੱਲ੍ਹ YouTube, Facebook, ਹੋਰ ਵੀ ਸੋਸ਼ਲ ਮੀਡੀਆ ਬਹੁਤ ਵੱਡੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਵਾ। ਉਹਨੂੰ ਸਾਰਥਿਕਤਾ ਨਾਲ ਲੈਂਦੇ ਹੋ ਕਿ ਬਹੁਤ ਸਾਰੇ ਉਹਨਾਂ ਨੂੰ ਫੇਸਬੁੱਕੀ ਕਵੀ ਜਾਂ ਫੇਸਬੁੱਕੀ ਵਿਚਾਰਧਾਰਕ ਲੋਕ ਆ ਕੇ ਬਹੁਤ ਸਾਰੇ ਨਾਮ ਦਿੱਤੇ ਜਾਂਦੇ ਆ? ਕਿੱਦਾਂ ਦੇਖਦੇ ਹੋ ਤੁਸੀਂ ਇਸ ਸਾਧਨਾਂ ਨੂੰ, ਸੋਸ਼ਲ ਸਾਧਨਾਂ ਨੂੰ? ਸੋਸ਼ਲ ਜਿਹੜੇ ਸਾਧਨ ਨੇ, ਇਹ ਹਰ ਦੌਰ ਦੇ ਜਿਹੜੇ ਸਾਧਨ ਹੁੰਦੇ ਉਹ ਬੜੇ ਜ਼ਰੂਰੀ ਹੁੰਦੇ ਆ, ਤਾਂ ਹੀ ਉਹ ਪੈਦਾ ਹੁੰਦੇ ਆ। ਇਹਨਾਂ ਨੂੰ ਹਮੇਸ਼ਾ ਹੀ ਤੁਹਾਨੂੰ ਮਤਲਬ ਹਾਂ ਪੱਖੀ ਤਰੀਕੇ ਨਾਲ ਦੇਖਣਾ ਚਾਹੀਦਾ ਹੁੰਦਾ। ਇਹਨਾਂ 'ਚ ਬਹੁਤ ਸਾਰੀਆਂ ਖੂਬਸੂਰਤੀਆਂ ਨੇ ਚੀਜ਼ਾਂ। ਆਪਾਂ ਹੁਣੇ ਇਸ ਗੱਲਬਾਤ ਤੋਂ ਪਹਿਲਾਂ ਜਿਹੜੀ ਗੈਰ ਰਸਮੀ ਗੱਲ ਕਰ ਰਹੇ ਸੀ, ਉੱਥੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਸਾਨੂੰ ਸਕ੍ਰਿਪਟ ਦੀ ਮੁਤਾਜੀ ਨਹੀਂ ਰਹੀ। ਫਰਜ਼ ਕਰੋ ਅਸੀਂ ਪਾਕਿਸਤਾਨੀ ਪੰਜਾਬੀ ਸਾਹਿਤ ਨੂੰ ਪੜ੍ਹਨਾ, ਸਾਨੂੰ ਸ਼ਾਹਮੁਖੀ ਨਹੀਂ ਪੜ੍ਹਨੀ ਆਉਂਦੀ,
ਅਸੀਂ ਉੱਧਰ ਜਾ ਨਹੀਂ ਸਕਦੇ ਕਿਤਾਬ ਲੈਣ ਲਈ, ਪਰ ਹੁਣ ਸੋਸ਼ਲ ਮੀਡੀਆ ਰਾਹੀਂ ਤੁਸੀਂ ਆਵਾਜ਼ ਰਾਹੀਂ ਪੂਰੀ ਦੀ ਪੂਰੀ ਸ਼ਾਇਰੀ, ਪੋਇਟਰੀ, ਲਿਟਰੇਚਰ ਤੁਹਾਡੇ ਕੋਲ ਆ ਸਕਦਾ। ਤੇ ਇਹ ਬਹੁਤ ਹੱਦਾਂ ਸਰਹੱਦਾਂ ਦੀ ਇਹਨਾਂ ਸਾਧਨਾਂ ਨੇ ਇਹਨਾਂ ਨੇ ਤੁਹਾਡੇ ਲਈ ਬਹੁਤ ਆਸਾਨੀਆਂ ਪੈਦਾ ਕਰ ਦਿੱਤੀਆਂ। ਤੁਹਾਡੇ ਕੋਲ ਬਹੁਤ ਮਤਲਬ ਐਕਸੈਸਿਬਿਲਿਟੀ ਹੋ ਗਈ, ਤੁਹਾਡੀ ਪਹੁੰਚ ਬਹੁਤ ਦੂਰ ਦਰਾਜ਼ ਤੱਕ ਹੋ ਗਈ, ਜਿੱਥੇ ਪਹਿਲਾਂ ਸੰਭਵ ਨਹੀਂ ਸੀ ਇਹਨਾਂ ਸਾਧਨਾਂ ਤੋਂ। ਤੇ ਇਸ ਕਰਕੇ ਇਹ ਸਾਧਨ ਮਤਲਬ ਇਹਨਾਂ ਨੂੰ ਵਰਤੋਂ ਤੇ ਹੈ। ਇਹ ਇਵੇਂ ਹੁਣ ਮਤਲਬ ਬਹੁਤ ਮਾੜੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ, ਉਹ ਫਿਰ ਮਤਲਬ ਪੜ੍ਹਨ ਵਾਲੇ ਦਾ ਮਨ ਉਚਾਟ ਕਰਦੀਆਂ, ਚੰਗੀ ਕਿਤਾਬ ਵੱਲ ਤੱਕ ਵੀ ਉਹ ਜਾਂਦਾ ਨਹੀਂ ਹੈ। ਤੇ ਇਹ ਤਾਂ ਹਰ ਇੱਕ ਇਵੇਂ ਬਹੁਤ ਵਿਚਾਰ ਕਰਦੇ ਹਾਂ, ਅਸੀਂ ਬਹਿਸਾਂ ਕਰਦੇ ਹਾਂ, ਉਹਦੇ ਵਿੱਚ ਵੀ ਬੜਾ ਕੁਝ ਫਜ਼ੂਲ ਹੁੰਦਾ। ਤਾਂ ਉਹ ਤਾਂ ਹਰ ਇੱਕ ਜਿਹੜੀ ਵਿਧਾ ਮਤਲਬ ਸਮਾਜ ਦੀ ਤੁਹਾਡੇ ਆਪਣੇ ਆਪ ਨੂੰ ਦੱਸਣ ਦੀ ਹੈ, ਉਹਦੇ ਵਿੱਚ ਬਹੁਤ ਖੂਬਸੂਰਤ ਚੀਜ਼ਾਂ ਵੀ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਗੈਰ ਸਾਰਥਕ ਵੀ ਹੈ। ਇਹ ਤਾਂ ਸਭ ਨਾਲ ਚੱਲਦਾ ਰਹਿਣਾ। ਕੋਰਲ ਸਾਹਿਬ, ਆਪਾਂ ਫਿਰ ਇੱਕ ਵਾਰ ਗਜ਼ਲ ਤੇ ਆਉਂਦੇ ਹਾਂ ਜੀ ਕਿ ਤੁਹਾਡੀ ਸਮਝ ਅਨੁਸਾਰ ਇੱਕ ਚੰਗੀ ਗਜ਼ਲ ਕਿਹੋ ਜਿਹੀ ਹੁੰਦੀ ਹੈ, ਕਿਉਂਕਿ ਇਹ ਬਹੁਤ ਸਾਰੇ ਸਿੱਖਣ ਵਾਲੇ ਵੀ ਇਸ ਆਪਣੀ ਮੁਲਾਕਾਤ ਨੂੰ ਦੇਖਣਗੇ ਤਾਂ ਉਹਨਾਂ ਲਈ ਇਹ ਆਸਾਨੀ ਹੋ ਜੂ ਕਿ ਇੱਕ ਚੰਗੀ ਗਜ਼ਲ ਤੁਹਾਡੀ ਸਮਝ ਅਨੁਸਾਰ ਕਿਹੋ ਜਿਹੀ ਹੁੰਦੀ ਹੈ। ਚੰਗੀ ਗਜ਼ਲ ਬਸ ਮੇਰੇ ਹਿਸਾਬ ਨਾਲ ਇਹ ਹੈ ਕਿ ਉਹ ਜਿਹੜੇ ਬਹਿਰ ਦੇ ਜਾਂ ਹੋਰ ਜਿਹੜੇ ਤਕਾਜ਼ੇ ਨੇ ਗਜ਼ਲ ਦੀ ਬੰਦਿਸ਼ ਦੇ, ਉਹਨਾਂ ਨੂੰ ਉਹ ਪੂਰਾ ਕਰਦੀ ਹੋਵੇ। ਉਸ ਤੋਂ ਬੇਮੁਹਾਰ ਹੋ ਕੇ ਵੀ ਗਜ਼ਲ ਨਹੀਂ ਹੋ ਸਕਦੀ ਫਿਰ, ਜੇ ਤੁਸੀਂ ਖਾਸ ਤੌਰ 'ਤੇ ਗਜ਼ਲ ਕਹਿਣਾ। ਪਰ ਨਾਲ ਦੀ ਨਾਲ ਇਹ ਹੈ ਕਿ ਸਿਰਫ ਤੁਸੀਂ ਉਸ ਬੰਦਿਸ਼ ਦੇ ਤਕਾਜ਼ਿਆਂ ਨੂੰ ਹੀ ਪਕੜ ਕੇ ਪੂਰਾ ਉਤਰੋ, ਜਿਹਦੇ ਵਿੱਚ ਸਭ ਚੀਜ਼ਾਂ ਪੂਰੀ ਮਾਤਰਾ ਦੇ ਵਿੱਚ ਹੋਣ, ਪਰ ਉਹਦੇ ਵਿੱਚ ਕਿਤੇ ਫਿਰ ਰਮਜ਼ ਨਾ ਕੋਈ ਹੋਵੇ। ਐਸੀ ਗਜ਼ਲ ਵੀ ਮਤਲਬ ਮੇਰੇ ਨਜ਼ਦੀਕ ਕੋਈ ਅੱਛੀ ਗਜ਼ਲ ਨਹੀਂ ਹੈ। ਮੇਰੇ ਨਜ਼ਦੀਕ ਹੈ ਕਿ ਉਹਦੇ ਵਿੱਚ ਜਿਹੜੀ ਰਮਜ਼ਕਾਰੀ ਖਾਸ ਤੌਰ 'ਤੇ ਹੋਵੇ। ਜਿਵੇਂ ਤੁਸੀਂ ਕਿਹਾ ਕਿ ਉਹ ਬਹਿਰ ਦੇ ਜਾਂ ਪੂਰਾ ਉਤਰਦੀ ਹੋਵੇ ਤਾਂ ਉਹ ਇੱਕ ਰਵਾਨੀ ਪੈਦਾ ਹੋ ਗਈ, ਉਹਦੇ ਨਾਲ ਹੋਰ ਬਹੁਤ ਸਾਰਾ ਮੈਜਿਕ ਪੈਦਾ ਹੁੰਦਾ ਵਾ, ਜਿਹਦੇ ਕਾਰਨ ਉਹਨੂੰ ਗਜ਼ਲ ਦਾ ਇੱਕ ਨਾਮ ਦਿੱਤਾ ਜਾ ਸਕਦਾ ਵਾ। ਇਹ ਬਹੁਤ ਸਾਰੇ ਸਾਡੇ ਜਿਵੇਂ 3 ਅੱਖਰੀ ਟੁਕੜੇ ਆ, ਉਹ ਅਰਬੀ, ਫਾਰਸੀ ਜਾਂ ਉਰਦੂ ਦੇ ਪ੍ਰਭਾਵ ਅਧੀਨ ਸਾਡੇ ਪੰਜਾਬੀ ਬੋਲੀ ਦੇ ਵਿੱਚ ਆਉਂਦੇ ਆ। ਉਹਨਾਂ ਨੂੰ ਬੰਨਿਆ ਜੇ ਰੂਪ ਦੇ ਅਨੁਸਾਰ ਉਹਨਾਂ ਨੂੰ ਜਦੋਂ ਬਹਿਰ ਦੇ ਵਿੱਚ ਵੰਡਦੇ ਆ ਤਾਂ ਉਹਨਾਂ ਨੂੰ ਉਰਦੂ ਦੇ ਦੂਸਰੇ 3 ਅੱਖਰ ਉਹਦੇ ਹਿਸਾਬ ਨਾਲ ਬਿਲਕੁਲ। ਤੇ ਕੀ ਸਾਨੂੰ ਅੱਜ ਦੇ ਟਾਈਮ ਪੰਜਾਬੀ ਗਜ਼ਲ ਦਾ ਸ਼ਾਸਤਰ ਸਿਰਜਣ ਦੀ ਲੋੜ ਹੈ ਜਿਹੜਾ ਪੰਜਾਬੀ ਬੋਲੀ ਦੇ ਅਕੋਰਡਿੰਗ ਹੋਵੇ? ਇਹ ਮੇਰਾ ਖਿਆਲ ਜਿਹੜਾ ਸਾਡਾ ਸਵਾਲ ਤੁਸੀਂ ਇਹ ਲਿਆ, ਸਾਡੀ ਅੱਜ ਦੀ ਗੱਲਬਾਤ ਦਾ ਸਭ ਤੋਂ ਬਹੁਤ ਵਧੀਆ ਸਵਾਲਾਂ 'ਚੋਂ ਇੱਕ ਹੈ ਕਿ ਸਾਡੀ ਦਿੱਕਤ ਇਹ ਰਹੀ ਕਿ ਸਾਡੀ ਜਿਹੜੀ ਆਲੋਚਨਾ ਪ੍ਰਣਾਲੀ ਹੈ ਜਾਂ ਸਾਡੇ ਆਲੋਚਕ ਨੇ, ਉਹ ਕੋਈ ਗਜ਼ਲ ਦੇ ਬਹੁਤ ਨਜ਼ਦੀਕ ਨਹੀਂ ਆ ਸਕੇ। ਉਹਨਾਂ ਦੇ ਸ਼ਾਇਦ ਆਪਣੇ ਕੁਝ ਉਹਨਾਂ ਨੂੰ ਡਰ ਨੇ, ਉਹਨਾਂ ਦੀ ਕੁਝ ਉਹਦੇ ਬਾਰੇ ਘੱਟ ਟ੍ਰੇਨਿੰਗ ਕਹਿ ਲਓ, ਜਾਂ ਕੁਝ ਉਹਦੇ ਸਰੂਪ ਉਹਨਾਂ ਦੇ ਪਕੜ ਵਿੱਚ ਨਹੀਂ ਆਇਆ। ਇਸ ਕਰਕੇ ਅਸੀਂ ਇਹਦਾ ਇੱਕ ਪੱਕਾ ਜਿਹੜਾ ਪੰਜਾਬੀ ਗਜ਼ਲ ਸ਼ਾਸਤਰ, ਇਹਦਾ ਕਾਵਿ ਸ਼ਾਸਤਰ, ਪੋਇਟਿਕਸ ਹੈ, ਉਹ ਅਸੀਂ ਅਜੇ ਤੱਕ ਨਹੀਂ ਉਸਾਰ ਸਕੇ। ਬਹੁਤ ਸਾਰੇ ਇਸੇ ਕਾਰਨ ਭਰਮ ਭੁਲੇਖੇ ਨੇ। ਹਰ ਇੱਕ ਜਿਹੜੇ ਇਹਨੂੰ ਗਜ਼ਲ ਨੂੰ ਲਿਖਣ ਵਾਲੇ, ਸਮਝਣ ਵਾਲੇ, ਇਹਦੇ ਬਾਰੇ ਬੋਲਣ ਵਾਲੇ ਬੰਦੇ, ਉਹਨਾਂ ਦੇ ਆਪਣੇ ਆਪਣੇ ਤਕਾਜ਼ੇ ਨੇ। ਜਿਵੇਂ ਤੁਸੀਂ ਬਹੁਤ ਵਧੀਆ ਇਸ਼ਾਰਾ ਕੀਤਾ ਕਿ ਜਿਹੜੀ ਸਾਡੇ ਕੋਲ ਇੱਕ ਵਿਰਾਸਤ ਆਈ ਅਰਬੀ ਫਾਰਸੀ ਤੋਂ, ਉਹਦੇ ਵਿੱਚ ਅਸੀਂ ਇਹਨਾਂ ਦਾ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਹੋਰ ਤਰੀਕੇ ਨਾਲ ਕਰਦੇ ਹਾਂ। ਪੰਜਾਬੀ ਸਾਡਾ ਜਿਹੜਾ ਲਬੋ ਲਹਿਜਾ ਜਾਂ ਸਾਡੀ ਆਪਣੀ ਜ਼ੁਬਾਨ ਦੀ ਇੱਕ ਅਦਾਇਗੀ ਹੈ, ਉਹਦੇ 'ਚ ਅਸੀਂ ਉਹਨਾਂ ਨਾਲ ਸ਼ਬਦਾਂ ਨੂੰ ਹੋਰ ਤਰੀਕੇ ਨਾਲ ਬੋਲਦੇ ਹਾਂ। ਤੇ ਇਹ ਪਰ ਮਤਲਬ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਜਿਹੜੀ ਤੁਹਾਡੀ ਆਪਣੀ ਜ਼ੁਬਾਨ ਦੀ ਤਾਸੀਰ ਹੈ, ਉਹਦੇ ਲਿਹਾਜ਼ ਨਾਲ ਹੀ ਉਹਨਾਂ ਦਾ ਉਚਾਰਨ ਹੋਣਾ ਚਾਹੀਦਾ। ਕਿਉਂਕਿ ਭਾਸ਼ਾ ਬਾਰੇ ਵੀ ਅਸੀਂ ਆਮ ਗੱਲ ਕਰਦੇ ਹੁੰਦੇ ਹਾਂ ਕਿ ਭਾਸ਼ਾ ਜਿਹੜੀ ਸਟੈਂਡਰਡ ਭਾਸ਼ਾ ਹੋਣੀ ਚਾਹੀਦੀ, ਜਿਹੜੀ ਟਕਸਾਲੀ ਹੋਣੀ ਹੈ। ਪਰ ਜਿਹੜੇ ਮਤਲਬ ਭਾਸ਼ਾ ਸ਼ਾਸਤਰੀ ਨੇ, ਉਹ ਕਹਿੰਦੇ ਵੀ ਟਕਸਾਲੀ ਭਾਸ਼ਾ ਦਾ ਕੋਈ ਰੂਪ ਨਹੀਂ ਹੁੰਦਾ। ਇਹ ਸਭ ਤੋਂ ਫਜ਼ੂਲ ਗੱਲ ਹੁੰਦੀ ਹੈ। ਭਾਸ਼ਾ ਦਾ ਸਭ ਤੋਂ ਖੂਬਸੂਰਤ ਰੂਪ ਹੁੰਦਾ ਉਹਦਾ ਜਿਹੜਾ ਖੇਤਰੀ ਰੂਪ ਹੁੰਦਾ। ਜਿਹੜੀ ਆਪਣੇ ਖਿੱਤੇ ਦੀ ਭਾਸ਼ਾ ਹੈ, ਉਹਦਾ ਲਹਿਜਾ, ਉਹਦੇ ਵਿੱਚ ਖੂਬਸੂਰਤੀ ਹੁੰਦੀ ਹੈ। ਉਹਨੂੰ ਸਭ ਕੁਝ ਅਸੀਂ ਯੂਨੀਫਾਰਮ ਕਰਦੇ ਹਾਂ ਤਾਂ ਉਹਦੇ ਵਿੱਚ ਉਹਦੀ ਸੁੰਦਰਤਾ ਗੁਆਚ ਜਾਂਦੀ ਹੈ। ਇਸੇ ਤਰੀਕੇ ਨਾਲ ਸਾਡਾ ਜਿਹੜਾ ਹੁਣ ਤੱਕ ਭੁਲੇਖਾ ਚੱਲਦਾ ਜਾਂ ਦੁਫੇੜ ਸਾਡਾ ਚੱਲਦਾ ਰਿਹਾ ਗਜ਼ਲ ਲਿਖਣ ਵਿੱਚ ਜਾਂ ਗਜ਼ਲ ਦੇ ਸ਼ਾਸਤਰ ਵਿੱਚ, ਇਹਦੇ ਵਿੱਚ ਫਿਰ ਦਿੱਕਤ ਰਹੀ ਕਿ ਸਾਡੇ ਕੋਲ ਬਹੁਤ ਆਲੋਚਕ ਨਹੀਂ ਇਸ ਕਿਸਮ ਦੇ ਪੈਦਾ ਹੋਏ। ਹਾਲਾਂਕਿ ਹੁਣ ਨਵੀਂ ਪੀੜ੍ਹੀ ਵਿੱਚ ਕੁਝ ਬੰਦੇ ਨੇ ਜਿਹੜੇ ਖੁਦ ਵੀ ਗਜ਼ਲਕਾਰ ਨੇ ਅਤੇ ਉਹ ਗਜ਼ਲ ਬਾਰੇ ਚੰਗੀ ਸਮਝ ਰੱਖਦੇ ਆ, ਉਹਦੇ ਰੂਪ ਬਾਰੇ, ਉਹਦੇ ਸਰੂਪ ਬਾਰੇ। ਉਹਨਾਂ ਦੀਆਂ ਕੁਝ ਚੰਗੀਆਂ ਚੀਜ਼ਾਂ, ਟਿੱਪਣੀਆਂ ਸਾਹਮਣੇ ਵੀ ਆਈਆਂ ਨੇ, ਪਰ ਅਸੀਂ ਕੋਈ ਪੱਕਾ ਪੀੜਾ ਇਹਦਾ ਸ਼ਾਸਤਰ ਨਹੀਂ ਅਜੇ ਬਣਾ ਸਕੇ। ਇਹ ਬਿਲਕੁਲ ਯੂਨੀਵਰਸਿਟੀਜ਼, ਚਾਹੇ ਪੰਜਾਬ ਯੂਨੀਵਰਸਿਟੀ ਹੋਵੇ, ਚਾਹੇ ਪੰਜਾਬੀ ਹੋਵੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਜੀ, ਇਹਨਾਂ ਦਾ ਕੀ ਯੋਗਦਾਨ ਰਿਹਾ ਗਜ਼ਲ ਪਰੰਪਰਾ ਨੂੰ ਅੱਗੇ ਲੈ ਕੇ ਜਾਣ ਵਿੱਚ?
ਖੋਜ ਕਾਰਜ ਵਿੱਚ ਉਹ ਆਪਾਂ ਹੁਣੇ ਜਿਹੜੀ ਗੱਲ ਕਰ ਚੁੱਕੇ ਹਾਂ, ਇਸੇ ਸਵਾਲ ਵਿੱਚ ਹੀ ਆ ਗਿਆ ਕਿ ਜਿਹੜੇ ਯੂਨੀਵਰਸਿਟੀਆਂ ਤੋਂ ਭਾਵ ਸਾਡਾ ਕਿ ਉੱਥੇ ਜਿਹੜੇ ਵਿਦਵਾਨ ਬੈਠੇ ਹੋਏ ਨੇ, ਜਿਹੜੇ ਜਿਨ੍ਹਾਂ 'ਤੇ ਸਾਨੂੰ ਤਵੱਕੋ ਹੈ ਕਿ ਉਹ ਚੀਜ਼ਾਂ ਦੀ ਵਿਆਖਿਆ ਕਰਨਗੇ, ਚੀਜ਼ਾਂ ਬਾਰੇ ਆਪਣੀਆਂ ਟਿੱਪਣੀਆਂ ਦੇਣਗੇ, ਇੱਕ ਮਾਰਗਦਰਸ਼ਨ ਦੇਣਗੇ, ਤਾਂ ਉਹਨਾਂ ਦੀ ਫਿਰ ਆਪਣੀਆਂ ਕੁਛ ਬੰਦਿਸ਼ਾਂ ਹੋਣਗੀਆਂ, ਉਹਨਾਂ ਦੀ ਕੁਛ ਲਿਮਿਟੇਸ਼ਨਸ ਹੋਣਗੀਆਂ ਕਿ ਉਹ ਗਜ਼ਲ ਨੂੰ ਉਸ ਰੂਪ ਵਿੱਚ ਨਹੀਂ ਲੈ ਸਕੇ ਜਿਵੇਂ ਆਮ ਦੂਜੀ ਅਸੀਂ ਸ਼ਾਇਰੀ ਜਿਹੜੀ ਮਤਲਬ ਛੰਦ ਤੋਂ ਮੁਕਤ ਹੈ ਉਹਦੇ ਬਾਰੇ ਟਿੱਪਣੀਆਂ ਅਸੀਂ ਸੁਣਦੇ ਹਾਂ। ਤਾਂ ਇਸ ਕਰਕੇ ਮਤਲਬ ਇਹ ਇਕੱਲਾ ਯੂਨੀਵਰਸਿਟੀਆਂ ਦਾ ਨਹੀਂ ਹੈ ਮਸਲਾ, ਜਿੱਥੇ ਕਿਤੇ ਵੀ ਕੋਈ ਬੰਦਾ ਇਹਦੇ ਕਾਬਲ ਸੀ ਕਿ ਜਿਹੜਾ ਇਹਦਾ ਇੱਕ ਸ਼ਾਸਤਰ ਵਿਕਸਿਤ ਕਰ ਸਕਦਾ, ਉਹਦੇ ਵਿੱਚ ਬਹੁਤ ਅਜੇ ਕੰਮ ਹੋਣ ਦੀ ਜ਼ਰੂਰਤ ਹੈ। ਕੁਝ ਬੁਨਿਆਦੀ ਚੀਜ਼ਾਂ ਹੋਈਆਂ ਨੇ, ਇਹਦੇ ਪਾਸੇ ਹੋਰ ਸਾਨੂੰ ਅਜੇ ਧਿਆਨ ਦੇਣ ਦੀ ਲੋੜ ਹੈ। ਇੱਕ ਗਜ਼ਲ ਦੀ ਲੰਮੀ ਪਰੰਪਰਾ ਚੱਲੀ ਮੌਲਾ ਬਖਸ਼ ਕੁਸ਼ਤਾ ਤੋਂ ਲੈ ਕੇ ਉਸ ਤੋਂ ਅੱਗੇ, ਚਾਹੇ ਤੁਸੀਂ ਪਿੱਛੇ ਗੱਲ ਕੀਤੀ ਹੈ ਕਿ ਉਹ ਸ਼ਾਹ ਮੁਰਾਦ ਤੋਂ ਆਉਂਦਾ ਵਾ, ਮੁਹੰਮਦ ਬਖਸ਼ ਹੁੰਦਾ ਵਾ, ਪ੍ਰਿੰਸੀਪਲ ਤਖਤ ਸਿੰਘ ਹੋਣੇ ਹੁੰਦੇ, ਹਸਨ ਸਿੰਘ ਹਮਦਰਦ ਹੋਣੇ ਹੁੰਦੇ, ਡਾਕਟਰ ਜਗਤਾਰ ਹੁੰਦੇ, ਸੁਰਜੀਤ ਪਾਤਰ ਸਾਹਿਬ ਹੁੰਦੇ, ਅੱਜ ਜਸਵਿੰਦਰ, ਗੁਰਤੇਜ ਕੁਹਾਰ ਵਾਲਾ ਤੱਕ ਗਜ਼ਲ ਹੋਰ ਵੀ ਅਨੇਕ ਦੇਸ਼ਾਂ ਵਿਦੇਸ਼ਾਂ ਤੱਕ ਫੈਲ ਗਈ ਆ। ਬਿਲਕੁਲ। ਤੁਸੀਂ ਪਰੰਪਰਕ ਪੰਜਾਬੀ ਗਜ਼ਲ ਤੇ ਸਮਕਾਲੀ ਪੰਜਾਬੀ ਗਜ਼ਲ ਦੇ ਵਿੱਚ ਕੀ ਡਿਫਰੈਂਸ਼ੀਏਟ ਕੀ ਕਰਦੇ ਹੋ? ਕਿਸ ਤਰ੍ਹਾਂ ਦੇ ਬਦਲਾਵ ਦੇਖਣ ਨੂੰ ਮਿਲਦੇ ਪਏ, ਜਾਂ ਪੰਜਾਬੀ ਗਜ਼ਲ ਦੀ ਮੌਲਿਕਤਾ ਕਿਸ ਤਰ੍ਹਾਂ ਦੀ ਹੈ? ਜਿਹੜਾ ਸਾਡੇ ਕੋਲ ਗਜ਼ਲ ਦਾ ਪਹਿਲਾ ਦੌਰ ਸੀ ਉਹਦਾ ਵੀ ਬਹੁਤ ਮਹੱਤਵਪੂਰਨ ਕੰਮ ਰਿਹਾ ਸੀ। ਉਹਨੂੰ ਬਿਲਕੁਲ ਅਖੋਲੇ ਨਹੀਂ ਕਰ ਸਕਦੇ ਕਿ ਉਹਨਾਂ ਨੇ ਰੂਪ ਨੂੰ ਸਥਾਪਿਤ ਕੀਤਾ ਔਰ ਪੰਜਾਬੀ ਪਾਠਕਾਂ ਵਿੱਚ ਗਜ਼ਲ ਨੂੰ ਪ੍ਰਵਾਨ ਕਰਾਇਆ, ਪ੍ਰਚਿਤ ਵੀ ਕਰਵਾਇਆ, ਪ੍ਰਵਾਨ ਵੀ ਕਰਾਇਆ। ਇਹਦੇ ਵਿੱਚ ਮੈਂ ਜੇ ਜ਼ਿਕਰ ਕਰਾਂ ਅਜੀਤ ਅਖਬਾਰ ਦਾ, ਸਾਰੂ ਸਿੰਘ ਹਮਦਰਦ ਹੋਰਾਂ ਦਾ, ਉਹਨਾਂ ਨੇ ਇੱਕ ਪੂਰੀ ਦੀ ਪੂਰੀ ਲਹਿਰ ਪੈਦਾ ਕੀਤੀ। ਦੀਪਕ ਜਤੋਈ ਹੋਰੀ ਉਹਨਾਂ ਦੇ ਸੰਵਾਦ ਵਿੱਚ ਸੀ, ਉਹ ਬਹਿਸਾਂ ਹੁੰਦੀਆਂ ਰਹੀਆਂ। ਫਿਰ ਤਰਾ ਮਿਸਰਾ ਤੇ ਹੋਰ ਇਸ ਤਰ੍ਹਾਂ ਜਿਹੜੀ ਗਜ਼ਲ ਦੀ ਟ੍ਰੇਨਿੰਗ ਸੀ, ਉਹ ਸਾਰੇ ਦੌਰ ਨੇ ਉਹ ਟ੍ਰੇਨਿੰਗ ਦਿੱਤੀ। ਪਰ ਉਸ ਤੋਂ ਬਾਅਦ ਫਿਰ ਇੱਕ ਦੌਰ ਆਉਂਦਾ ਹੁੰਦਾ, ਜਿਹੜੀ ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਚੁੱਕੇ ਕਿ ਰੂਪ ਬਣ ਜਾਂਦਾ। ਰੂਪ ਦੇ ਅੰਦਰ ਫਿਰ ਇੱਕ ਜਿਹੜਾ ਫੈਲਾਓ ਪੈਦਾ ਕਰਨ ਦਾ ਇੱਕ ਦੌਰ ਆਉਂਦਾ ਹੈ। ਤੁਸੀਂ ਇਕੱਲੇ ਉਸ ਰੂਪ ਦੀ ਮੁਹਾਰਨੀ ਉੱਤੇ ਹੀ ਨਹੀਂ ਚੀਜ਼ਾਂ ਸਿਰਜ ਸਕਦੇ। ਮਤਲਬ ਤੁਸੀਂ ਲਿਖ ਸਕਦੇ ਹੋ, ਸਿਰਜਣਾ ਨਹੀਂ ਹੋ ਸਕਦੀ। ਸਿਰਜਣਾ ਉਦੋਂ ਹੁੰਦੀ ਹੈ ਕਿ ਜਦੋਂ ਤੁਸੀਂ ਉਸ ਰੂਪ ਦੇ ਅੰਦਰ ਕੁਛ ਨਵੀਆਂ ਤਕਾਜ਼ੇ, ਨਵੀਆਂ ਕੁਛ ਰਮਜ਼ਾਂ ਪੈਦਾ ਕਰਦੇ ਹੋ। ਤਾਂ ਇਸ ਦਾ ਜਿਹੜਾ ਦੌਰ ਆ ਉਹ ਮੇਰੇ ਲਿਹਾਜ਼ ਨਾਲ ਪ੍ਰਿੰਸੀਪਲ ਤਖਤ ਸਿੰਘ ਤੋਂ ਹੋ ਜਾਂਦਾ ਸ਼ੁਰੂ, ਕਿ ਜਦੋਂ ਉਹਨਾਂ ਨੇ ਕੁਛ ਨਵੇਂ ਬਿੰਬ, ਕੁਛ ਨਵੇਂ ਇਸ਼ਤਿਹਾਰੇ, ਨਵੀਆਂ ਕੁਛ ਚੀਜ਼ਾਂ ਆਪਣੀਆਂ ਰਚਨਾਵਾਂ ਵਿੱਚ ਲਿਆਂਦੀਆਂ। ਇਸੇ ਤਰ੍ਹਾਂ ਜਗਤਾਰ ਹੋਰਾਂ ਦੀ ਕਵਿਤਾ ਦੇ ਅੰਦਰ ਇੱਕ ਖਾਸ ਕਿਸਮ ਦੀ ਉਦਾਸੀ, ਖਾਸ ਕਿਸਮ ਦਾ ਇੱਕ ਵਿਛੋੜਾ, ਖਾਸ ਕਿਸਮ ਦਾ ਇੱਕ ਹਿਜਰ ਉਹਨਾਂ ਦੀ ਕਵਿਤਾ ਦੇ ਅੰਦਰ ਆਇਆ। ਸੁਰਜੀਤ ਪਾਤਰ ਦੀ ਜਦੋਂ ਗਜ਼ਲ ਅਸੀਂ ਤੱਕ ਆਉਂਦੇ ਹਾਂ ਤਾਂ ਫਿਰ ਇਹਦੇ ਅੰਦਰ ਖਾਸ ਕਿਸਮ ਦਾ ਲੋਕ ਮਨ ਦਾ ਪ੍ਰਗਟਾਵਾ ਅਸੀਂ ਮੰਨਦੇ ਹਾਂ ਕਿ ਜਿਹਦੇ ਵਿੱਚ ਇੱਕ ਔਰਤ ਮਨ ਦੇ ਬਹੁਤ ਸਾਰੇ ਪਹਿਲੂ ਵੀ ਉਹਦੇ ਵਿੱਚ ਆ ਕੇ ਆਏ। ਤਾਂ ਇਹ ਗਜ਼ਲ ਸਾਡੀ ਇੱਥੋਂ ਬਦਲਣਾ ਸ਼ੁਰੂ ਹੋ ਗਈ ਸੀ। ਪਰ ਜਦੋਂ ਅਸੀਂ ਹੁਣ ਨਵੇਂ ਦੌਰ ਦੇ ਲੋਕਾਂ ਤੱਕ ਆਉਂਦੇ ਹਾਂ, ਸਾਡੇ ਕੋਲ ਵਿਜੇ ਵਿਵੇਕ ਨੇ, ਸਾਡੇ ਕੋਲ ਜਸਵਿੰਦਰ ਨੇ, ਸਾਡੇ ਕੋਲ ਬਰਜਿੰਦਰ ਚੌਹਾਨ ਨੇ, ਹੈ ਨਾ, ਨਵੇਂ ਦੋਸਤਾਂ ਵਿੱਚੋਂ ਜਗਵਿੰਦਰ ਜੋਧਾ ਨੇ, ਸ਼ਮਸ਼ੇਰ ਮੋਹੀ ਨੇ, ਹੈ ਨਾ, ਨਵਿਆਂ 'ਚੋਂ ਬਿਲਕੁਲ ਮਨਜੀਤ ਪੁਰੀ ਨੇ, ਸੁਨੀਲ ਚੰਦਿਆੜਵੀ ਨੇ, ਇਸ ਤਰ੍ਹਾਂ ਤੁਹਾਡੇ ਤੱਕ ਇਹ ਸਾਰੀ ਗੱਲ ਪਹੁੰਚ ਜਾਂਦੀ ਹੈ। ਤਾਂ ਇਹਦੇ ਵਿੱਚ ਫਿਰ ਮਤਲਬ ਜਿਹੜੀ ਇੱਕ ਬਿਆਨ ਦੀ ਤਾਜ਼ਗੀ ਹੈ ਨਾ, ਕਿਉਂਕਿ ਆਮ ਕਹਿੰਦੇ ਹੁੰਦੇ ਕਿ ਗੱਲਾਂ ਤਾਂ ਸਾਰੀਆਂ ਪਹਿਲਾਂ ਕਈਆਂ ਹੀ ਪਈਆਂ ਹੁੰਦੀਆਂ, ਗੱਲ ਨਵੀਂ ਉਹਦੇ ਬਿਆਨ ਵਿੱਚੋਂ ਬਣਦੀ ਹੈ। ਜਿਵੇਂ ਉਹ ਗਾਲਿਬ ਦੇ ਸ਼ੇਰ ਦੇ ਹਵਾਲੇ ਨਾਲ ਵੀ ਕਿ ਉਸਕਾ ਅੰਦਾਜ਼ੇ ਬਿਆਨ। ਔਰ ਇਹ ਜਿਹੜੀ ਸਾਰੀ, ਮੈਂ ਇਹਨੂੰ ਜੇ ਵਿਕਾਸ ਜਾਂ ਇਹਦੀ ਡਿਵੈਲਪਮੈਂਟ ਜਾਂ ਇੱਕ ਪਰੰਪਰਾ ਮੰਨਦਾ ਤਾਂ ਉਹ ਇਹ ਹੈ ਕਿ ਸਾਡੇ ਕੋਲ ਗਜ਼ਲ ਦੇ ਰੂਪ ਵਿੱਚ ਨਵੇਂ ਬਿਲਕੁਲ ਕੋਚ ਦੇ 5ਵੀਂ ਪੀੜ੍ਹੀ ਦੇ ਗਜ਼ਲਕਾਰਾਂ ਤੱਕ ਆਉਂਦਿਆਂ ਜਿਹੜੀ ਗਜ਼ਲ ਹੈ ਉਹਦੇ ਵਿੱਚ ਰਮਜ਼ ਹੋਰ ਗਹਿਰੀ ਹੋਈ ਹੈ, ਉਹਦੇ ਵਿੱਚ ਬਿਆਨ ਹੋਰ ਖੂਬਸੂਰਤ ਹੋਇਆ, ਉਹਦੇ ਵਿੱਚ ਜਿਹੜੀ ਬਿੰਬਾਵਲੀ ਹੈ ਉਹ ਬਹੁਤ ਨਵੀਂ ਹੋ ਗਈ ਹੈ। ਉਹਦੇ ਵਿੱਚ ਐਸੇ ਵਿਸ਼ੇ ਆ ਗਏ ਜਿਹੜੇ ਸ਼ਾਇਦ ਸਾਡੀ ਪਹਿਲੀ ਗਜ਼ਲ ਦੇ ਵਿੱਚ ਨਹੀਂ ਆ ਸਕਦੇ ਸੀ ਜਾਂ ਉਸ ਸਮੇਂ ਸੋਚੇ ਨਹੀਂ ਗਏ ਸੀ। ਬਿਲਕੁਲ ਬਿਲਕੁਲ। ਜਿਵੇਂ ਕਿ ਬੰਦੇ ਦਾ ਸੁਭਾਅ ਵੀ ਤਾਂ ਲਗਾਤਾਰ ਬਦਲਾਵ ਦੇ ਵਿੱਚ ਵਿਚਰਦਾ ਰਹਿੰਦਾ। ਬੰਦੇ ਦੀ ਖਾਸੀਅਤ ਇਹ ਹੈ ਕਿ ਉਹ ਹਮੇਸ਼ਾ ਸਿੱਖਦਾ ਰਹਿੰਦਾ, ਬਦਲਦਾ ਰਹਿੰਦਾ ਵਾ। ਬਿਲਕੁਲ। ਅਸੀਂ ਤਾਂ ਤੁਸੀਂ ਸਾਡੇ ਪਾਕਿਸਤਾਨ ਵੀ ਗਏ, ਕਿਉਂਕਿ ਉਹ ਸਾਡਾ ਪਾਕਿਸਤਾਨ ਆ। ਸਾਡਾ ਇਹ ਨਹੀਂ ਕਿ ਉਹ ਇਕੱਲਾ ਹਿੰਦੁਸਤਾਨੀਆਂ ਦਾ, ਸਾਡਾ ਮਤਲਬ ਸਾਡੇ ਉਹ ਪਾਕਿਸਤਾਨ, ਉਹ ਸਾਡੇ ਭਾਈ ਨੇ, ਅਸੀਂ ਵੀ ਉਹਨਾਂ ਦੇ ਭਾਈ ਨੇ।
ਉਸ ਸਫ਼ਰ ਵੱਲ ਜਾਣ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਸੀਂ ਇੱਕ ਆਪਣੀ ਤਾਜ਼ਾ ਗਜ਼ਲ, ਬਿਲਕੁਲ ਜਿਹੜੀ ਕਿਤਾਬ ਦੇ ਵਿੱਚ ਤੁਹਾਡੀ ਪੁਸਤਕ ਦੇ ਹਿੱਸਾ ਨਹੀਂ ਗਈ, ਤੁਸੀਂ ਨਵੀਂ ਰਚੀ ਆ, ਉਹ ਸਾਡੇ ਨਾਲ ਸਾਂਝੀ ਕਰੋ। ਉਹ ਮੈਂ ਪਿਛਲੇ ਦਿਨਾਂ 'ਚ ਇੱਕ ਗਜ਼ਲ ਲਿਖੀ ਸੀ, ਜਦੋਂ ਸਾਡੇ ਮੁਲਕ ਦਾ ਜਿਹੜਾ ਮਾਹੌਲ ਹੈ, ਜਿੱਥੇ ਖਾਸ ਤੌਰ 'ਤੇ ਹੀ ਮਤਲਬ ਹਰ ਤੀਜੇ ਦਿਨ ਹਰ ਤੀਜਾ ਬੰਦਾ ਇਹ ਕਹਿੰਦਾ ਕਿ ਜੇ ਤੁਹਾਨੂੰ ਇਹ ਪਸੰਦ ਨਹੀਂ ਫਿਰ ਉੱਥੇ ਚਲੇ ਜਾਓ, ਉੱਥੇ ਚਲੇ ਜਾਓ। ਉਹ ਸਾਰੇ ਮਾਹੌਲ ਵਿੱਚ ਇੱਕ ਮੈਂ ਗਜ਼ਲ ਲਿਖੀ ਸੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਮੈਂ ਕਿਹੜੇ ਦੇਸ਼ ਵਿੱਚ ਹਾਂ, ਰੋਜ਼ ਨਕਸ਼ਾ ਵੇਖਦਾ ਹਾਂ। ਮੈਂ ਕਿਹੜੇ ਦੇਸ਼ ਵਿੱਚ ਹਾਂ, ਰੋਜ਼ ਨਕਸ਼ਾ ਵੇਖਦਾ ਹਾਂ, ਜਿਵੇਂ ਸਰਹੱਦ ਤੇ ਖੜ ਕੇ ਘਰ ਦਾ ਰਸਤਾ ਵੇਖਦਾ। ਵਾਹ ਵੀ ਵਾਹ, ਕੀ ਬਾਤ ਹੈ। ਮੈਂ ਕਿਹੜੇ ਦੇਸ਼ ਵਿੱਚ ਹਾਂ, ਰੋਜ਼ ਨਕਸ਼ਾ ਵੇਖਦਾ ਹਾਂ, ਜਿਵੇਂ ਸਰਹੱਦ ਤੇ ਖੜ ਕੇ ਘਰ ਦਾ ਰਸਤਾ ਵੇਖਦਾ ਹਾਂ। ਤੁਸੀਂ ਮੇਰੇ ਸਫ਼ਰ ਨੂੰ ਜਿੰਨਾ ਹਨੇਰਾ ਕਰ ਰਹੇ ਹੋ, ਤੁਸੀਂ ਮੇਰੇ ਸਫ਼ਰ ਨੂੰ ਜਿੰਨਾ ਹਨੇਰਾ ਕਰ ਰਹੇ ਹੋ, ਮੈਂ ਉਹਨਾਂ ਜਾਗਦਾ ਹਾਂ, ਹੋਰ ਜ਼ਿਆਦਾ ਵੇਖਦਾ ਹਾਂ। ਵਾਹ। ਤੁਸੀਂ ਮੇਰੇ ਸਫ਼ਰ ਨੂੰ ਜਿੰਨਾ ਹਨੇਰਾ ਕਰ ਰਹੇ ਹੋ, ਮੈਂ ਉਹਨਾਂ ਜਾਗਦਾ ਹਾਂ, ਹੋਰ ਜ਼ਿਆਦਾ ਵੇਖਦਾ ਹਾਂ। ਔਰ ਮੇਰੇ ਦਿਨ ਭਰ ਦੁਪਹਿਰੇ ਬੇਵਫਾਈ ਕਰ ਰਹੇ ਨੇ, ਮੇਰੇ ਦਿਨ ਭਰ ਦੁਪਹਿਰੇ ਬੇਵਫਾਈ ਕਰ ਰਹੇ ਨੇ, ਮੈਂ ਅੱਧੀ ਰਾਤ ਨੂੰ ਸੂਰਜ ਨਿਕਲਦਾ ਦੇਖਦਾ ਹਾਂ। ਮੇਰੇ ਦਿਨ ਭਰ ਦੁਪਹਿਰੇ ਬੇਵਫਾਈ ਕਰ ਰਹੇ ਨੇ, ਮੈਂ ਅੱਧੀ ਰਾਤ ਨੂੰ ਸੂਰਜ ਨਿਕਲਦਾ ਦੇਖਦਾ ਹਾਂ। ਔਰ ਮੈਂ ਪੂਰੇ ਝੂਠ ਦੇ ਅਖਬਾਰ ਨੂੰ ਚੁੱਲ੍ਹੇ 'ਚ ਡਾਵਾਂ, ਮੈਂ ਪੂਰੇ ਝੂਠ ਦੇ ਅਖਬਾਰ ਨੂੰ ਚੁੱਲ੍ਹੇ 'ਚ ਡਾਵਾਂ, ਮੈਂ ਪੂਰੇ ਸੱਚ ਨੂੰ ਕੰਧਾਂ 'ਤੇ ਲਿਖਿਆ ਦੇਖਦਾ ਹਾਂ। ਮੈਂ ਕਿਹੜੇ ਦੇਸ਼ ਵਿੱਚ ਹਾਂ, ਰੋਜ਼ ਨਕਸ਼ਾ ਦੇਖਦਾ ਹਾਂ, ਜਿਵੇਂ ਸਰਹੱਦ ਤੇ ਖੜ ਕੇ ਘਰ ਦਾ ਰਸਤਾ ਦੇਖਦਾ। ਸਰਹੱਦ ਦੀ ਗੱਲ ਕੀਤੀ ਆ, ਜਦੋਂ ਤੁਸੀਂ ਫਿਰੋਜ਼ਪੁਰ ਦੇ ਬਿਲਕੁਲ ਬਾਰਡਰ ਦੇ ਨੇੜੇ ਹੋ, ਸ਼ਾਇਦ ਫਿਰੋਜ਼ਪੁਰ ਦੇ ਵਿੱਚ ਇਹੋ ਜਿਹੇ ਪਿੰਡ ਵੀ ਹੋਣ ਜਿੱਥੋਂ ਪਾਕਿਸਤਾਨ ਦੀ ਆਵਾਮ ਦਿਸਦੀ ਹੋਵੇ ਤੇ ਪਾਕਿਸਤਾਨੀ ਆਵਾਮ ਨੂੰ ਭਾਰਤੀ ਆਵਾਮ ਦਿਸਦੀ ਹੋਵੇ। ਕਦੇ ਦਿਲ ਕੀਤਾ ਹੋਵੇ ਕਿ ਕੁਹਾਰ ਵਾਲਾ ਗੱਡੀ ਦੀ ਸੈਲਫ ਮਾਰੇ ਤੇ ਚਾਹ ਦਾ ਕੱਪ ਪੀਣ ਲਈ ਆਪਣੇ ਪਾਕਿਸਤਾਨੀ ਭਰਾ ਦੋਸਤਾਂ ਨਾਲ ਜਾਣ ਬਾਰੇ ਸੋਚ ਰਿਹਾ ਹੋਵੇ, ਤੇ ਇਹ ਵੀ ਸੋਚ ਰਿਹਾ ਹੋਵੇ ਕਿ ਮੈਂ ਉਹਨਾਂ ਨੂੰ ਜਾ ਕੇ ਕਹਾਂਗਾ ਚਾਹ ਫੇਰ ਪੀਵਾਂਗੇ, ਪਹਿਲਾਂ ਆਪਾਂ ਕਰਾਚੀ, ਲਾਹੌਰ, ਫੈਸਲਾਬਾਦ ਜਾ ਕੇ ਘੁੰਮ ਆਈਏ, ਮਿਲ ਆਈਏ ਉਹਨਾਂ ਦੋਸਤਾਂ ਨੂੰ ਜੋ ਸਾਡੇ ਸਾਹਾਂ ਦੇ ਨਾਲ ਨੇੜੇ ਨੇ। ਤੇ ਅਚਾਨਕ ਫਿਰ ਤੁਹਾਨੂੰ ਯਾਦ ਆਉਣ ਇਹ ਫਿਰੋਜ਼ਪੁਰ ਦੇ ਕੋਲ ਵੀ ਕੰਡਿਆਲੀ ਤਾਰਾਂ, ਤੇ ਤੁਸੀਂ ਉਦਾਸ ਹੋ ਜਾਂਦੇ ਹੋ। ਇਹ ਕੁਸ਼ਲ ਬਹੁਤ ਸਵਾਲ ਮਤਲਬ ਮੇਰੀ ਜ਼ਿੰਦਗੀ ਦੇ ਕਾਫੀ ਸਾਲਾਂ ਵਿੱਚ ਇਹ ਫੈਲਿਆ ਹੋਇਆ ਕਿ ਜਦੋਂ ਸ਼ਾਇਦ 18-19 ਸਾਲ ਦੀ ਉਮਰ ਸੀ, ਅਸੀਂ ਫਿਰੋਜ਼ਪੁਰ ਕਦੀ ਕਦੀ ਆਉਣਾ ਬਾਰਡਰ ਨੂੰ ਦੇਖਣ ਵਾਸਤੇ। ਤੇ ਇੱਕ ਉਸ ਜ਼ਮਾਨੇ ਵਿੱਚ ਆਲ ਇੰਡੀਆ ਰੇਡੀਓ ਤੋਂ ਪ੍ਰੋਗਰਾਮ ਚੱਲਦਾ ਹੁੰਦਾ ਸੀ ਦੇਸ਼ ਪੰਜਾਬ, ਜਿਹਦੇ ਵਿੱਚ ਪਾਕਿਸਤਾਨ ਦੇ ਬਹੁਤ ਸਾਰੇ ਲੋਕਾਂ ਦੀਆਂ ਚਿੱਠੀਆਂ, ਉਹਨਾਂ ਦੇ ਹੁੰਗਾਰੇ ਹੁੰਦੇ ਸੀ। ਤੇ ਫਿਰ ਇਸ ਤਰ੍ਹਾਂ ਦਾ ਜਿਵੇਂ ਅਸੀਂ ਅੱਜ ਕੱਲ੍ਹ ਵਰਚੁਅਲ ਵਰਲਡ ਬਣਾਇਆ ਹੋਇਆ ਨਵੇਂ ਕੰਪਿਊਟਰ ਤੇ ਹੋਰ ਸਿਸਟਮ ਦੇ ਵਿੱਚ, ਉੱਥੇ ਉਹ ਲੋਕਾਂ ਦੀਆਂ ਕੁਛ ਆਵਾਜ਼ਾਂ, ਹੁੰਗਾਰੇ, ਗੱਲਾਂ ਬਾਤਾਂ ਮਿਲਦੀਆਂ ਸੀ। ਤੇ ਬਹੁਤ ਜਿਹੜੇ ਇਹ ਸਰਹੱਦ ਵਾਲੇ ਪਹਿਲੇ ਹੁੰਗਾਰੇ ਆ ਕਿ ਜਦੋਂ ਤੁਸੀਂ ਬਹੁਤ ਛੋਟੀ ਉਮਰ 'ਚ ਹੁੰਦੇ ਆ, ਤੁਹਾਡਾ ਮੁਹੱਬਤ ਦੇ ਅੰਦਾਜ਼ ਬਹੁਤ ਅਲੱਗ ਤਰ੍ਹਾਂ ਦੇ ਹੁੰਦੇ ਆ। ਉਦੋਂ ਸ਼ਾਇਦ ਕੋਈ ਮੈਂ ਸ਼ਾਇਦ ਕਿਸੇ ਮੇਰੀ ਡਾਇਰੀ ਵਿੱਚ ਪਿਆ ਹੋਵੇ ਕਿ ਮੈਂ ਸਰਹੱਦ ਤੋਂ ਕੋਈ ਕਿਸੇ ਦਰਖਤ ਦਾ ਪੱਤਾ ਤੋੜ ਕੇ ਲੈ ਗਿਆ ਸੀ, ਤੇ ਉਹ ਬਹੁਤ ਸਾਲ ਫਿਰ ਮੈਂ ਆਪਣੀ ਉਸ ਕਿਸੇ ਕਿਤਾਬ ਜਾਂ ਡਾਇਰੀ ਵਿੱਚ ਰੱਖ ਛੱਡਿਆ ਕਿ ਇਹ ਉਸ ਮੁਲਕ ਦੇ ਕੋਲ ਖੜੇ ਹੋਏ ਦਰਖਤ ਦਾ ਇੱਕ ਪੱਤਾ। ਵਾਹ। ਤਾਂ ਇਸ ਤਰ੍ਹਾਂ ਮਤਲਬ ਈਵਨ ਫਿਰੋਜ਼ਪੁਰ ਜਦੋਂ ਤੱਕ ਮੈਂ ਨੌਕਰੀ ਦੇ ਸਿਲਸਿਲੇ 'ਚ ਨਹੀਂ ਆਇਆ ਸੀ, ਤੇ ਇਹ ਸਾਰਾ ਸ਼ਹਿਰ ਮੈਨੂੰ ਇੱਕ ਮਤਲਬ ਪਾਕਿਸਤਾਨ ਦਾ ਹਿੱਸਾ ਲੱਗਦਾ ਹੁੰਦਾ ਸੀ। ਸਾਡੇ ਕੁਝ ਪੁਰਾਣੇ ਦੋਸਤ ਸੀ, ਜਦੋਂ ਉਹਨਾਂ ਨੂੰ ਕਿਤੇ ਮਿਲਣ ਆਉਣਾ, ਸਾਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਾਕਿਸਤਾਨ, ਮਤਲਬ ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਪਾਕਿਸਤਾਨ ਉਦੋਂ ਇੱਕ ਬਹੁਤ ਸੁਪਨਿਆਂ ਦੀ ਧਰਤੀ ਲੱਗਦਾ ਸੀ, ਜਿੰਨੀ ਦੇਰ ਤੱਕ ਮੈਂ ਪਾਕਿਸਤਾਨ ਨੂੰ ਮਤਲਬ ਕੋਲ ਜਾ ਕੇ ਨਹੀਂ ਦੇਖਿਆ ਸੀ। ਉਸ ਤੋਂ ਬਾਅਦ ਹੁਣ ਮੈਂ ਕੋਈ ਤਕਰੀਬਨ ਪਿਛਲੇ 20 ਸਾਲਾਂ ਦੇ ਵਿੱਚ 4-5 ਵਾਰ ਪਾਕਿਸਤਾਨ ਜਾ ਆਇਆ। ਹੁਣੇ ਵੀ ਮੈਂ ਹਲੇ 4 ਮਹੀਨੇ ਪਹਿਲਾਂ ਜਾ ਕੇ ਆਇਆ। ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਦਿਲ ਨਹੀਂ ਕਰਦਾ ਕਿ ਤੁਸੀਂ ਅਚਾਨਕ ਜਾਓ ਪਾਕਿਸਤਾਨ, ਤੇ ਇਹ ਸਾਰਾ, ਇਹ ਅਸਲ ਵਿੱਚ ਹੁਣ ਸਾਰਾ ਕੁਝ ਤੁਹਾਡੇ ਦਿਲ ਕਰਨ ਉੱਤੇ ਨਹੀਂ ਟਿਕਿਆ ਹੋਇਆ।
ਮਤਲਬ ਚੀਜ਼ਾਂ ਤੁਹਾਨੂੰ ਸਾਫ਼ ਉਦੋਂ ਨਜ਼ਰ ਆਉਂਦੀਆਂ ਜਦੋਂ ਮਾਹੌਲ ਵਾਤਾਵਰਨ ਬਿਲਕੁਲ ਸਾਫ਼ ਹੋਵੇ। ਹੁਣ ਸਾਡੇ ਸਿਆਸਤਾਂ ਦੀ ਹੋਰ ਧੂੜ ਇੰਨੀ ਚੜ੍ਹੀ ਹੋਈ ਹੈ ਕਿ ਸਰਹੱਦ ਦੇ ਪਰਲੇ ਪਾਸੇ ਤੁਹਾਨੂੰ ਕੁਝ ਨਹੀਂ ਨਜ਼ਰ ਆਉਂਦਾ। ਹਨੇਰੀ ਇੰਨੀ ਤੇਜ਼ ਹੈ ਕਿ ਤੁਹਾਡਾ ਬਹੁਤ ਹੁਣ ਉਸ ਤਰ੍ਹਾਂ ਜਾਣ ਦਾ ਮਨ ਵੀ ਨਹੀਂ ਕਰਦਾ, ਕਿਉਂਕਿ ਤੁਹਾਨੂੰ ਲੱਗਦਾ ਕਿ ਤੁਸੀਂ ਉੱਥੇ ਪਹੁੰਚ ਨਹੀਂ ਸਕਣਾ। ਤੁਹਾਨੂੰ ਅਚਾਨਕ ਤੁਹਾਡਾ ਵੀਜ਼ਾ ਜਿਹੜਾ ਉਹਦੇ 'ਚ ਕੋਈ ਮੁਸ਼ਕਲ ਆ ਜਾਣੀ ਹੈ। ਉੱਥੇ ਜਾਣ ਉੱਤੇ ਤੁਹਾਡੇ ਪਾਬੰਦੀਆਂ ਨੇ। ਮਤਲਬ ਇਹ ਦੋ ਹੁੰਗਾਰੇ ਨੇ ਜਿਹੜੇ ਤੁਸੀਂ ਸਵਾਲ ਨੂੰ ਆਪਾਂ ਇਸ ਤਰ੍ਹਾਂ ਜੇ ਸਮਝੀਏ ਕਿ ਇੱਕ ਬਹੁਤ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਚੀਜ਼ਾਂ ਨੂੰ ਕੋਲੋਂ ਜਾ ਕੇ ਨਹੀਂ ਦੇਖਿਆ ਸੀ, ਤੁਹਾਡਾ ਬਹੁਤ ਭਾਵੁਕ ਹੁੰਗਾਰਾ ਸੀ ਉਹਨਾਂ ਚੀਜ਼ਾਂ ਬਾਰੇ। ਜਦੋਂ ਤੁਸੀਂ ਉਹਨਾਂ ਲੋਕਾਂ, ਚੀਜ਼ਾਂ, ਮਸਲਿਆਂ, ਹੱਦਾਂ, ਸਰਹੱਦਾਂ ਨੂੰ ਬਹੁਤ ਕੋਲੋਂ ਜਾ ਕੇ ਦੇਖ ਲਿਆ, ਫਿਰ ਹੁਣ ਉਹਨਾਂ ਬਾਰੇ ਮੇਰਾ ਜਿਹੜਾ ਹੁੰਗਾਰਾ ਉਹ ਚਿੰਤਨੀ ਹੈ। ਹਾਲਾਂਕਿ ਦੋਸਤਾਂ ਨੂੰ ਮਿਲਣ ਦੀ ਤਾਂਘ ਤਾਂ ਉਹ ਹਮੇਸ਼ਾ ਹੀ ਇੱਕ ਦਿਲ ਵਾਲੇ ਪਾਸੇ ਰਹਿੰਦੀ ਹੈ, ਪਰ ਹੁਣ ਚੀਜ਼ਾਂ ਥੋੜ੍ਹੀਆਂ ਸਾਫ਼ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਇਸ ਸਾਰੇ ਕੰਮ ਦੇ ਵਿੱਚ ਕਿ ਜਿਹੜੀਆਂ ਸਥਿਤੀਆਂ ਉਹ ਇੰਨੀਆਂ ਸੌਖੀਆਂ ਨਹੀਂ ਹੈ। ਹਾਲਾਂਕਿ ਸੁਪਨਿਆਂ ਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ। ਕੋਹਰਾਲਾ ਸਾਹਿਬ, ਤੁਸੀਂ ਪਾਕਿਸਤਾਨ ਗਏ ਹੋ, ਉੱਥੋਂ ਦੀਆਂ ਕੁਝ ਸੰਖੇਪ ਵਿੱਚ ਕੋਈ ਯਾਦ ਸਾਡੇ ਨਾਲ ਸਾਂਝੀ ਕਰਨਾ, ਕਿਉਂਕਿ ਮੀਡੀਆ ਅੱਜ ਕੱਲ੍ਹ ਪਾਕਿਸਤਾਨ ਨੂੰ ਇਉਂ ਪ੍ਰਚਾਰ ਰਿਹਾ ਜਿਵੇਂ ਉਹ ਉੱਥੇ ਖੂਖਾਰ ਲੋਕ ਰਹਿੰਦੇ ਹੋਣ, ਉੱਥੇ ਬੜੇ ਕ੍ਰਿਮੀਨਲ ਲੋਕ ਰਹਿੰਦੇ ਹੋਣ, ਜਰਾਇਮ ਪੇਸ਼ਾ ਲੋਕ ਰਹਿੰਦੇ ਹੋਣ। ਤੇ ਮੇਰਾ ਮਤਲਬ ਤੁਸੀਂ ਉਹਨਾਂ ਨਾਲ ਵਿਚਰੇ ਹੋ, ਅਸੀਂ ਸਾਡਾ ਕੋਈ ਨਿੱਜੀ ਅਨੁਭਵ ਨਹੀਂ ਗਾ। ਤੁਸੀਂ ਅਸਲ 'ਚ ਜਿਹੜੇ ਪਾਕਿਸਤਾਨ ਵਾਲੇ ਪਾਸੇ ਵਸਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਮਿਲਣ ਲਈ ਤਾਂਘਦੇ ਹਾਂ ਜਾਂ ਮਿਲਦੇ ਹਾਂ ਜਾਂ ਜਾਂਦੇ ਹਾਂ ਜਾਂ ਉਹ ਤਾਂਘਦੇ ਨੇ, ਉਹਨਾਂ ਦੇ ਨਾਲ ਸਾਡੀ ਜਿਹੜੀ ਇੱਕ ਪੰਜਾਬੀਅਤ ਦੀ ਸਾਂਝ ਹੈ। ਕਿਉਂਕਿ ਜਦੋਂ ਦੇਸ਼ ਵੰਡਿਆ ਗਿਆ ਸੀ, ਬਾਕੀ ਬਹੁਤੇ ਮੁਲਕ ਨੂੰ ਤਾਂ ਕੁਛ ਨਹੀਂ ਹੋਇਆ, ਉਹ ਤਾਂ ਉਸੇ ਤਰ੍ਹਾਂ ਪੰਜਾਬ ਉੱਤੇ ਹੀ ਇਹਦਾ ਬਹੁਤ ਵੱਡਾ ਜਿਹੜਾ ਸੀ ਉਹ ਭਾਣਾ ਵਾਪਰਿਆ, ਜਿਹੜਾ ਇਹ ਕਲੂਕਾਰਾ ਹੋਇਆ ਜਾਂ ਇਹਨੂੰ ਹੱਲੇ ਜਾਂ ਉਜਾੜੇ ਵੀ ਕਹਿੰਦੇ ਉੱਧਰਲੇ ਲੋਕ ਇਸ ਰੂਪ ਵਿੱਚ। ਤਾਂ ਉਹ ਸਾਰੇ ਚੀਜ਼ਾਂ ਸਾਡੇ ਇੱਕ ਪਿਛੋਕੜ ਦੇ ਵਿੱਚ ਪਈਆਂ ਹੁੰਦੀਆਂ। ਪਰ ਮਤਲਬ ਮੈਂ ਉੱਥੇ ਇੱਕ ਦੋ ਥਾਵਾਂ 'ਤੇ ਬੋਲਦਿਆਂ ਹੋਇਆਂ ਵੀ ਗੱਲ ਕੀਤੀ ਕਿ ਅਸੀਂ 3 ਲੜਾਈਆਂ ਵੀ ਕਰਕੇ ਦੇਖ ਲਈਆਂ, ਚੌਥੀ ਪੰਜਵੀਂ ਦੀ ਵੀ ਤਿਆਰੀ ਹੁੰਦੀ ਰਹਿ ਗਈ ਜਾਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣਦਾ ਰਹਿਣਾ। ਉਹਦੇ ਬਾਵਜੂਦ ਜਿਹੜੇ ਉਧਰ ਲੋਕ 80 90 ਸਾਲ ਦੇ ਲੋਕ ਆ, ਉਹ ਉੱਥੇ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਇੱਧਰਲੇ ਹੁਸ਼ਿਆਰਪੁਰ ਨੂੰ, ਜਲੰਧਰ ਨੂੰ ਕਹਿੰਦੇ ਕਿ ਸਾਡਾ ਦੇਸ਼ ਉਹੀ ਹੈ। ਇਹ ਕੀ ਕਾਰਨ ਹੈ ਫਿਰ? ਇਹ ਕਿਉਂ ਨਹੀਂ ਅਸੀਂ ਉਹਨਾਂ ਦੇ ਦਿਲ 'ਚੋਂ ਕੱਢ ਸਕੇ? ਇਹ ਬਹੁਤ ਗਹਿਰੀਆਂ ਸਾਂਝਾਂ ਨੇ। ਅਤੇ ਜਦੋਂ ਤੁਸੀਂ ਉੱਥੇ ਜਾ ਕੇ ਦੇਖਦੇ ਹੋ ਜਾਂ ਉੱਧਰਲੇ ਲੋਕ ਸਾਡੇ ਆਉਂਦੇ ਆ, ਇਸ ਤਰ੍ਹਾਂ ਇੱਕ ਪਿਆਰ ਮੁਹੱਬਤ ਪੰਜਾਬੀਅਤ ਦੇ ਲਿਹਾਜ਼ ਨਾਲ, ਅਤੇ ਖ਼ਾਸ ਤੌਰ 'ਤੇ ਜਿਹੜੀਆਂ ਗਲਤੀਆਂ ਇਤਿਹਾਸ ਵਿੱਚ ਹੋਈਆਂ, ਮੈਂ ਤਾਂ ਇਹਨੂੰ ਇਉਂ ਲੈਂਦਾ ਹੁੰਦਾ ਕਿ ਜਿਹੜੀ ਇਤਿਹਾਸ ਵਿੱਚ ਗਲਤੀਆਂ ਹੋਈਆਂ ਉਹਨਾਂ ਨੂੰ ਠੀਕ ਕਰਨ ਲਈ ਉਹਨਾਂ ਲੋਕਾਂ ਨੇ ਤਾਂ ਹੁਣ ਆਉਣਾ ਨਹੀਂ। ਉਹਨਾਂ ਨੂੰ ਠੀਕ ਕਰਨ ਲਈ, ਉਹਨਾਂ ਨੂੰ ਰੋਣ ਵਾਸਤੇ, ਉਹਨਾਂ ਦੀ ਮਾफ़ੀ ਮੰਗਣ ਵਾਸਤੇ ਸਾਨੂੰ ਹੁਣ ਇੱਕ ਦੂਜੇ ਨੂੰ ਮਿਲਣਾ ਚਾਹੀਦਾ। ਅਤੇ ਇਸ ਤਰ੍ਹਾਂ ਦਾ ਹੀ ਭਾਵ ਉਹਨਾਂ ਲੋਕਾਂ ਦੇ ਅੰਦਰ ਵੀ ਹੈ। ਹੁਣ ਕਿਉਂਕਿ ਮੈਂ ਕੋਈ ਤਕਰੀਬਨ 13 ਸਾਲ ਬਾਅਦ ਐਤਕੀ ਪਾਕਿਸਤਾਨ ਗਿਆ ਸੀ, ਹੁਣੇ ਮੈਂ ਫਰਵਰੀ ਵਿੱਚ ਜਾ ਕੇ ਆਇਆ, ਤਾਂ ਹੁਣ ਉੱਥੇ ਜਨਰੇਸ਼ਨ ਬਦਲ ਜਾਂਦੀ ਹੈ 15-20 ਸਾਲ ਦੇ ਵਿੱਚ। ਹੁਣ ਉੱਥੇ ਜਿਹੜੇ ਨਵੇਂ ਨੌਜਵਾਨ ਆ ਗਏ, ਯੂਨੀਵਰਸਿਟੀਆਂ ਦੇ ਬੱਚੇ ਨੇ, ਹੋਰ ਆਰਟਿਸਟ ਨੇ, ਪੇਂਟਰ ਨੇ, ਉਹ ਬਿਲਕੁਲ ਕਿਸੇ ਕਿਸਮ ਦੀ ਕੋਈ ਕੁੜੱਤਣ ਨਹੀਂ। ਹਾਲਾਂਕਿ ਬਹੁਤ ਰੋਜ਼ ਹੀ ਇਸ ਕਿਸਮ ਦੇ ਜਿਹੜੇ ਬੱਦਲ ਮੰਡਰਾਉਂਦੇ ਰਹਿੰਦੇ, ਉਹਦੇ ਬਾਵਜੂਦ ਜਦੋਂ ਤੁਸੀਂ ਇੱਕ ਵਾਰ ਇੱਕ ਦੂਜੇ ਕੋਲ ਜਾਂਦੇ ਹੋ ਤਾਂ ਬਿਲਕੁਲ ਕੁਛ ਨਹੀਂ ਪਤਾ ਲੱਗਦਾ ਕਿ ਉਹ ਦੂਜੇ ਮੁਲਕ ਦੇ ਨੇ ਜਾਂ ਦੂਜੇ ਮਜ਼ਹਬ ਦੇ ਨੇ ਜਾਂ ਕੋਈ ਜਿਹਨੂੰ ਆਪਾਂ ਸੋ ਕਾਲਡ ਦੁਸ਼ਮਣ ਮੁਲਕ ਦੇ ਬੰਦੇ ਕਹਿੰਦੇ ਉਹ ਹੈ। ਬਿਲਕੁਲ ਸਭ ਉਸੇ ਤਰ੍ਹਾਂ ਦਾ ਹੀ ਹੈ, ਉਸੇ ਤਰ੍ਹਾਂ ਦੇ ਪ੍ਰੇਮ ਪਿਆਰ ਅਤੇ ਤਾਂਘ ਦੇ ਵਾਲੇ ਲੋਕ ਨੇ। ਕੋਹਰਾਲਾ ਸਾਹਿਬ, ਇੱਕ ਸ਼ੇਅਰ ਆ ਤੁਹਾਡਾ ਕਿ ਨਹੀਂ ਜੇ ਦਾਗ ਮੇਰੇ 'ਤੇ ਤਾਂ ਇਸ ਦੀ ਇੱਕ ਵਜ੍ਹਾ ਵੀ ਹੈ, ਮੈਂ ਆਪਣੇ ਆਪ ਨੂੰ ਇੱਕ ਛਿਣ ਵੀ ਚਾਦਰ ਹੋਣ ਨਹੀਂ ਦਿੱਤਾ। ਅਸੀਂ ਤੁਹਾਨੂੰ ਇਸ ਚਾਦਰ ਦੇ ਉੱਤੇ ਅੱਜ ਦਾਗ ਲਾਉਣ ਆਏ ਹਾਂ ਕਿ ਤੁਸੀਂ ਵੀ ਸਾਡੇ ਵਾਂਗੂ ਦਾਗਦਾਰ ਹੋਵੋ। ਸਾਡੇ 'ਤੇ ਵੀ ਬਹੁਤ ਇਲਜ਼ਾਮ ਆ, ਤੁਹਾਡੇ 'ਤੇ ਵੀ ਕੋਈ ਲੱਗੇ। ਅੱਛਾ। ਅਤੇ ਮੈਂ ਸੁਣਿਆ ਤੁਹਾਨੂੰ ਕੋਈ ਕਾਲਾ ਜਾਦੂ ਹੁੰਦਾ ਜਾਂ ਕਾਲਾ ਇਲਮ ਹੈ, ਕੁਛ ਇਹੋ ਜਿਹਾ? ਨਹੀਂ, ਇਹ ਤਾਂ ਅਫਵਾਹ ਵਾ, ਇਹ ਤਾਂ ਪਤਾ ਨਹੀਂ। ਇਹ ਤਾਂ ਨਹੀਂ, ਮੈਂ ਇਸੀ ਹਾਮੀ ਭਰਦਾ ਕਿ ਤੁਹਾਨੂੰ ਆਉਂਦਾ ਵਾ। ਮੇਰੇ ਬਹੁਤ ਇਹ ਜ਼ੋਰ ਦਾ ਹਾਸਾ ਇਸ ਗੱਲ 'ਤੇ ਆਉਣ ਲੱਗਾ ਸੀ। ਨਹੀਂ, ਮੇਰੇ ਕੋਲ ਮਾੜਾ ਮੋਟਾ ਜਿਹੜਾ ਜਾਦੂ ਬਸ ਉਹ ਲਫ਼ਜ਼ਾਂ ਦਾ ਹੀ ਹੈ। ਕਾਲਾ ਵਾ ਨਾ, ਕਾਲਾ ਜਾਦੂ ਕਹਿੰਦੇ ਜਿੰਦੇ 'ਤੇ ਕਰਦੀ ਉਹ ਬਾਅਦ 'ਚ ਲੈਂਦਾ ਨਹੀਂ। ਨਹੀਂ, ਇਸ ਤੁਸੀਂ ਪੁੱਛੋ ਮੇਰੇ ਤੋਂ ਕਿਉਂ, ਤੁਸੀਂ ਪੁੱਛ ਸਕਦੇ ਮੇਰੇ ਤੋਂ ਕਿਉਂ? ਤੁਸੀਂ ਚਲੋ, ਕਿਉਂਕਿ ਤੁਹਾਡਾ ਮੇਰੇ ਲਈ ਬੜਾ ਮੈਨੂੰ ਨਵਾਂ ਸਵਾਲ ਹੈ। ਬਹੁਤ ਸਾਰੇ ਕਹਿੰਦੇ ਆ ਕਿ ਕਹਿੰਦੇ ਜਦੋਂ ਕੋਹਰਾਲਾ ਸਾਹਿਬ ਗਜ਼ਲ ਦਾ ਪਹਿਲਾ ਮਿਸਰਾ ਸੁਣਾਉਂਦੇ ਆ ਤਾਂ ਉਹਨਾਂ ਦੇ ਸਾਹ ਰੁਕ ਜਾਂਦੇ ਆ। ਅੱਛਾ। ਤੇ ਜਦੋਂ ਦੂਸਰਾ ਮਿਸਰਾ ਸੁਣਾਉਂਦੇ ਆ
ਤਾਂ ਵਾਹ ਪਹਿਲਾਂ ਨਿਕਲਦਾ, ਸਾਹ ਬਾਅਦ ਚ ਨਿਕਲਦਾ। ਅੱਛਾ ਕਹਿੰਦੇ ਉਹ ਸ਼ੇਰਾਂ ਦੇ ਉੱਤੇ ਜਾਦੂ ਕਰਕੇ ਫੇਰ ਸ਼ੇਰ ਸੁਣਾਉਂਦੇ ਆ, ਇਹੋ ਜਿਹਾ ਕੁਝ ਹੈ? ਚਲੋ, ਇਹ ਪਤਾ ਕੀ, ਇਹ ਸਵਾਲ ਤੁਹਾਡਾ ਬੜੇ ਪ੍ਰੇਮ ਚੋਂ ਨਿਕਲਿਆ ਹੋਇਆ ਤੇ ਬੜਾ ਸੋਹਣਾ ਸਵਾਲ ਹੈ, ਤੇ ਮੈਂ ਇਹਦੇ ਬਾਰੇ ਬਹੁਤਾ ਨਹੀਂ ਫਿਰ ਹੁੰਗਾਰਾ ਭਰ ਸਕਦਾ। ਇਹ ਤੁਹਾਡਾ ਸਵਾਲ ਤੁਹਾਡੇ ਪ੍ਰੇਮ ਨਾਲ ਮੁਬਾਰਕ, ਤੇ ਆਪਾਂ ਅਗਲੀ ਗੱਲ ਕਰੀਏ। ਆਖਰ ਵਿੱਚ ਤੁਸੀਂ ਯੂਨੈਸਕੋ ਦੀ ਰਿਪੋਰਟਸ ਦੇ ਬਾਰੇ ਗੱਲ ਕਰਦੇ ਹਾਂ। ਯੂਨੈਸਕੋ ਕਹਿੰਦੀ ਕਿ ਪੰਜਾਬੀ ਭਾਸ਼ਾ ਜਿਹੜੀ ਹੋਰ 50-60 ਸਾਲਾਂ ਬਾਅਦ ਮਰ ਚੁੱਕੀ ਹੈ। ਬਹੁਤ ਸਾਰੇ ਮੈਂ ਵੀਡੀਓਜ਼ ਦੇਖ ਰਿਹਾ ਸੀਗਾ ਉਹ ਰਿਪੋਰਟ ਦੇ ਸੰਦਰਭ ਵਿੱਚ, ਪਰ ਕੋਈ ਇਹੋ ਜਿਹੀ ਰਿਪੋਰਟ ਮੈਨੂੰ ਲੱਭੀ ਨਹੀਂ ਕਿ ਜਿਹਦੇ ਵਿੱਚ ਇਹ ਸਪਸ਼ਟ ਲਿਖਿਆ ਹੋਵੇ ਕਿ 40-50 ਸਾਲ ਬਾਅਦ ਪੰਜਾਬੀ ਬੋਲੀ ਜਿਹੜੀ ਉਹ ਮਰ ਚੁੱਕੀ, ਉਹਦੀ ਜਗ੍ਹਾ 'ਤੇ ਜਾਂ ਕੋਈ ਹੋਰ ਲੈ ਲਓ। ਕਿੱਦਾਂ ਸੋਚਦੇ ਹੋ ਕਿ ਕੀ ਆਖਰ ਵਿੱਚ ਤੁਸੀਂ ਕਹਿਣਾ ਚਾਹੋਗੇ? ਅਸਲ ਜਗਦੀਸ਼ ਕੁਸ਼ਲ ਇਹ ਹੈ ਕਿ ਜਿਹੜਾ ਭਾਸ਼ਾ ਦਾ ਮਸਲਾ ਹੈ ਨਾ, ਇਹ ਇਕੱਲਾ ਪੰਜਾਬੀ ਦਾ ਮਸਲਾ ਨਹੀਂ ਹੈ। ਭਾਸ਼ਾ ਨੂੰ ਜਦੋਂ ਸਾਨੂੰ ਬਚਪਨ 'ਚ ਸਿਖਾਇਆ ਗਿਆ ਕਿ ਭਾਸ਼ਾ ਦੀ ਪਰਿਭਾਸ਼ਾ ਕੀ ਹੁੰਦੀ, ਉਦੋਂ ਸਾਨੂੰ ਇਹ ਦੱਸਿਆ ਗਿਆ ਕਿ ਭਾਸ਼ਾ ਇੱਕ ਦੂਜੇ ਤੱਕ ਭਾਵਾਂ ਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਜ਼ਰੀਆ ਹੁੰਦੀ ਹੈ। ਬਿਲਕੁਲ। ਪਰ ਹੁਣ ਜਦੋਂ ਅਸੀਂ ਵੱਡੇ ਹੋ ਕੇ ਭਾਸ਼ਾ ਦੇ ਸਾਰੇ ਵਰਤਾਰੇ ਨੂੰ ਸਮਝਿਆ, ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਭਾਸ਼ਾ ਪ੍ਰਗਟਾਉਣ ਦਾ ਮਾਧਿਅਮ ਨਹੀਂ ਹੁੰਦੀ, ਭਾਸ਼ਾ ਚੀਜ਼ਾਂ ਨੂੰ ਛੁਪਾਉਣ ਦਾ ਮਾਧਿਅਮ ਵੀ ਹੁੰਦੀ ਹੈ, ਭਾਸ਼ਾ ਧਮਕਾਉਣ ਦਾ ਮਾਧਿਅਮ ਵੀ ਹੁੰਦੀ ਹੈ, ਭਾਸ਼ਾ ਦੂਜੇ ਲੋਕਾਂ ਉੱਤੇ ਗਲਬਾ ਪਾਉਣ ਦਾ ਕਾਰਨ ਵੀ ਬਣਦੀ ਹੈ। ਸੋ ਪੰਜਾਬੀ ਭਾਸ਼ਾ ਵੀ ਲਗਭਗ ਇਸ ਤਰ੍ਹਾਂ ਦੇ ਸਾਰੇ ਹੀ ਦਬਾਵਾਂ ਨਾਲ, ਸਾਰੇ ਸਮੱਸਿਆਵਾਂ ਨਾਲ ਜੂਝ ਰਹੀ ਹੈ। ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵੀ ਇਹਦੇ ਨਾਲ ਜੂਝ ਰਹੀਆਂ ਨੇ, ਪਰ ਜਿੱਥੇ ਜਿੱਥੇ ਵੀ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਲੋਕ, ਉਹਦੇ ਵਿੱਚ ਸਾਹਿਤ ਰਚਣ ਵਾਲੇ ਲੋਕ, ਉਹਨੂੰ ਪਿਆਰਨ ਵਾਲੇ ਲੋਕ ਬਚੇ ਰਹਿਣਗੇ, ਉਹ ਭਾਸ਼ਾ ਬਚੀ ਰਹੇਗੀ। ਸਾਨੂੰ ਜਿਹੜਾ ਮਤਲਬ ਆਪਣਾ ਤਰੀਕਾਕਾਰ ਬਦਲਣਾ ਪਏਗਾ। ਜੇ ਅਸੀਂ ਪੰਜਾਬੀ ਜ਼ੁਬਾਨ ਨੂੰ ਰੁਜ਼ਗਾਰ ਨਾਲ ਜੋੜਾਂਗੇ ਤਾਂ ਇਹਦੇ ਪ੍ਰਫੁੱਲਤ ਹੋਣ ਦੇ ਹੋਰ ਬਹੁਤ ਸਾਰੇ ਮੌਕੇ ਪੈਦਾ ਹੋ ਜਾਣਗੇ। ਤੇ ਇਹਦੇ ਵਿੱਚ ਸਾਡੀ ਆਪਣੀ ਇੱਕ ਦਿੱਕਤ ਵੀ ਹੈ, ਮਤਲਬ ਬਾਕੀ ਸਾਰਾ ਜਿਹੜਾ ਇੱਕ ਗਲੋਬਲ ਦਾ ਭਾਸ਼ਾ ਦਾ ਇੱਕ ਸੰਸਾਰ ਹੈ, ਉਸ ਦੇ ਵੀ ਬਹੁਤ ਸਾਰੇ ਦਬਾਅ ਨੇ ਜਿਨ੍ਹਾਂ ਦੇ ਅਧੀਨ ਪੰਜਾਬੀ ਸਮੇਤ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਇਸ ਤਰ੍ਹਾਂ ਦੀ ਦਿੱਕਤ ਵਿੱਚ ਨੇ। ਪਰ ਇਹ ਦਿੱਕਤਾਂ ਸਾਰੀਆਂ ਚੱਲਦੀਆਂ ਰਹਿਣੀਆਂ। ਇਹ ਮਤਲਬ ਜਿਵੇਂ ਇਕਨੋਮਿਕਸ ਦੇ ਬਹੁਤ ਸਾਰੀਆਂ ਮਸਲੇ ਸਾਡੇ ਨਾਲ ਚੱਲਦੇ ਆ, ਸਮਾਜਿਕਤਾ ਦੇ ਬਹੁਤ ਸਾਰੇ ਮਸਲੇ ਚੱਲਦੇ, ਇਵੇਂ ਭਾਸ਼ਾ ਦੇ ਮਸਲੇ। ਪਰ ਮੈਨੂੰ ਇਹਦੇ ਬਾਰੇ ਕੋਈ ਬਹੁਤ ਉਹ ਨਿਰਾਸ਼ਾ ਨਹੀਂ ਹੈ। ਮੈਨੂੰ ਲੱਗਦਾ ਕਿ ਚੰਗਾ ਸਾਹਿਤ, ਅਦਬ ਪੜ੍ਹਨ ਵਾਲੇ, ਲਿਖਣ ਵਾਲੇ ਲੋਕ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਆ, ਤੇ ਪੰਜਾਬੀ ਭਾਸ਼ਾ ਬਹੁਤ ਲੰਬੀ ਦੇਰ ਤੱਕ, ਦੂਰ ਤੱਕ ਜਾਏਗੀ। ਤੇ ਸਾਡਾ ਫਰਜ਼ ਸਿਰਫ ਇਹ ਹੈ ਕਿ ਅਸੀਂ ਪੰਜਾਬੀ ਪ੍ਰਤੀ ਜੋ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਅਸੀਂ ਪਹਿਚਾਣੀਏ, ਨਾ ਸਿਰਫ ਇਸ ਗੱਲ ਉੱਤੇ ਟਿੱਪਣੀ ਕਰੀਏ ਕਿ ਭਾਸ਼ਾ ਮਰ ਰਹੀ ਹੈ ਜਾਂ ਮਰ ਸਕਦੀ ਹੈ। ਉਹਨੂੰ ਬਚਾਉਣ ਲਈ ਫਿਰ ਜਿੰਨੀ ਸਾਡੀ ਕੋਸ਼ਿਸ਼, ਯੋਗਦਾਨ ਜਿਸ ਕਿਸਮ ਦਾ ਵੀ ਬਣਦਾ, ਇਹਦੇ ਵਿੱਚ ਸਰਕਾਰਾਂ, ਦਰਬਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਬਣਦਾ, ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ। ਤੇ ਪੰਜਾਬੀ ਭਾਸ਼ਾ ਨੂੰ ਵਰਤਣ ਵਾਲੇ, ਬੋਲਣ ਵਾਲੇ, ਸੰਭਾਲਣ ਵਾਲੇ ਸਾਰੇ ਲੋਕਾਂ 'ਤੇ ਵੀ ਬਹੁਤ ਵੱਡੀ ਜ਼ਿੰਮੇਵਾਰੀ। ਆਖਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਬਸ ਆਖਰ ਵਿੱਚ ਇਹੀ ਹੈ ਕਿ ਜਿਹੜਾ ਹੁਣ ਸਭ ਤੋਂ ਵੱਡਾ ਮਸਲਾ ਉਹ ਹੈ ਕਿ ਆਪਣੀ ਜਿਹੜੀ ਸੰਵੇਦਨਾ ਹੈ ਉਹਨੂੰ ਬਚਾਈ ਰੱਖਣ ਦਾ ਮਸਲਾ ਹੈ। ਕਿਉਂਕਿ ਜਿਸ ਕਿਸਮ ਦੀ ਦੌੜ ਹੁਣ ਸਾਡੇ ਆਲੇ ਦੁਆਲੇ ਫੈਲੀ ਹੋਈ ਹੈ, ਉਹਦੇ ਵਿੱਚ ਬੰਦੇ ਦੇ ਹਫ ਜਾਣ ਦੀ ਬਹੁਤ ਵੱਡੀ ਸੰਭਾਵਨਾ ਹੈ। ਜੇ ਬੰਦੇ ਕੋਲ ਆਪਣੇ ਹੋਣ ਦਾ ਸ਼ਊਰ ਨਾ ਰਿਹਾ ਤਾਂ ਫਿਰ ਉਹ ਬਹੁਤ ਮੁਸ਼ਕਿਲ ਹੈ। ਮੈਂ ਪਿਛਲੇ ਦਿਨਾਂ 'ਚ ਪੜ੍ਹ ਰਿਹਾ ਸੀ, ਮੌਲਾਨਾ ਰੂਮੀ ਕਹਿੰਦੇ ਕਿ ਜਿਹੜਾ ਜ਼ਖਮ ਹੁੰਦਾ ਉਹ ਜਗ੍ਹਾ ਹੁੰਦੀ ਜਿੱਥੋਂ ਰੌਸ਼ਨੀ ਬੰਦੇ ਦੇ ਅੰਦਰ ਦਾਖਲ ਹੁੰਦੀ ਹੈ। ਪਰ ਜੇ ਸਾਡੇ ਚੰਮ ਹੀ ਏਡੇ ਮੋਟੇ ਹੋ ਗਏ ਕਿ ਜੇ ਉਹਦੇ ਜ਼ਖਮ ਤੱਕ ਹੀ ਝਰੀੜ ਤੱਕ ਨਹੀਂ ਪੈਂਦੀ ਤਾਂ ਰੌਸ਼ਨੀ ਫਿਰ ਸਾਡੇ ਅੰਦਰ ਕਿੱਥੋਂ ਦਾਖਲ ਹੋਣੀ ਹੈ। ਬਿਲਕੁਲ। ਤੇ ਹਨੇਰੇ ਮਨਾਂ ਵਾਲੇ ਬੰਦਿਆਂ ਨਾਲ, ਐਸੇ ਸਮਾਜ ਨਾਲ ਫਿਰ ਅਸੀਂ ਬਿਲਕੁਲ ਹੀ ਕਾਲੇ ਸਮਿਆਂ ਵੱਲ ਚਲੇ ਜਾਵਾਂਗੇ। ਇਸ ਕਰਕੇ ਸਭ ਤੋਂ ਵੱਡਾ ਜਿਹੜਾ ਮਤਲਬ ਜ਼ਰੂਰਤ ਹੈ ਉਹ ਹੈ ਕਿ ਅਸੀਂ ਆਪਣੇ ਬੰਦੇ ਅੰਦਰਲੀ ਬੰਦਿਆਈ ਬਚਾਉਣ ਲਈ ਜੋ ਵੀ ਯਤਨ ਕਰ ਸਕਦੇ ਹਾਂ, ਚਾਹੇ ਉਹ ਭਾਸ਼ਾ ਕਰ ਰਹੀ ਹੋਵੇ, ਚਾਹੇ ਉਹ ਕਲਾ ਕਰ ਰਹੀ ਹੋਵੇ, ਚਾਹੇ ਸਾਹਿਤ ਕਰ ਰਿਹਾ ਹੋਵੇ, ਚਾਹੇ ਸਾਡੇ ਸਮਾਜਿਕ ਅੰਦੋਲਨ ਕਰ ਰਹੇ ਹੋਣ, ਉਹਨਾਂ ਉੱਤੇ ਸਾਨੂੰ ਟੇਕ ਰੱਖਣੀ ਚਾਹੀਦੀ ਹੈ। ਔਰ ਸੰਵੇਦਨਸ਼ੀਲ ਬੰਦਾ ਜਿਹੜਾ ਪੰਜਾਬੀ ਖਾਸ ਤੌਰ 'ਤੇ ਜਿਸ ਕਿਸਮ ਦੇ ਅਸੀਂ ਸਾਡੀ ਪ੍ਰੋਜੈਕਸ਼ਨ ਆ ਰਹੀ ਸਾਡੇ ਗੀਤਾਂ ਵਿੱਚ, ਹੋਰ ਆਲੇ ਦੁਆਲੇ ਦੇ ਤਕਾਜ਼ਿਆਂ ਵਿੱਚ, ਜਿਸ ਕਿਸਮ ਦਾ ਪੰਜਾਬੀ ਬੰਦਾ ਅਸੀਂ ਸਿਰਜ ਰਹੇ ਹਾਂ, ਬਣਾ ਲਿਆ, ਅਸੀਂ ਕੰਸਟਰਕਟ ਕਰ ਰਿਹਾ, ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਅਤੇ ਉਹਦੇ ਵਿੱਚੋਂ ਅਸਲੀ ਪੰਜਾਬੀ ਰੂਹ, ਅਸਲੀ ਬੰਦਾ
ਔਰ ਜਿਹਦੇ ਅੰਦਰ ਖਾਸ ਤੌਰ ਤੇ ਮਾਨਵੀ ਸੰਵੇਦਨਾ ਬਚੀ ਹੋਈ, ਐਸਾ ਬੰਦਾ ਬਚਾਉਣ ਲਈ, ਐਸਾ ਬੰਦਾ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੁਹਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ਾਲਾ ਤੁਹਾਡੀ ਕਲਮ ਤਰੱਕੀ ਕਰੇ, ਹਮੇਸ਼ਾ ਮਨੁੱਖੀ ਸੰਵੇਦਨਾ ਨੂੰ ਬਚਾਉਣ ਦੇ ਵਿੱਚ ਸਹਾਈ ਸਿੱਧ ਹੋਵੇ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸ਼ੁਕਰੀਆ। ਖਾਸ ਤੌਰ ਤੇ ਕੋਈ ਵੀ ਜਿਹੜੀ ਗੱਲਬਾਤ ਹੁੰਦੀ ਹੈ ਉਹ ਆਪਣੇ ਆਪ ਨੂੰ ਜਾਣਨ ਦਾ ਵੀ ਬਹੁਤ ਇੱਕ ਵੱਡਾ ਜ਼ਰੀਆ ਹੁੰਦੀ ਹੈ, ਤੇ ਤੁਸੀਂ ਕਈ ਐਸੇ ਗੱਲਾਂ, ਐਸੇ ਪਹਿਲੂ ਜਿਹੜੇ ਮੇਰੇ ਮਨੋਂ ਵਿਸਰੇ ਹੋਏ ਸੀ ਉਹ ਅੱਜ ਯਾਦ ਕਰਾਏ, ਉਹਦੇ ਬਾਰੇ ਆਪਾਂ ਗੱਲਾਂ ਕੀਤੀਆਂ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ।